लो जी बाट साहब अज फिर कित्थे आ गए हैं तो कित्थे बह गए हैं जिहड़ा रोज़ दा आपां मतलब थां बदल लैने आ। ये वैसे जी अपने परिवार के मैंबर तो एप्रीशिएट करते हैं पर कई बार आपां नूं चेता भुल जाता भी आपां हैगे कित्थे हैं। संधालिया साहब इंडिया दे विच आपां गल करदे हुंदे ने गड्डियां वाले, हाँ टप्परी वास जिन्हां दा थां ही कोई नहीं, हाँ जिन्हां दा टिकाणा ही कोई नहीं। सही हुण अपने हालात अजकल उदां दे होए आ कि भाई पहले दिन तुसीं सरी वैनकूवर तो तुरो तो कैमलूप्स रुक जाओ, ਉਹਦੇ ਤੋਂ अगले दिन तुरो तो बैंफ रुक जाओ, दूजे दिन फिर बैंफ रुक जाओ, तीसरे दिन चल के तुसीं कैलगरी रुक जाओ जी। ते हुण आपां कैलगरी तो एडमिंटन के बिल्कुल विचाले रेड ईयर नां दा एक शहर है जी, ते ਉਹਦੇ ਤੋਂ 20-25 किलोमीटर दूर सैल्वन लेक आ ते सैल्वन लेक के कंढे के उत्ते बैठे आ। पर इन्ना शुक्र है कि अज पानी च नहीं बैठे, पानी ठंडा बड़ा है। हाँ पानी ठंडा करके वैसे भी मैं सोचता सी भी जिस हिसाब नाल आपां बूट बाट पा के आए जीन जून पा के बैठे हैं उत्थे कई बंदे सोचते ने भी ये कोई सरवा करन ते नहीं आए पानी की डूंघाई तो नहीं मापना, आ कोई डूंघाई वेखण ते नहीं आए लगदे। पर चलो जो भी है जी कुल मिला के साडी ये कोशिश है कि भी जिथे कि जे असीं होईए उत्थे कि जे असीं आप जी दे नाल ते गल्लां बातां कर लईए, नाले आपां खबरां ते झात मार लईए ते नाले जो जिद्दां दा इत्थों दा रहण सहण आ देश दुनिया वो विखा दईए। नहीं देखो कल आप जो प्राइम फोकस प्रोग्राम किया जंगल च बैठे दरी बिछा के योगा वाला मैट नहीं वो मेरे नाल धक्का कीता तुसीं मैनूं माड़ा जिहा पहिलां दस दिंदे मैनूं मेरा जलूस कढना है भी तुसीं सोते नूं उठाया दसो। देखो महाराज तुसीं लीडर बंदे हो, तुसीं सारे देश दा जलूस कढ़िया, एक दिन थोड़ा निकल गया किहड़ी कोई गल ही आ। नहीं अज मैं इसलिए थोड़ा जिहा ध्यान रखिया, मैं कहा पहले ये काम निबेड़ के फिर किते ना किते आराम किया जाऊगा। नहीं इदां नहीं, इन्हां ने सोचा कि पहले ये काम निबेड़ के खाना फिर खादा जाऊगा, नहीं तो नींदर आ जानी है। नींदर पई बड़ी सोहनी कल। नहीं ये तो है बहुत खूबसूरत जगह सी वो। ਤੇ ਆ ਵੀ ਜਿਹੜੀ ਜਗ੍ਹਾ ਮੈਂ ਦੱਸ ਦਿਆਂ ਕਿ ਬਾਟ ਸਾਹਿਬ ਦੇ ਚਲੋ ਪੁਰਾਣੇ ਆਏ ਆ ਜਦੋਂ ਅਜੇ ਕੈਨੇਡਾ ਲੱਭਾ ਵੀ ਨਹੀਂ ਸੀ। ਮੈਂ ਇੱਥੇ ਦੂਜੀ ਵਾਰ ਆਇਆ ਤੇ ਜਦੋਂ ਸਿਆਲ ਦੇ ਦਿਨਾਂ 'ਚ ਆਪਾਂ ਆਏ ਸੀ ਉਦੋਂ ਇਹ ਲੇਕ ਜੰਮੀ ਸੀ ਬਿਲਕੁਲ ਬਰਫ਼ ਸੀ, ਇਹਦੇ ਉੱਪਰ ਤੁਸੀਂ ਤੁਰ ਸਕਦੇ ਸੀ, ਲੋਕ ਗੱਡੀਆਂ ਚਲਾਉਂਦੇ ਸੀ ਤੇ ਹੁਣ ਲੋਕ ਜਦੋਂ ਇਹ ਗਰਮੀਆਂ ਦੇ ਵਿੱਚ ਤੇ ਗਰਮੀਆਂ 'ਚ ਇਹਦਾ ਰੂਪ ਹੀ ਵੱਖਰਾ। ਹਾਂ ਨਹੀਂ ਗਰਮੀਆਂ 'ਚ ਕਿਸ਼ਤੀਆਂ ਚਲਾਉਂਦੇ ਆ, ਸਿਆਲਾਂ 'ਚ ਗੱਡੀਆਂ ਚਲਾਉਂਦੇ ਆ, ਥਾਂ ਉਹੀ ਹੈ ਤੇ ਇੰਨੀ ਵੀ ਗੱਲ ਦੇਖੋ ਸੰਧਾਲੀਆ ਸਭ ਕੰਮ ਵਾਲਾ ਦਿਨ ਆ, ਵਰਕਿੰਗ ਡੇ ਆ ਤੇ ਕੰਮ ਵਾਲੇ ਦਿਨ ਵੀ ਇੰਨੇ ਲੋਕਾਂ ਦਾ ਇੱਥੇ ਆਉਣਾ ਇਹ ਦੱਸਦਾ ਕਿ ਕੋਵਿਡ ਨੇ ਜਿਹੜਾ 1.5 ਸਾਲ ਲੋਕਾਂ ਨੂੰ ਘਰ 'ਚ ਬੰਨ੍ਹ ਕੇ ਰੱਖਿਆ, ਘਰ 'ਚ ਤੁੰਨ ਕੇ ਰੱਖਿਆ, ਕਿਉਂਕਿ ਸਾਰਾ ਕੁਝ ਬੰਦ ਕਰਤਾ ਸੀ ਕਿ ਭਾਈ ਕਿਤੇ ਨਹੀਂ ਜਾਣਾ, ਜਿੱਥੇ ਤੁਸੀਂ ਲੋੜੋਂ ਵੱਧ ਗਿਣਤੀ 'ਚ ਇਕੱਠੇ ਹੋ ਜਾਓ ਤੇ ਕਰੋਨਾ ਫੈਲ ਜਾਏ। ਹਾਂ ਹੁਣ ਜਿੱਦਾਂ ਹੀ ਢਿੱਲਾਂ ਦਿੱਤੀਆਂ ਸਰਕਾਰਾਂ ਨੇ ਲੋਕ ਛੁੱਟੀਆਂ ਕਰ ਕਰਕੇ ਭੱਜੇ ਆਉਂਦੇ ਆ ਕਿ ਭਾਈ ਚਲੋ ਸਿੱਧੇ ਜਾ ਕੇ ਪਹਿਲਾਂ ਪਾਣੀ 'ਚ ਤਾਰੀ ਮਾਰਨੀ ਹੈ। ਬਿਲਕੁਲ ਸਹੀ। ਸੋ ਇਹ ਨਾਲ ਦੀ ਨਾਲ ਇੱਥੋਂ ਦਾ ਮਾਹੌਲ ਚੱਲ ਵੀ ਚੱਲੂਗਾ ਤੇ ਨਾਲ ਦੀ ਨਾਲ ਆਪਾਂ ਆਪਣੇ ਪੰਜਾਬ ਦਾ ਵੀ ਪਤਾ ਲੈ ਲਈਏ। ਦੇਖੋ ਗੱਲ ਇਹ ਆ ਕਿ ਵੀ ਸਿੱਧੂ ਸਾਹਿਬ ਪ੍ਰਧਾਨ ਕਾਹਦਾ ਬਣੇ ਨੇ, ਹੌਲੀ ਹੌਲੀ ਕਹਿੰਦੇ ਕਾਂਗਰਸ ਪਾਰਟੀ ਦੇ ਵਿੱਚ ਵੀ ਹਿਲਜੁਲ ਹੋਣ ਲੱਗ ਪਈ ਜੀ ਤੇ ਹਿਲਜੁਲ ਦੇ ਵਿੱਚੋਂ ਹੁਣ ਜਿਹੜੀ ਸਭ ਤੋਂ ਪਹਿਲੀ ਹਿਲਜੁਲ ਉਹ ਕਿਹੜੀ ਗੱਲ ਕਰਨੀ ਹੈ? ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਗੱਲ ਤਾਂ ਆਪਾਂ ਕਰਨੀ ਆ, ਪਰ ਉਹਦੇ ਤੋਂ ਪਹਿਲਾਂ ਜਿਸ ਮੁੱਦੇ ਦੇ ਉੱਤੇ ਪਿਛਲੇ 2.5-3 ਮਹੀਨਿਆਂ ਤੋਂ ਸਭ ਤੋਂ ਵੱਧ ਚਰਚਾ ਚੱਲੀ, ਨਵਜੋਤ ਸਿੰਘ ਸਿੱਧੂ ਰੋਜ਼ ਟਵੀਟ ਤੇ ਟਵੀਟ, ਘਰੋਂ ਨਹੀਂ ਸੀ ਆਉਂਦੇ ਬਾਹਰ, ਲੋਕਾਂ 'ਚ ਨਹੀਂ ਸੀ ਵਿਚਰਦੇ, ਮੁਲਾਕਾਤਾਂ ਨਹੀਂ ਸੀ ਕਰਦੇ, ਪਰ ਟਵੀਟ ਕਰਦੇ ਸੀ ਕਿ ਭਾਈ ਦੱਸੋ ਪੰਜਾਬ ਦੇ ਲੋਕਾਂ ਦਾ ਕਸੂਰ ਕੀ ਆ, ਬਿਜਲੀ ਮਹਿੰਗੀ ਕਾਹਤੋਂ ਆ। ਫਿਰ ਨਾਲ ਹੀ ਕਹਿ ਦਿੰਦੇ ਸੀ 1 ਰੁਪਈਆ 99 ਪੈਸੇ ਨੂੰ ਬਿਜਲੀ, ਪੰਜਾਬ ਦੇ ਲੋਕਾਂ ਨੂੰ 18 ਰੁਪਈਏ ਨੂੰ ਕਾਹਨੂੰ ਆ। ਫਿਰ ਕਦੇ ਸੋਲਰ ਲਾਈਟ ਦੀ ਗੱਲ ਕਰਦੇ ਸੀ, ਫਿਰ ਇਹ ਵੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ। ਕਾਂਗਰਸ ਪਾਰਟੀ ਦੇ ਕਈ ਲੀਡਰ ਕਹਿੰਦੇ ਸੀ ਇਹ ਕੀ ਗੱਲ ਹੈ, ਜੇ ਗੱਲ ਕਰਨੀ ਆ ਤਾਂ ਪਾਰਟੀ ਦੇ ਅੰਦਰ ਕਰੋ, ਇਹ ਕਾਨੂੰਨ ਭੰਗ ਕਰਦੇ, ਪਾਰਟੀ ਦਾ ਅਨੁਸ਼ਾਸਨ ਭੰਗ ਕਰਦੇ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਯਾਦ ਹੋਣਾ ਉਦੋਂ ਅਕਾਲੀ ਦਲ ਨੇ ਵੀ ਕਿਹਾ ਸੀ ਕਰ ਲਓ ਰੱਦ, ਜੇ ਹੁੰਦੇ ਆ ਤਾਂ ਰੱਦ ਕਰ ਲਓ, ਅਸੀਂ ਤਾਂ ਬਿਜਲੀ ਦਾ ਸਰਪਲਸ ਸੂਬਾ ਬਣਾਉਣਾ ਹੈ। ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਿੱਲੀ ਗਏ, ਸਾਰੀ ਕਾਂਗਰਸ ਦਿੱਲੀ ਗਈ, ਉਹਨਾਂ ਨੂੰ ਪ੍ਰਧਾਨ ਬਣਾਤਾ। ਕੈਪਟਨ ਸਾਹਿਬ ਕਹਿੰਦੇ ਸੀ ਮੈਂ ਨਹੀਂ ਬੋਲਣਾ ਜਿੰਨੀ ਦੇਰ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ, ਉਹ ਬੋਲੇ ਵੀ ਨਹੀਂ, ਮਾਫੀ ਵੀ ਨਹੀਂ ਮੰਗੀ, ਪ੍ਰਧਾਨਗੀ ਦੀ ਤਾਜਪੋਸ਼ੀ ਵੀ ਹੋ ਗਈ। ਅਜੇ ਦੇਖ ਲਓ ਦਿਨ 2 ਹੋਏ ਆ, ਮੋਹਰੇ ਬੈਠ ਕੇ ਮੀਟਿੰਗ ਕਰਕੇ ਆਏ, 5 ਮੁੱਦੇ ਦੇ ਕੇ ਆਏ ਸੀ ਕਿ ਭਾਈ ਇੱਕ ਤਾਂ ਬਿਜਲੀ ਸਮਝੌਤੇ ਰੱਦ ਕਰ ਦਿਓ, ਨਸ਼ੇ ਦੇ ਵੱਡੇ ਮਗਰਮੱਛ ਫੜ ਲਓ, ਆ ਜਿਹੜੇ ਕਰਮਚਾਰੀ ਸੜਕਾਂ ਤੇ ਧਰਨੇ ਲਾਉਂਦੇ ਆ ਉਹਨਾਂ ਦੀਆਂ ਮੰਗਾਂ ਹੱਲ ਕਰ ਦਿਓ, ਬੇਅਦਬੀ ਦੇ ਜਿਹੜੇ ਉਹ ਦੋਸ਼ੀ ਫੜ ਲਓ। ਇਹੀ ਮੁੱਦੇ ਸੀ ਨਾ। ਬਿਲਕੁਲ। ਤੇ ਨਾਲ ਹੀ ਹੁਣ ਕੈਪਟਨ ਸਾਹਿਬ ਨੇ ਕਹਿੰਦੇ ਆ ਕਿ ਇੱਕ ਚਿੱਠੀ ਲਿਖੀ ਹੈ, ਖਤ ਲਿਖ ਸੱਜਣਾ ਵੱਲ ਪਾਇਆ, ਤੇ ਹੁਣ ਉਹ ਚਿੱਠੀ ਵੋਟਾਂ ਨੂੰ ਦੇਖਦਿਆਂ ਲਿਖੀ ਹੈ ਕਿ ਸਿੱਧੂ ਦਾ ਰੁਖ ਦੇਖਦਿਆਂ ਲਿਖੀ ਹੈ। ਹੌਲੀ ਹੌਲੀ ਚਰਚਾ ਦੋਨੇ ਭਰਾ ਕਰੀਏ। ਨਹੀਂ ਬਿਲਕੁਲ ਕਰਾਂਗੇ। ਦੇਖੋ ਇੱਕ ਗੱਲ ਤੇ ਪੱਕੀ ਆ ਵੀ ਹੁਣ ਤੱਕ ਥਾਂ ਦੇ ਉੱਪਰ ਜਿੰਨੇ ਵੀ ਪਲੇਟਫਾਰਮ ਸੀ ਹਰੇਕ ਥਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਨੁਮਾਇੰਦਿਆਂ ਨੇ ਕਿਹਾ ਵੀ ਅਸੀਂ ਦੇਸ਼ 'ਚੋਂ ਸਭ ਤੋਂ ਸਸਤੇ ਸਮਝੌਤੇ ਕੀਤੇ ਬਿਜਲੀ ਦੇ। ਆ ਰੀਸੈਂਟਲੀ ਆਪਣੇ
ਯੂਥ ਦੇ ਪ੍ਰਧਾਨ ਵੀ ਆਏ ਸੀ ਬੰਟੀ ਰਮਾਣਾ ਹੋਰੀ ਜੀ। ਸਵਾਲ ਉਹਨਾਂ ਨੂੰ ਵੀ ਕੀਤਾ, ਉਹ ਕਹਿੰਦੇ ਵੀ ਐਵੇਂ ਮਾਰਦੇ ਕੈਪਟਨ ਸਾਹਿਬ, ਅਸੀਂ ਤੇ ਦੇਸ਼ 'ਚ ਸਭ ਤੋਂ ਸਸਤੀ ਬਿਜਲੀ ਦੇ ਸਮਝੌਤੇ ਕੀਤੇ। ਹੁਣ ਜਿੰਨੇ ਕੁ ਰੁਪਈਏ ਉਹ ਦੱਸਦੇ ਸੀ 280 275 265 ਮਤਲਬ 3 ਰੁਪਈਆਂ ਤੋਂ ਥੱਲੇ ਥੱਲੇ ਵਾਲਾ, ਹੁਣ ਇਹਦਾ ਜਵਾਬ ਕੋਈ ਵੀ ਨਹੀਂ ਦੇ ਪਾ ਰਿਹਾ ਸੀ। ਨਾ ਉਹ ਦਿੰਦੇ ਆ, ਨਾ ਹੁਣ ਵਾਲੀ ਸਰਕਾਰ ਦਿੰਦੀ ਸੀ ਵੀ ਜੇ 3 ਰੁਪਈਏ ਖਰੀਦਦੇ ਆ ਉੱਤੇ ਤਾਰਾਂ ਦਾ ਖਰਚਾ ਪਾ ਲਓ, ਤੇ ਇਹ ਖਰਚਾ ਪਾ ਲਓ, ਉਹ ਖਰਚਾ ਪਾ ਲਓ, ਕੋਈ ਟੈਕਸ ਪਾ ਲਓ, ਫਿਰ ਵੀ ਉਹ 10-11 ਰੁਪਈਏ ਕਿਵੇਂ ਹੋ ਜਾਂਦਾ। ਹੁਣ ਉਹ ਜਿਹੜਾ ਮੇਰੇ ਖਿਆਲ ਨਾਲ ਜਵਾਬ ਨਹੀਂ ਸੀ ਦਿੱਤਾ ਜਾਂਦਾ, ਉੱਥੇ ਹੀ ਕਿਤੇ ਨਾ ਕਿਤੇ ਝੋਲ ਹੋ ਸਕਦਾ ਵੀ ਕੈਪਟਨ ਸਾਹਿਬ ਨੂੰ ਲੱਗਾ ਹੋਇਆ ਵੀ ਅਸਲ ਦੇ ਵਿੱਚ ਤੇ ਆਹ ਰੌਲਾ। ਤੇ ਹੁਣ ਕਹਿੰਦੇ ਆ ਕਿ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਾਇਦ ਉਹ ਜਿਹੜਾ ਬਣਾ ਵਾਲਾ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਆ, ਉਹਦੇ ਵਾਰੰਟ ਕੱਢੇ ਆ ਪਹਿਲਾਂ ਵੀ ਮਹਾਰਾਜ ਇਹਨਾਂ ਦਾ ਪਤਾ ਕਰੋ ਵੀ ਕਿਹੜੇ ਹਿਸਾਬ ਨਾਲ ਮਤਲਬ ਆਖੀ ਜਾਂਦੇ ਵੀ ਪੈਸੇ ਆ ਜਾਣ ਤੇ ਬੱਤੀ ਦਈਏ ਨਾ। ਸੰਧਾਲੀਆ ਸਾਹਿਬ ਇਹ ਬਹੁਤ ਵੱਡਾ ਮੁੱਦਾ ਤਲਵੰਡੀ ਸਾਬੋ ਵਾਲਾ ਜਿਹੜਾ, ਕਿਉਂਕਿ 3 ਪਲਾਂਟਾਂ ਦੇ ਨਾਲ ਸਮਝੌਤੇ ਆ ਨਾ, ਤੇ ਉਹਨਾਂ ਸਮਝੌਤਿਆਂ ਦੇ ਉੱਤੇ ਇਤਰਾਜ਼ ਕੀ ਸੀ? ਇਤਰਾਜ਼ ਸੀ ਕਿ ਸਮਝੌਤੇ ਠੀਕ ਨਹੀਂ ਕੀਤੇ। ਦੂਸਰਾ ਇਤਰਾਜ਼ ਸੀ ਕਿ ਜੇ ਠੀਕ ਨਹੀਂ ਸੀ ਕੀਤੇ 2017 ਦੀ ਚੋਣ ਤੋਂ ਪਹਿਲਾਂ ਤੁਸੀਂ ਕਿਹਾ ਸੀ ਕਿ ਰੱਦ ਕਰਾਂਗੇ, ਰਿਵਿਊ ਕਰਾਂਗੇ, ਤਾਂ ਰੱਦ ਰਿਵਿਊ ਕਿਉਂ ਨਹੀਂ ਕੀਤੇ? ਵਾਈਟ ਪੇਪਰ ਤੁਸੀਂ ਕਹਿੰਦੇ ਸੀ ਜਾਰੀ ਕਰਾਂਗੇ, ਕਿਉਂ ਨਹੀਂ ਕੀਤਾ? ਹੁਣ ਉਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਤਲਵੰਡੀ ਸਾਬੋ ਵਾਲਾ ਬਣਾਵਾਲੀ ਵਾਲਾ ਹੈ, ਉਹਦੇ ਬਾਬਤ ਪਾਵਰਕਾਮ ਨੂੰ ਜਿਹੜੀ ਚਿੱਠੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਹੈ, ਮੈਂ ਕਹਿੰਦਾ ਚਾਹੇ ਵੋਟਾਂ ਹੈ, ਚਾਹੇ ਸਿੱਧੂ ਦਾ ਪ੍ਰੈਸ਼ਰ ਹੈ, ਚਾਹੇ ਕਿਸੇ ਦਾ, ਉਹ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਭਾਈ ਇਹਦਾ 1 ਯੂਨਿਟ ਤਾਂ ਬਹੁਤ ਮਹੀਨੇ ਹੋ ਗਏ ਬੰਦ ਪਿਆ ਜੀ, ਗਰਮੀਆਂ 'ਚ ਲੋਕਾਂ ਨੂੰ ਵੀ ਲੋੜ ਸੀ ਤੇ ਝੋਨੇ ਨੂੰ ਵੀ ਲੋੜ ਸੀ, ਉਦੋਂ ਤੁਸੀਂ ਬਾਕੀ ਸਪਲਾਈ ਵੀ ਬੰਦ ਕਰਤੀ, ਪੈਸੇ ਤੁਸੀਂ ਆਖੀ ਜਾਂਦੇ ਹੋ ਕਿ ਭਾਈ ਪੂਰੇ ਦਿਓ। ਇਸ ਕਰਕੇ ਉਹਨਾਂ ਨੇ ਪਾਵਰਕਾਮ ਨੂੰ ਕਿਹਾ ਕਿ ਭਾਈ ਇਹਨਾਂ ਦੀ ਸਪਲਾਈ ਠੀਕ ਨਹੀਂ ਰਹੀ, ਇਹਨਾਂ ਦੀ ਸਰਵਿਸ ਮਾੜੀ ਹੈ, ਇਸ ਕਰਕੇ ਰਿਵਿਊ ਕਰੋ, ਤੇ ਜੇ ਇਹ ਸੇਵਾਵਾਂ ਠੀਕ ਨਹੀਂ ਦਿੰਦੇ ਤਾਂ ਕਿਉਂ ਨਾ ਤਲਵੰਡੀ ਸਾਬੋ ਵਾਲੇ ਬਣਾਵਾਲੀ ਪਲਾਂਟ ਵਾਲਾ ਆਪਾਂ ਸਮਝੌਤਾ ਰੱਦ ਕਰ ਦਈਏ, ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਉਧਰ ਜਾਂਦਾ। ਸੰਧਾਲੀਆ ਸਾਹਿਬ ਬਹੁਤ ਵਧੀਆ, ਚਾਹੇ ਪੰਜਾਬ ਦੇ ਲੋਕਾਂ ਦੇ ਦਬਾਅ 'ਚ, ਚਾਹੇ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪਏ ਦਬਾਅ 'ਚ, ਕਿਸੇ ਤਰੀਕੇ ਵੀ ਹੈ, ਪਰ ਸਵਾਲ ਪਤਾ ਕੀ ਹੈ? ਸਵਾਲ ਇਹ ਹੈ ਕਿ ਉਹਨਾਂ ਨੇ ਲਿਖ ਦਿੱਤਾ ਕਿ ਬਾਕੀ ਸਮਝੌਤੇ ਵੀ ਰਿਵਿਊ ਕਰੋ ਜੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਾਵਰਕਾਮ ਦੇ ਕੋਲ ਅਧਿਕਾਰ ਹੈਗਾ ਕਿ ਉਹ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਸਮਝੌਤੇ, ਕਿਉਂਕਿ ਕੈਬਨਿਟ ਦੇ ਵਿੱਚ ਹੋਇਆ ਸੀ ਪਾਸ, ਮੰਗ ਤਾਂ ਇਹ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ, ਵਿਧਾਨ ਸਭਾ ਦਾ ਸੈਸ਼ਨ ਸੱਦ ਦੋਗੇ ਤਾਂ ਤੁਰੰਤ ਉਹ ਲਾਗੂ ਹੋ ਜਾਣਗੇ। ਹੁਣ ਪਾਵਰਕਾਮ ਤਾਂ ਇੱਕ ਅਦਾਰਾ, ਹੁਣ ਪਾਵਰਕਾਮ ਅਦਾਰੇ ਦੇ ਵਿੱਚੋਂ ਜੇ ਇਸ ਤਰੀਕੇ ਦੀ ਪ੍ਰਕਿਰਿਆ ਚੱਲੂ, ਉਹ ਪਾਵਰਕਾਮ ਵਾਲੇ ਕੀ ਕਹਿੰਦੇ ਆ, ਮੁੜ ਕੇ ਕੈਪਟਨ ਸਾਹਿਬ ਨੂੰ ਚਿੱਠੀ ਲਿਖ ਦਿੰਦੇ ਆ, ਉਧਰ ਬਿਜਲੀ ਕੰਪਨੀਆਂ ਨੂੰ ਚੇਤਾ ਆ ਗਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਕੈਪਟਨ ਸਾਹਿਬ ਦੇ ਕੰਮ ਕਰਨ ਦਾ ਸਟਾਈਲ ਤਾਂ ਹੋ ਰਿਹਾ, ਉਹਨਾਂ ਦੇ ਕੰਮ ਕਰਨ ਦਾ ਸਟਾਈਲ ਪਿਛਲੀ ਵਾਰ 2002 ਤੋਂ 2007 ਚ ਆਪਾਂ ਦੇਖਿਆ ਕਿ ਚੁੱਪ ਚਪੀਤੇ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਦੇ ਲਈ ਮਤਾ ਲਿਆਉਂਦੇ, ਕਿਸੇ ਨੂੰ ਧੁਸਕ ਵੀ ਨਹੀਂ ਸੀ, ਤੇ ਮਿੰਟਾਂ ਸਕਿੰਟਾਂ 'ਚ ਕੰਮ ਪਾਸ ਹੋ ਜਾਂਦਾ। ਐਤਕੀ ਵੀ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਦੇ ਜਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਠਾ ਕਰਕੇ ਗੰਡਾਸਾ ਮਾਰਦੇ, ਕਿਉਂਕਿ ਸਪਲਾਈ ਤਾਂ ਨਹੀਂ ਹੋਈ, ਤਾਂ ਫੇਰ ਸ਼ਾਇਦ ਵੱਧ ਚੰਗਾ ਸੀ, ਪਰ ਫੇਰ ਵੀ ਕੰਮ ਜੇ ਉਧਰ ਨੂੰ ਸ਼ੁਰੂ ਹੋਇਆ ਤੇ ਇਹਦਾ ਮਤਲਬ ਲੋਕਾਂ ਦਾ ਦਬਾਅ ਕੰਮ ਕਰ ਰਿਹਾ। ਇਹ ਲੋਕਾਂ ਦਾ ਦਬਾਅ ਕੰਮ ਹੀ ਕਰ ਲਿਆ, ਪਰ ਇਹਦੇ 'ਚ ਨਾ ਮੈਨੂੰ 2 ਐਂਗਲ ਜਾਪਦੇ। ਦੇਖੋ, ਪਹਿਲਾ ਐਂਗਲ ਤੇ ਇਹ ਜਾਪਦਾ ਵੀ ਜਿਸ ਹਿਸਾਬ ਨਾਲ ਉਹਨਾਂ ਨੇ ਪਾਵਰਕਾਮ ਨੂੰ ਆਖਿਆ, ਜਦੋਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਉਹਦੇ ਕੋਲ ਅਧਿਕਾਰ ਹੈਗਾ ਕਿ ਨਹੀਂ ਹੈਗਾ, ਇਹ ਜਿਹੜੀ ਮੈਂ ਟਰਮ ਕਈ ਵਾਰ ਯੂਜ਼ ਕਰਦਾ ਨਾ ਟਰਕੋਲੋਜੀ, ਇਹ ਟਰਕੋਲੋਜੀ ਵੀ ਹੋ ਸਕਦੀ ਹੈ ਕਿ ਜਿੱਦਾਂ ਮੰਨ ਲਓ ਵੀ ਇੱਕ ਅਫਸਰ ਨੇ ਕੰਮ ਕਰਨਾ ਤੇ ਉਹ ਆਖੇ ਜੀ ਅੱਛਾ ਕੋਈ ਗੱਲ ਨਹੀਂ ਫਿਰ ਕਰਦੇ ਆ, ਮੈਂ ਡਰਾਈਵਰ ਨੂੰ ਆਖਿਆ ਵੀ ਤੁਸੀਂ ਫਿਰ ਇਹ ਕੰਮ ਦੇਖੋ, ਉਹ ਹੁਣ ਉਹ ਜਿਹੜਾ ਵਿਚਾਰਾ ਥੱਲੇ ਵਾਲਾ ਮੁਲਾਜ਼ਮ ਹੈ ਮੇਰੇ ਵਾਂਗੂ, ਉਹ ਮਹੀਨਾ ਲਾਵੇ, 2 ਮਹੀਨੇ ਲਾਵੇ, 3 ਮਹੀਨੇ ਲਾਵੇ, ਜੇ ਕੋਈ ਫਿਰ ਸਵਾਲ ਪੁੱਛੇ ਉਹ ਕੰਮ ਕਰ ਰਹੇ ਨੇ ਉਹਦੇ ਉੱਤੇ, ਵਰਕਿੰਗ ਔਨ ਇਟ ਹੈਗਾ ਹੈ ਨਾ। ਇਹ ਤੇ ਹੋ ਗਈ ਟਰਕੋਲੋਜੀ ਵੀ ਕੋਈ ਗੱਲ ਨਹੀਂ, ਸਹੀ ਹੈ ਲੱਗੇ ਰਹਿਣ ਦੋ, ਨਾ ਤੇ ਆਪਾਂ ਨੂੰ ਜਵਾਬ ਦੇਣਾ ਪਊ, ਜੇ ਕੋਈ ਪੁੱਛੂ ਤੇ ਆਖੂ ਬੰਦੇ ਲਾਏ ਆ ਜੀ। ਦੂਜੀ ਗੱਲ ਇਹ ਆ ਕਿ ਵੀ ਜੇ ਮੰਨ ਲਓ ਕਿ ਵੀ ਵਾਕਿਆ ਹੀ ਕੈਪਟਨ ਸਾਹਿਬ ਸਿੰਸੀਅਰ ਨੇ ਤੇ ਉਹਨਾਂ ਨੇ ਜੇ ਇਹ ਸਾਰਾ ਕੁਝ ਰਿਵਿਊ ਕਰਨ ਲਈ ਕਹਿਤਾ, ਮੰਨ ਲਓ ਪਾਵਰਕਾਮ ਵਾਲੇ ਜਾਂ ਬਿਜਲੀ ਮਹਿਕਮੇ ਵਾਲੇ ਜਿਹੜੇ ਜੀ ਉਹ ਅਫਸਰ ਕੱਢ ਕੇ ਦੇ ਦੇਣ ਅੰਕੜੇ ਵੀ ਭਾਈ ਸਾਹਿਬ ਆ ਇੱਦਾਂ ਜੀ, ਆ ਇੱਦਾਂ ਜੀ, ਆ ਇੱਦਾਂ ਜੀ, ਇੱਦਾਂ, ਫਿਰ ਜੇ ਮੰਨ ਲਓ ਸਮਝੌਤੇ ਅੱਜ ਤੋਂ ਮਹੀਨੇ ਬਾਅਦ 2 ਮਹੀਨਿਆਂ ਬਾਅਦ ਰੱਦ ਹੋ ਜਾਂਦੇ ਆ, ਫਿਰ ਉਲਟਾ ਰੌਲਾ ਵੀ ਪੈ ਸਕਦਾ ਕਿ ਮਹਾਰਾਜ ਜੇ ਇਹੋ ਕੰਮ ਕਰਨਾ ਸੀ ਤੇ ਵਿਰੋਧੀ ਦੇ 4 ਸਾਲ ਪਹਿਲਾਂ ਦੇ ਰੌਲਾ ਪਾਉਂਦੇ ਸੀ, ਜਿੱਦਣ 17 'ਚ ਤੁਸੀਂ ਸਰਕਾਰ ਬਣਾਈ ਤੁਸੀਂ ਖੁਦ ਕਹਿੰਦੇ ਸੀ, ਤੇ ਜੇ ਇਹ ਕੰਮ ਉਦੋਂ ਕਰ ਲਿਆ ਹੁੰਦਾ ਤੇ 4 ਸਾਲ ਲੋਕਾਂ ਦਾ ਲਹੂ ਨਾ ਪੀਂਦੇ ਘੱਟੋ ਘੱਟ ਬਿਜਲੀ ਵਾਲੇ। ਮੈਨੂੰ ਜਾਖੜ ਸਾਹਿਬ ਚੇਤੇ ਆਏ, ਜਿੱਦਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਸੀ, ਰਾਵਤ ਸਾਹਿਬ ਬੈਠੇ, ਕੈਪਟਨ ਸਾਹਿਬ ਬੈਠੇ, ਸਿੱਧੂ ਸਾਹਿਬ ਬੈਠੇ, ਤੇ ਜਾਖੜ ਸਾਹਿਬ ਕਹਿੰਦੇ ਸੀ ਗੱਲ ਸੁਣ ਲਿਓ, ਮੈਨੂੰ ਨਹੀਂ ਜੇ ਕੋਈ ਮਨਾਉਣ ਆਇਆ। ਉਦੋਂ ਉਹਨਾਂ ਨੇ ਕਿਹਾ ਸੀ ਕੈਪਟਨ ਸਾਹਿਬ ਆਪਾਂ ਨੂੰ ਅਫਸਰਸ਼ਾਹੀ ਖਾ ਗਈ, ਕੈਪਟਨ ਸਾਹਿਬ ਅਫਸਰਾਂ ਨੇ ਆਪਣੀ ਸਰਕਾਰ ਦਾ ਬੇੜਾ ਗਰਕ ਕਰਤਾ, ਕੈਪਟਨ ਸਾਹਿਬ ਅਫਸਰ ਕੰਮ ਨਹੀਂ ਕਰਦੇ, ਸਾਡੀ ਸਰਕਾਰ ਬਦਨਾਮ ਕਰਤੀ ਜੀ। ਹੁਣ ਕੈਪਟਨ ਸਾਹਿਬ ਦੀ ਚਿੱਠੀ ਫਿਰ ਅਫਸਰਾਂ ਨੂੰ ਆ, ਯਾਨੀ ਜਿਸ ਗੱਲ ਦਾ ਸ਼ੰਕਾ
ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ ਸਾਰੀ ਕਾਂਗਰਸ ਪਾਰਟੀ ਇਕੱਠੀ ਸਟੇਜ ਤੋਂ ਕਿਹਾ ਸੀ, ਤੇ ਜਦੋਂ ਬਹੁਤੇ ਪ੍ਰੋਗਰਾਮ ਲਾਈਵ ਚੱਲਦੇ ਸੀ, ਕੀ ਅਫਸਰ ਅੱਜ ਕੈਪਟਨ ਸਾਹਿਬ ਦੇ ਕਹਿਣ ਦੇ ਉੱਤੇ ਫੌਰੀ ਤੌਰ ਤੇ ਐਕਸ਼ਨ ਲੈ ਲੈਣਗੇ? ਜਿਹੜਾ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕੀਤਾ ਸੀ ਐਜ਼ ਏ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੇਖੋ ਗੱਲ ਇਦਾਂ, ਫੌਰੀ ਐਕਸ਼ਨ ਲਓ। ਪਰ ਕੈਪਟਨ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਆ ਪਾਵਰਕਾਮ ਨੂੰ, ਕੀ ਉਹਦੇ ਵਿੱਚ ਦਿਨ ਦਿੱਤੇ ਆ, ਮਹੀਨੇ ਦਿੱਤੇ, ਹਫ਼ਤੇ ਦਿੱਤੇ, ਕਿ ਕੁਝ ਘੰਟੇ ਦਿੱਤੇ ਕਿ ਇੰਨੇ ਘੰਟਿਆਂ 'ਚ ਕਾਰਵਾਈ ਕਰੋ? ਮੈਨੂੰ ਇੱਕ ਤੌਖਲਾ ਹੋਰ ਹੈ। ਇੱਕ ਤਾਂ ਬਿਜਲੀ ਕੰਪਨੀਆਂ ਜਿਹੜੇ ਥਰਮਲ ਵਾਲੇ ਆ, ਹੋ ਸਕਦਾ ਹੈ ਕਿ ਉਹ ਅਦਾਲਤ ਚਲੇ ਜਾਣ, ਪਰ ਜਾਣਗੇ ਉਹ ਅੱਗੇ ਪਊਗਾ ਕੰਮ। ਪਰ ਉਹਦੇ ਤੋਂ ਬਾਅਦ ਜਿਹੜਾ ਅਗਲਾ ਮਸਲਾ ਸੰਧਾਵਾਲੀਆ ਸਾਹਿਬ, ਰੌਲਾ ਇਹ ਨਹੀਂ ਕਿ ਅੱਜ, ਕਿਉਂਕਿ ਜਿਹੜਾ ਆਧਾਰ ਬਣਾਇਆ ਮੁੱਖ ਮੰਤਰੀ ਸਾਹਿਬ ਨੇ, ਉਹ ਬਣਾਇਆ ਕਿ ਇਹਨਾਂ ਗਰਮੀਆਂ ਦੇ ਵਿੱਚ ਉਹਨਾਂ ਨੇ ਠੀਕ ਸਪਲਾਈ ਨਹੀਂ ਕੀਤੀ। ਉਹਦੇ ਵਿੱਚ ਕੀਮਤ ਦਾ ਮੁੱਦਾ ਨਹੀਂ ਹੈ, ਉਹਦੇ ਵਿੱਚ ਬਿਜਲੀ ਸਮਝੌਤੇ ਕਰਨ ਵੇਲੇ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਗਈਆਂ ਉਹ ਗਲਤ ਰੱਖੀਆਂ ਗਈਆਂ ਜਾਂ ਠੀਕ ਰੱਖੀਆਂ ਗਈਆਂ, ਉਹਨੂੰ ਬੇਸ ਨਹੀਂ ਬਣਾਇਆ ਗਿਆ। ਉਹ ਬੇਸ ਐਤਕੀ ਦੀ ਸਪਲਾਈ ਨੂੰ ਬਣਾਇਆ ਗਿਆ, ਜਦਕਿ ਬੇਸ ਉਹ ਹੈ ਹੀ ਨਹੀਂ। 2008-9 ਚ ਸਮਝੌਤੇ ਹੈ। ਮੰਨ ਲਓ ਕਿ ਪਿਛਲੇ 10 ਸਾਲਾਂ ਤੋਂ ਸਪਲਾਈ ਮਿਲ ਰਹੀ ਹੈ। ਜੇ 10 ਸਾਲਾਂ ਤੋਂ ਜਿਹੜਾ ਮੁੱਦਾ ਸੀ ਕਿ ਸਸਤੀ ਬਿਜਲੀ ਮਿਲਦੀ ਹੈ, ਮਹਿੰਗੀ ਕਿਉਂ ਲਈ ਗਈ? ਪੰਜਾਬ ਦੇ ਲੋਕ ਵਾਈਟ ਪੇਪਰ ਇਸ ਕਰਕੇ ਚਾਹੁੰਦੇ ਸੀ, ਸਮਝੌਤਿਆਂ ਦਾ ਰਿਵਿਊ ਇਸ ਕਰਕੇ ਚਾਹੁੰਦੇ ਸੀ ਕਿ ਜਿਹੜਾ ਉਹਨਾਂ ਦਾ ਅਰਬਾਂ ਰੁਪਈਆ ਮਹਿੰਗੀ ਬਿਜਲੀ ਹੋਣ ਕਰਕੇ ਵੱਧ ਬਿੱਲ ਦੇਣ ਦੇ ਰੂਪ 'ਚ ਚਲਾ ਗਿਆ, ਅਸਲ ਦੇ ਵਿੱਚ ਉਹਦਾ ਜ਼ਿੰਮੇਵਾਰ ਕੌਣ ਹੈ ਪਤਾ ਤਾਂ ਲੱਗੇ। ਮੈਨੂੰ ਇਹ ਲੱਗਦਾ ਕਿ ਜਿਹੜਾ ਆਧਾਰ ਬਣਾਇਆ ਗਿਆ ਕਿ ਬਿਜਲੀ ਸਪਲਾਈ ਨਹੀਂ ਕਰ ਸਕੇ, ਉਹ ਮਸਲਾ ਤੇ ਇਹ ਹੈ ਕਿ ਟਰਮਸ ਐਂਡ ਕੰਡੀਸ਼ਨਸ ਇਹ ਸੀ ਜਦੋਂ ਸਮਝੌਤਾ ਕੀਤਾ ਕਿ ਤੁਸੀਂ ਬਿਜਲੀ ਦਿਓ ਨਾ ਦਿਓ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਹਰ ਸਾਲ ਇੰਨੀ ਬਿਜਲੀ ਮਹਿੰਗੀ ਕਰੀ ਜਾਓ, ਤੁਹਾਨੂੰ ਤੁਸੀਂ ਬਿਜਲੀ ਬਣਾ ਲਈ, ਅਸੀਂ ਲਈ ਨਹੀਂ ਲਈ, ਪੈਸਿਆਂ ਦਾ ਢੇਰ ਅਸੀਂ ਤੁਹਾਨੂੰ ਦਿਆਂਗੇ। ਜਾਣੀ ਤੁਸੀਂ ਬਿਜਲੀ ਖਰਾਬ ਹੋ ਗਿਆ, ਪਲਾਂਟ ਤੁਹਾਡਾ ਬੰਦ ਹੈ, ਯੂਨਿਟ ਬੰਦ ਹੈ, ਕੋਈ ਗੱਲ ਨਹੀਂ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਕਿ ਦਰਬਾਰ ਸਾਹਿਬ ਦੇ ਕੋਲੇ ਅੰਮ੍ਰਿਤਸਰ ਦੇ ਵਿੱਚ ਹੋਟਲ ਬਣੇ, 2 ਨੰਬਰ 'ਚ ਬਣੇ, ਪ੍ਰਵਾਨ ਕਰ ਲੈ। ਨਜਾਇਜ਼ ਕਲੋਨੀਆਂ ਬਣੀਆਂ, ਸਹੂਲਤ ਕੋਈ ਮਿਲੀ ਕਿ ਨਹੀਂ ਮਿਲੀ, ਪ੍ਰਵਾਨ ਕਰ ਲਈ। ਉਹਨਾਂ ਅਫਸਰਾਂ ਨੂੰ, ਉਹਨਾਂ ਮੰਤਰੀਆਂ ਨੂੰ ਸਜ਼ਾਵਾਂ ਮਿਲੀਆਂ ਹੀ ਨਾ ਜਿਹੜੇ ਉਸ ਵੇਲੇ ਤਨਖਾਹਾਂ ਲੈਂਦੇ ਸੀ, ਜ਼ਿੰਮੇਵਾਰ ਸੀ। ਅੱਜ ਤੱਕ ਇੱਕ ਵੀ ਅਫਸਰ, ਇੱਕ ਵੀ ਮੰਤਰੀ ਵੱਲ ਕਿਸੇ ਨੇ ਉਂਗਲੀ ਕੀਤੀ ਕਿ ਤੂੰ ਜਦੋਂ ਇਹ ਹੋਟਲ ਬਣੇ, ਜਦੋਂ ਇਹ ਕਲੋਨੀਆਂ ਨਜਾਇਜ਼ ਬਣੀਆਂ, ਭਾਈ ਤਨਖਾਹ ਲੈਂਦਾ ਸੀ, ਤੇਰੀ ਜ਼ਿੰਮੇਵਾਰੀ ਸੀ, ਚੱਲ ਵਾਪਸ ਕਰ ਤਨਖਾਹ, ਤੂੰ ਕੰਮ ਨਹੀਂ ਕੀਤਾ, ਚੱਲ ਵਾਪਸ ਕਰ ਆ ਸਾਰਾ ਕੁਝ ਤੇ ਤੈਨੂੰ ਸਜ਼ਾ ਮਿਲਣੀ ਆ। ਇਦਾਂ ਹੀ ਪੰਜਾਬ ਦੇ ਲੋਕਾਂ ਨੇ ਬਿਜਲੀ ਦੇ ਬਿੱਲ ਦਿੱਤੇ, ਲੋਕਾਂ ਨੇ ਸੁਸਾਈਡ ਕੀਤੇ, ਲੋਕਾਂ ਦੇ ਘਰਾਂ ਦੇ ਅੱਧੇ ਕੰਮ ਰੁਕ ਗਏ। ਆ ਜਿਹੜਾ ਪਿਛਲੇ ਦਿਨ ਹੀ ਜਲੰਧਰ ਦੇ ਨੇੜੇ ਤੱਲਣ ਪਿੰਡ ਦੇ ਵਿੱਚ 2 ਅੰਗਹੀਣ ਸੀਗੇ ਨਾ ਜੋੜਾ, ਉਹਨਾਂ ਦੀ ਬਿਜਲੀ ਦਾ ਕਨੈਕਸ਼ਨ ਕੱਟ ਹੋ ਗਿਆ ਜੀ, ਮਹਿੰਗਾ। ਆ 2 ਦਿਨ ਪਹਿਲਾਂ ਇੱਕ ਡਰਾਈਵਰ ਅਫਸਰ ਦੇ ਕੋਲੇ ਪਹੁੰਚ ਗਿਆ, ਉਹ ਕਹਿੰਦੇ ਜੀ 2.5 ਲੱਖ ਬਿੱਲ ਆ ਗਿਆ, ਮੈਂ ਮਰਨ ਚੱਲੇ ਆਂ, ਘਰੇ 2 ਪੱਖੇ ਆ, 2 ਬਲਬ, 2.5 ਲੱਖ ਰੁਪਈਆ ਕਾਹਦਾ? ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਰਿਵਿਊ ਕਰਾਉਣਾ, ਘਬਰਾ ਨਾ। ਜਾਣੀ ਐਦਾਂ ਲੋਕ ਕਿੰਨੇ ਸੰਤਾਪ ਚੋਂ ਨਿਕਲੇ ਆ, ਮਾਨਸਿਕ ਤੌਰ ਦੇ ਉੱਤੇ ਲੋਕ ਕਿੰਨੇ ਪਰੇਸ਼ਾਨ ਹੋਏ ਆ। ਇਹ ਸਿਰਫ ਇਹ ਮੁੱਦਾ ਨਹੀਂ ਕਿ ਐਤਕੀ ਸਪਲਾਈ ਘੱਟ ਮਿਲੀ ਹੈ, ਮੁੱਦਾ ਇਹ ਹੈ ਕਿ ਸਮਝੌਤੇ ਜਦੋਂ ਕੀਤੇ ਗਏ, ਕੀ ਠੀਕ ਕੀਤੇ ਗਏ? ਤੁਸੀਂ 4.5 ਸਾਲ ਉਹਨਾਂ ਸਮਝੌਤਿਆਂ ਨੂੰ ਚਾਲੂ ਰੱਖਿਆ, ਕੀ ਉਹ ਠੀਕ ਚਾਲੂ ਰੱਖਿਆ? ਕੀ ਸਿਰਫ ਤੇ ਸਿਰਫ ਇਹੀ ਆਧਾਰ ਹੈ, ਜਾਂ ਬਾਕੀ ਸੂਬਿਆਂ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ ਤੇ ਆਪਣੀਆਂ ਸਮਝੌਤਿਆਂ ਦੇ ਵਿੱਚ ਕੋਈ ਫਰਕ ਹੈ? ਇਹ ਫਰਕ ਹੈਗਾ। ਇਹ ਗੱਲਾਂ ਤੁਹਾਡੀਆਂ ਠੀਕ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ, ਪਰ ਮੈਨੂੰ ਇਹਦੇ 'ਚ ਇੱਕ ਗੱਲ ਹੋਰ ਵੀ ਲੱਗਦੀ, ਹੋ ਸਕਦਾ ਹੋਵੇ, ਮੈਂ ਨਹੀਂ ਕਹਿੰਦਾ ਇਦਾਂ ਆਪਣਾ, ਕਿਉਂਕਿ ਪੰਜਾਬ 'ਚ ਕੰਮ ਕਰਨ ਦਾ ਢੰਗ ਤਰੀਕਾ ਸਰਕਾਰਾਂ ਦਾ, ਮਹਿਕਮਿਆਂ ਦਾ ਕੁਝ ਹੋਰ ਵੀ ਹੈ। ਉਹ ਢੰਗ ਤਰੀਕਾ ਇਹ ਆ ਵੀ ਜੇ ਮੰਨ ਲਓ ਵੀ ਕਿਸੇ ਨਾਲ ਲਾਗ ਡਾਟ ਆ ਜੀ, ਇਹ ਕਟਾਉਣਾ ਯਾਰ ਠਾਣੇ, ਕਰੀਏ ਕੀ, ਕਰਨਾ ਕੀ ਆ? ਵੀ ਅਗਲਾ ਕੋਈ ਕਸੂਰ ਕਰਦਾ ਨਹੀਂ ਆ ਤੇ ਕਹਿੰਦਾ ਫਿਰ ਇਹਦੇ ਨਾਲ ਕੁਛ ਨਾ ਕੁਛ ਤੇ ਕਰੀਏ। ਕਹਿੰਦਾ ਕਰਨਾ ਕੀ, ਬੰਦਾ ਆਪਣਾ ਖੜੋ, ਉਹਨੂੰ ਆਣਾ ਵੀ ਤੂੰ ਮੋਢਾ ਮਾਰ ਕੇ ਲੰਘਣਾ, ਉਹਨੇ ਕਹਿਣਾ ਓਏ ਤੂੰ ਕਿੱਦਾਂ ਬੋਲਿਆ, ਓਏ ਤੂੰ ਕਿੱਦਾਂ ਬੋਲਿਆ, ਇਹਨੇ ਨਾਲ ਦੇਣਾ ਹੈ ਨਾ। ਦੂਜਾ ਤਰੀਕਾ ਇਹ ਆ ਵੀ ਜੇ ਮੰਨ ਲਓ ਅਗਲਾ ਨਹੀਂ ਕਿਸੇ ਪਾਸੇ ਫਿੱਟ ਬਹਿ ਰਿਹਾ ਤੇ ਟੁੱਟਾ ਜਿਹਾ ਸਾਈਕਲ ਕਿਸੇ ਪਾਸੇ ਹੋਰ ਥਾਂ ਤੋਂ ਚੁੱਕਣਾ, ਕੰਧ ਉਹਨਾਂ ਦੀ ਨਾਲ ਖੜਾ ਕਰ ਦੇਣਾ ਤੇ ਮੁੜ ਕੇ ਆਣ ਕੇ 2 ਪੁਲਿਸ ਵਾਲਿਆਂ ਨੇ ਆਖਣਾ ਵੀ ਹਾਂ ਬਈ ਆਹ ਸਾਈਕਲ ਕਿੱਥੋਂ ਲਿਆ, ਚੁੱਕ ਆਇਆ, ਮੈਨੂੰ ਤੇ ਪਤਾ ਨਹੀਂ, ਪਤਾ ਕਿਉਂ ਨਹੀਂ, ਤੇਰੇ ਬੂਹੇ ਨਾਲ ਖਲੋਤਾ, ਇਹ 3 ਦਿਨ ਹੋ ਗਏ ਲੱਭਣ ਨੇ, ਸ਼ਿਕਾਇਤ ਆਈ ਆ ਵੀ ਸਾਈਕਲ ਚੋਰੀ ਕੀਤਾ। ਸੋ ਹੋ ਸਕਦਾ ਵੀ ਜੇ ਅਜੇ ਉਹਨਾਂ ਨੇ ਸਿਰਫ ਆਧਾਰ ਇਹੋ ਹੀ ਬਣਾਇਆ ਕਿ ਜਦੋਂ ਤੁਹਾਨੂੰ ਪਤਾ ਵੀ ਖੇਤੀ ਸਾਡਾ ਆਧਾਰ ਆ, ਪੀਕ ਸੀਜ਼ਨ ਚੱਲਦਾ ਪਿਆ, ਤੁਸੀਂ ਉਦੋਂ ਬਿਜਲੀ ਨਹੀਂ ਸਪਲਾਈ ਕਰ ਸਕੇ, ਆਓ ਜੀ ਜਵਾਬ ਦਿਓ। ਉਹ ਢਾਉਣ ਦਾ ਇੱਕ ਤਰੀਕਾ ਹੋ ਸਕਦਾ ਵੀ ਕੰਧ ਨਾਲ ਸਾਈਕਲ ਖੜਾ ਕਰਕੇ ਬੰਦਾ ਇੱਕ ਨਾ ਸਦੀਏ ਸਹੀ, ਬਾਕੀ ਮਨਾ ਆਪਾਂ ਆਪੇ ਲਵਾਂਗੇ। ਇਹ ਹੁਣ ਮੇਰਾ ਖਿਆਲ ਜੇ ਗੱਲ ਤੁਰ ਪਈ ਆ ਤੇ ਇਹਨੂੰ ਵਕਤ ਦੇਣਾ ਪਊਗਾ ਵੀ ਇਹ ਕਿਹੜੇ ਪਾਸੇ ਜਾਂਦੀ। ਪਰ ਇੰਨਾ ਜ਼ਰੂਰ ਹੈ ਵੀ ਇਹਦੇ 'ਚ ਪ੍ਰੈਸ਼ਰ ਸਾਰੀ ਤਰ੍ਹਾਂ ਦਾ, ਭਾਵੇਂ ਉਹ ਸਿਆਸੀ ਆ, ਭਾਵੇਂ ਲੋਕਾਂ ਦਾ,
ਭਾਵੇਂ ਨਵੇਂ ਬਣੇ ਪ੍ਰਧਾਨ ਸਾਹਿਬ ਦਾ, ਵੈਸੇ ਪ੍ਰਧਾਨ ਸਾਹਿਬ ਦਿੱਲੀ ਵੀ ਗਏ ਕਹਿੰਦੇ। ਹਾਂ ਲੀਡਰ ਸਾਹਿਬ ਤੁਸੀਂ ਵੈਸੇ ਮੇਰੇ ਨਾਲ ਅੱਜ ਸਹਿਮਤ ਹੋਏ ਹੋ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਵਕਤ ਦੇਣਾ ਪਊਗਾ। ਆਪਾਂ ਤਾਂ ਮੇਰੇ ਤੇ ਬਹੁਤਾ ਯਕੀਨ ਨਹੀਂ ਕਰਨਾ, ਹੁਣੇ ਪਲਟ ਵੀ ਸਕਦੇ। ਉਹ ਤਾਂ ਆਪਾਂ ਵੀ ਉਹਦੇ ਨਾਲ ਸਹਿਮਤ ਹੋ ਜਾਾਂਗੇ। ਚਲੋ ਤੁਹਾਡਾ ਤਾਂ ਟਿਕਟ ਦਾ ਮਸਲਾ ਨਾ, ਤੁਹਾਨੂੰ ਕੱਲ ਨੂੰ ਹਲਕਾ ਇੰਚਾਰਜ ਕਿਸੇ ਨੇ ਲਾਤਾ, ਤੁਸੀਂ ਦੂਜੇ ਪਾਸੇ ਤੁਰ ਪੈਣਾ। ਆਹ ਇਹ ਤਾਂ ਹੈ। ਸੰਧਾਲੀਆ ਸਾਹਿਬ ਦੇਖੋ, ਮੈਂ ਹਲਕਾ ਇੰਚਾਰਜ ਲੱਗਣਾ ਨਹੀਂ ਅਸੀਂ ਤੁਹਾਨੂੰ ਹਲਕਾ ਤੁਸੀਂ ਲੱਗ ਸਕਦੇ ਹੋ, ਮੈਂ ਥੋੜਾ ਭਾਰਾ ਇੰਚਾਰਜ ਲੱਗਣਾ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ ਕਿ ਸਮਾਂ ਦੇਣਾ ਪਊਗਾ, ਪਰ ਮੈਨੂੰ ਇੱਕ ਪੱਖ ਇਹਦੇ ਵਿੱਚ ਹੋਰ ਲੱਗਦਾ। ਉਹ ਪੱਖ ਇਹ ਹੈ ਕਿ ਬਿਜਲੀ ਸਮਝੌਤੇ ਕੀਤੇ ਗਏ, ਆਪਾਂ ਨੂੰ ਸਾਲ ਵੀ ਪਤਾ, ਜਿਨ੍ਹਾਂ ਨੇ ਕੀਤੇ ਉਹ ਵੀ ਬੰਦੇ ਇੱਥੇ ਆ, ਜਿਨ੍ਹਾਂ ਦੇ ਨਾਲ ਕੀਤੇ ਉਹ ਵੀ ਬੰਦੇ ਇੱਥੇ ਆ। ਸਪਲਾਈ ਸਾਰੀ ਸਾਡੇ ਸਾਹਮਣੇ ਆਈ ਆ ਤੇ ਬਿਜਲੀ ਸਮਝੌਤੇ ਦੀ ਲਿਖਤ ਸਰਕਾਰ ਦੇ ਕੋਲ ਹੈ। ਜਿਹੜਾ ਕਹਿੰਦੇ ਆ ਕਿ ਫਾਰਮੈਟ ਕੇਂਦਰ ਸਰਕਾਰ ਨੇ ਦਿੱਤਾ ਸੀ ਉਹ ਸਰਕਾਰ ਦੇ ਕੋਲ ਹੈ। ਉਸੇ ਫਾਰਮੈਟ ਦੇ ਆਧਾਰ ਤੇ, ਉਸੇ ਲਿਖਤ ਦੇ ਆਧਾਰ ਦੇ ਉੱਤੇ ਬਾਕੀ ਸੂਬਿਆਂ ਨੇ ਸਮਝੌਤੇ ਕੀਤੇ, ਉਹ ਵੀ ਸਰਕਾਰ ਦੇ ਕੋਲ ਹੈ। ਜਾਣੀ ਇਸ ਸਾਰੇ ਮਸਲੇ ਦੀ ਕੋਈ ਜਾਂਚ ਜਿਹੜੀ ਆ ਨਾ, ਬਾਹਰੋਂ ਕਰਾਉਣ ਦੀ ਲੋੜ ਨਹੀਂ, CBI ਤੋਂ ਕਰਾਉਣ ਦੀ ਲੋੜ ਨਹੀਂ, ED ਤੋਂ ਕਰਾਉਣ ਦੀ ਲੋੜ ਨਹੀਂ, ਕੋਈ ਕਾਗਜ਼ ਪੱਤਰ ਲੈਣ ਕਿਤੇ ਜਾਣਾ ਹੀ ਨਹੀਂ। ਸਾਰਾ ਪਬਲਿਕ ਡੋਮੇਨ 'ਚ ਪਿਆ, ਬਿਲਕੁਲ ਸਹੀ, ਸਾਰਾ ਸਰਕਾਰ ਦੇ ਕੋਲ ਪਿਆ। ਕਈ ਵਾਰੀ ਹੁੰਦਾ ਨਾ ਕਿ ਰਾਤੋਂ ਰਾਤ ਪਾਈ ਇਹਦੀ ਟਿਕਟ ਕੱਟ ਕੇ ਇਹਨੂੰ ਦੇਣੀ ਆ, ਉੱਥੇ ਕੰਮ ਹੋ ਜੂ, ਬਗਾਵਤ ਹੋ ਜੂ, ਇਹਨੂੰ ਡਿਪਟੀ ਮੁੱਖ ਮੰਤਰੀ ਲਾ ਦਿਓ, ਉਹਨੂੰ ਪਾਰਟੀ ਦਾ ਪ੍ਰਧਾਨ ਲਾ ਦਿਓ, 4 ਕਾਰਜਕਾਰੀ ਪ੍ਰਧਾਨ ਲਾ ਦਿਓ, ਮਿੰਟਾਂ 'ਚ ਫੈਸਲੇ ਹੁੰਦੇ ਆ ਨਾ। ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਅਲਜਬਰੇ ਦਾ ਸਵਾਲ ਹੈ। ਜਾਂ ਇਹ ਹੋ ਸਕਦਾ ਜਾਂ ਇਹ ਨਹੀਂ ਹੋ ਸਕਦਾ। ਜੇ ਨਹੀਂ ਹੋ ਸਕਦਾ, ਸੰਕਟ ਕੀ ਪੈਦਾ ਹੋਊਗਾ। ਜੇ ਹੋ ਸਕਦਾ, ਕੀਤਾ ਕਿਉਂ ਨਹੀਂ। ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਦਿੱਲੀ ਗਿਆ, ਤੁਸੀਂ ਉਹਨਾਂ ਦੀ ਕੀਤੀ, ਦਿੱਲੀ ਵਾਲਾ ਕੰਮ ਤੁਸੀਂ ਕਰਨਾ, ਪਰ ਇਹ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਧਾਨ ਬਣਨ ਤੋਂ ਬਾਅਦ ਪਹਿਲਾ ਸੰਕਟ ਹੈ। ਉਹ ਕਹਿੰਦੇ ਸੀ ਨਾ ਫੌਰੀ ਤੌਰ ਤੇ ਕਾਰਵਾਈ ਕਰੋ। ਉਹਨਾਂ ਨੇ ਕਿਹਾ ਸੀ ਕਿ ਆਪਣਾ ਵਿਧਾਨ ਸਭਾ ਦਾ ਸੈਸ਼ਨ ਸੱਦੋ, ਤੇ ਕੈਪਟਨ ਸਾਹਿਬ ਕੱਲ ਨੂੰ ਜੇ ਉਹ ਪੁੱਛਣਗੇ ਕਿ ਭਾਈ ਕੁਝ ਕੀਤਾ ਕਿ ਨਹੀਂ ਕੀਤਾ, ਉਹ ਕਹਿਣਗੇ ਮੈਂ ਪਾਵਰਕਾਮ ਨੂੰ ਚਿੱਠੀ ਲਿਖੀ ਹੈ। ਇਹ ਪਾਵਰਕਾਮ ਦੇ ਅਧਿਕਾਰ ਖੇਤਰ 'ਚ ਹੈ। ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਵਰਕਾਮ ਨੂੰ ਲਿਖੀ ਹੋਈ ਚਿੱਠੀ ਉਹਦੇ ਨਾਲ ਹੀ ਸਹਿਮਤ ਹੋ ਜਾਣਗੇ, ਜਾਂ ਫਿਰ ਉਹ ਕਹਿਣਗੇ ਕਿ ਭਾਈ ਮੈਂ ਨਹੀਂ ਸਹਿਮਤ, ਕੈਪਟਨ ਸਾਹਿਬ ਤੁਹਾਨੂੰ ਕੈਬਨਿਟ ਦੀ ਮੀਟਿੰਗ ਸੱਦ ਕੇ ਉਹਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੁਰੰਤ ਇਹਨਾਂ ਦੀ ਪੜਤਾਲ ਕਰਾਉਣੀ ਪਊ, ਰੱਦ ਕਰਾਉਣਾ ਪਊ, ਨਹੀਂ ਤਾਂ ਕੰਮ ਔਖਾ। ਕੈਪਟਨ ਸਾਹਿਬ ਨੇ ਠੀਕ ਆਪਣੇ ਵੱਲੋਂ ਗੇਂਦ ਸੁੱਟੀ ਹੈ, ਪਰ ਨਵਜੋਤ ਸਿੰਘ ਸਿੱਧੂ ਜੇ ਇੱਕ ਦਿਨ ਵੀ ਇਸ ਮੁੱਦੇ ਤੋਂ ਥਿੜਕੇ ਤਾਂ ਪੰਜਾਬ ਦੇ ਲੋਕ ਵੀ ਹੋਰ ਤਰੀਕੇ ਦੇਖਣਗੇ, ਤਾਂ ਕੈਪਟਨ ਸਾਹਿਬ ਨੂੰ ਵੀ ਲੱਗੂ। ਕਿਉਂਕਿ ਤੁਹਾਨੂੰ ਯਾਦ ਹੋਣਾ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀ, ਇੱਕ ਆਫੀਸਰ ਲਿਆਂਦਾ ਸੀ ਵਿਸ਼ੇਸ਼ ਤੌਰ ਤੇ STF ਦਾ ਮੁਖੀ ਬਣਾਉਣ ਦੇ ਲਈ, ਕਿਹਾ ਸੀ ਸਿੱਧਾ ਮੈਨੂੰ ਰਿਪੋਰਟ ਕਰਨਾ ਹੈ। ਪੰਜਾਬ ਦੇ ਲੋਕਾਂ ਨੂੰ ਆਸ ਬੜੀ ਪੈਦਾ ਹੋਈ ਸੀ ਕਿ ਭਾਈ ਕੰਮ ਫਿਨਿਸ਼ ਹੋ ਜੂ, ਸਹੀ ਹੋ ਜੂ। ਤੁਹਾਨੂੰ ਯਾਦ ਹੋਣਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਏ ਸੀ, ਉਦੋਂ ਉਹਨਾਂ ਨੇ ਕਿਹਾ ਸੀ ਕਿ ਜੋ ਪਿੱਛੇ ਸਮੇਂ 'ਚ ਮਾੜਾ ਹੋ ਗਿਆ, ਪੰਜਾਬ ਦੇ ਲੋਕੋ ਸਾਰਾ ਕੁਝ ਦਰੁਸਤ ਹੋਊਗਾ, ਘਰ ਘਰ ਨੌਕਰੀ ਮਿਲੂ। ਕਿੰਨਿਆਂ ਕੁ ਨੂੰ ਨੌਕਰੀਆਂ ਮਿਲੀਆਂ ਸੀ। ਬੇਅਦਬੀ ਕਾਂਡ ਦੀ ਜਾਂਚ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ, ਰਿਪੋਰਟ ਆ ਗਈ, ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਪਹਿਲੀ ਵਾਰੀ ਲਾਈਵ ਚੱਲੀ। ਪੰਜਾਬ ਦੇ ਲੋਕਾਂ ਪੱਟਾਂ ਦੇ ਥਾਪੀਆਂ ਮਾਰੀਆਂ ਕਿ ਆਹ ਤਾਂ ਹੋਈ ਨਾ ਗੱਲ। ਕੰਮ ਕੀ ਹੋਇਆ ਮੁੜ ਕੇ? ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਟੀਮ ਦਾ ਮੁਖੀ ਬਣਾਤਾ ਜਾਂ ਮੈਂਬਰ ਬਣਾਤਾ। ਲੱਗਦਾ ਸੀ ਕਿ ਕੰਮ ਨੇਪਰੇ ਚੜ ਗਿਆ, ਜਾ ਕੇ ਹਾਈ ਕੋਰਟ ਦੇ ਵਿੱਚੋਂ ਸਾਰਾ ਕੁਝ ਹੀ ਰੱਦ ਹੋ ਗਿਆ। ਜਾਣੀ ਅੱਜ ਵੀ ਜੇ ਪਾਵਰਕਾਮ ਦੀ ਚਿੱਠੀ ਨੂੰ ਲੋਕ ਭਰੋਸੇ 'ਚ ਲੈਣ ਨਾ ਲੈਣ, ਇਹ ਬਹੁਤ ਵੱਡਾ ਸਵਾਲ ਹੈ। ਇਹ ਬਿਲਕੁਲ ਸਵਾਲ ਹੈ। ਇਹ ਤਾਂ ਕਹਿ ਲਓ ਕਿ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਮੈਂ ਅੱਗੇ ਕਿਹਾ ਕਿ ਵੀ ਚੰਦ ਦਿਨ ਲੱਗਣਗੇ ਪਤਾ ਕਰਦੇ ਆ ਜੀ ਵੀ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਕਿਹੜੇ ਪਾਸੇ ਨੂੰ ਮੁੜਦੀ ਆ, ਵੀ ਕੈਪਟਨ ਸਾਹਿਬ ਸੁਹਿਰਦ ਨੇ ਜਾਂ ਫਿਰ ਉਹਨਾਂ ਨੇ ਥੋੜੇ ਜਿਹੇ ਦਿਨ ਕੰਮ ਹੋਰ ਟਰਕਾਇਆ। ਸਿੱਧੂ ਸਾਹਿਬ ਦੀ ਮੈਂ ਗੱਲ ਕਰਨ ਲੱਗਿਆ ਸੀ ਵੀ ਦੇਖੋ ਹੁਣ ਦਿੱਲੀ ਗਏ ਆ, ਹੁਣ ਦਿੱਲੀ ਮੁਲਾਕਾਤ ਜਦੋਂ ਹਾਈ ਕਮਾਨ ਨਾਲ ਹੋਣੀ ਆ ਬਾਟ ਸਾਹਿਬ, ਇਹ ਤਾਂ ਨਹੀਂ ਗਾ ਵੀ ਉੱਥੇ ਹਾਲ ਪੁੱਛਣ ਜਾਂ ਸੋਨੀਆ ਜੀ ਨੂੰ ਪੁੱਛਣ ਵੀ ਹੁਣ ਸਿਹਤ ਠੀਕ ਰਹਿੰਦੀ ਹੈ, ਦਵਾਈ ਖਾਣੇ ਹੋ 3 ਟਾਈਮ ਕਿ ਹੁਣ 2 ਟਾਈਮ ਕਰਤੀ ਡਾਕਟਰ ਨੇ, ਜਾਂ ਰਾਹੁਲ ਗਾਂਧੀ ਸਾਹਿਬ ਨੂੰ ਪੁੱਛਣ ਵੀ ਗਾਂਧੀ ਸਾਹਿਬ ਹੁਣ ਫਿਰ ਕਿੱਥੇ ਪ੍ਰੋਗਰਾਮ ਬਣਾਇਆ, ਕਿਹੜੀ ਜਗ੍ਹਾ ਹੌਲੀਡੇ ਤੇ ਜਾਣਾ, ਜਾਂ ਹੋ ਸਕਦਾ ਵੀ ਮਤਲਬ ਭੈਣ ਜੀ ਉਹਨਾਂ ਨੂੰ ਪੁੱਛ ਲੈਣਾ ਵੀ ਕਿੱਦਾਂ ਹੁਣ ਕਾਕੇ ਦਾ, ਨਹੀਂ ਕਾਕਾ ਨਹੀਂ ਪ੍ਰਾਹੁਣਾ ਕਿੱਦਾਂ ਹੁਣ, ਉਹ ਕੇਸ ਕੂਸ ਦੀ ਤਰੀਕ ਘਟੀ ਕਿ ਨਹੀਂ ਘਟੀ, ਆਹ ਗੱਲਾਂ ਥੋੜਾ ਕਰਨ ਜਾਣਾ। ਇਹਦਾ ਮਤਲਬ ਇਹ ਹੈ ਵੀ ਜੇ ਉਹ ਦਿੱਲੀ ਜਾਣਗੇ, ਇਹ ਤਾਂ ਗੱਲ ਕਲੀਅਰ ਹੈ ਵੀ ਉਹ ਪਿਛਲੇ ਸਮੇਂ 'ਚ ਉਹਨਾਂ ਨੇ ਹਰੇਕ MLA ਨਾਲ, ਹਰੇਕ ਮੰਤਰੀ ਨਾਲ, ਭਾਵੇਂ ਉਹ ਜਿਹੜੇ ਮਰਜ਼ੀ ਧੜੇ ਦਾ ਸੀ ਗੱਲ ਕੀਤੀ, ਕਿਸੇ ਦੇ ਘਰ ਜਾ ਕੇ ਕੀਤੀ, ਕਿਸੇ ਨੂੰ ਘਰ ਸੱਦ ਕੇ ਕੀਤੀ, ਉਹ ਜਿੰਨੀ ਫੀਡਬੈਕ ਆ ਉਹ ਦੇਣਗੇ ਉੱਪਰ। ਦੂਜੀ ਗੱਲ ਇਹ ਵੀ ਹੋ ਸਕਦਾ ਹੈ ਕਿ ਵੀ ਇਹ ਸਾਰੇ ਕੁਛ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ, ਹੁਣ ਫਿਰ ਕਰਦੇ ਹਾਂ ਵੀ ਇੱਕ ਜਿਹੜਾ ਕਿਰਦਾਰ ਆ ਉਹਨੂੰ ਅਜੇ ਆਪਾਂ ਸਾਹਮਣੇ ਨਹੀਂ ਗਿਣ ਰਹੇ, ਪਰ ਉਹ ਕੰਮ ਕਰ ਰਿਹਾ, ਕਿਉਂਕਿ ਉਹਨੇ ਸੌਦਾ ਮਾਰਿਆ ਵੀ ਮੈਂ ਕਾਂਗਰਸ ਦੀ ਇੱਕ ਵਾਰ ਫਿਰ ਸਰਕਾਰ ਬਣਾਉਣੀ, ਨਾ ਉਹਦਾ ਪ੍ਰਸ਼ਾਂਤ ਕਿਸ਼ੋਰ। ਹੁਣ ਹੋ ਸਕਦਾ ਵੀ ਉਹ ਬੰਦਾ ਵੀ ਉੱਥੇ ਦਿੱਲੀ ਹੋਵੇ, ਭਾਵੇਂ ਅੰਦਰ ਖਾਤੇ ਮਿਲੇ, ਫਿਰ ਉਹ ਕਹੇ ਵੀ ਹਾਂਜੀ ਸਿੱਧੂ ਸਾਹਿਬ ਤੁਸੀਂ ਕੀ ਐਨਾਲਿਸਿਸ ਕੀਤਾ, ਉਹ ਕਹਿੰਦੇ ਮੈਂ ਆਹ ਕੀਤਾ, ਉਹ ਕੋਈ ਮੇਰੀ ਟੀਮ ਨੇ ਆਹ ਐਨਾਲਿਸਿਸ ਕੀਤਾ। ਅਜੇ ਕੀ ਪਤਾ ਵੀ ਉਹ ਹੌਲੀ ਹੌਲੀ ਹਵਾਵਾਂ 'ਚ ਗੱਲ ਤੇ ਚੱਲਦੀ ਆ ਨਾ, ਵੀ ਅੱਜ ਨਹੀਂ ਕੱਲ ਨਹੀਂ ਪਰਸੋਂ, ਕੀ ਪਤਾ CM ਦੀ ਕੁਰਸੀ ਨਹੀਂ ਬਦਲਣੀ ਪੈ ਜਾਣੀ। ਸੰਧਾਲੀਆ ਸਾਹਿਬ ਟ੍ਰੈਂਡ ਵੀ ਇਹ ਚੱਲਦਾ, ਕਹਿੰਦੇ ਚੀਜ਼ ਟ੍ਰੈਂਡਿੰਗ 'ਚ ਆ। ਕਰਨਾਟਕ ਦੇ ਵਿੱਚ ਚੱਲਦੀ ਸਰਕਾਰ ਦਾ ਮੁੱਖ ਮੰਤਰੀ BJP ਵਾਲਿਆਂ ਨੇ ਬਦਲ ਦਿੱਤਾ,
ਅਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਤੇ ਹੈ, ਅਗਲਿਆਂ ਨੇ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਕੋਈ ਐਲਾਨਿਆ ਕਿ ਭਾਈ ਨਹੀਂ ਰਹਿਣ ਦਿੰਨੇ, ਆਪਾਂ ਦੇਖਦੇ ਹਾਂ ਬਾਅਦ ਚ ਕਿਹਨੂੰ ਲਾਉਣਾ, ਤੇ ਮੁੱਖ ਮੰਤਰੀ ਬਦਲ ਦਿੱਤਾ। ਕਾਂਗਰਸ ਪਾਰਟੀ ਦੇਖਦੀ ਤਾਂ ਹੋਊ ਨਾ ਕਿ ਭਾਰਤੀ ਜਨਤਾ ਪਾਰਟੀ ਕਿਹੜੀ ਲੀਕ ਤੇ ਕਿਹੜੇ ਤਰੀਕੇ ਕੰਮ ਕਰਦੀ ਹੈ। ਸਿੱਧੂ ਸਾਹਿਬ ਦਿੱਲੀ ਗਏ ਕਦੋਂ ਆ? ਕੈਪਟਨ ਸਾਹਿਬ ਨੂੰ ਚਿੱਠੀ ਦੇ ਕੇ ਕਿ 18 ਕੰਮ ਨੇ ਪਰ ਆ 5 ਪਹਿਲਾਂ ਕਰੋ, ਨਾਲ ਹੀ ਦਿੱਲੀ ਵਾਲੀ ਬੱਸ ਚੜ੍ਹ ਗਏ। ਹੁਣ ਉੱਥੇ ਜਾ ਕੇ ਹੋ ਸਕਦਾ ਕਿ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਕਹਿਣ ਕਿ ਪਹਿਲਾਂ ਤਾਂ ਧੰਨਵਾਦ ਤੁਹਾਡਾ, ਇੱਕ ਪ੍ਰਧਾਨਗੀ ਦਿੱਤੀ ਦਾ, ਦੂਜਾ ਚਾਹ ਦੇ ਕੱਪ ਪਿਲਾਏ ਦਾ, ਤੇ ਦੂਸਰੀ ਗੱਲ ਕਹਿਣ ਕਿ ਆਹ ਦੇਖੋ 59 ਪੰਡੇ ਚਾਹੀਦੇ ਹੁੰਦੇ ਆ, 58 ਦਸਖਤ ਨੇ, 5 ਬੰਦੇ ਤਾਂ ਤੁਹਾਡੇ ਹੀ ਆ, ਆਪਣੇ ਕੋਲੇ ਫਿਰ 63 64 ਬਣਦੇ ਆ। ਸਰਕਾਰ ਤੁਸੀਂ ਹੁਣ ਦੇਖੋ ਫਿਰ ਕਿੱਦਾਂ ਕਰਨੀ ਹੈ। ਜੇ ਤਾਂ ਉਹ 5 ਸੂਤਰੀ ਜਿਹੜਾ ਮੈਂ ਏਜੰਡਾ ਦੇ ਕੇ ਆਇਆ ਉਹਦੇ ਤੇ ਕੰਮ ਕਰ ਦੇਣਗੇ, ਸਰਕਾਰ ਬਣ ਜੂਗੇ, ਨਹੀਂ ਕਰ ਦੇਣਗੇ ਫਿਰ ਮੈਨੂੰ ਇੱਕ ਵਾਰੀ ਮਾੜਾ ਜਿਹਾ ਮੌਕਾ ਦਿਓ, ਮੈਂ ਹੱਥ ਤੇ ਸਰੋਂ ਜਮਾ ਕੇ ਦਿਖਾ ਦੂੰ, ਕਹਿ ਸਕਦੇ ਆ। ਨਹੀਂ ਇਹ ਵੀ ਇਦਾਂ ਹੁੰਦਾ ਨਾ ਵੀ ਜਿੱਦਾਂ ਆਪਾਂ ਮੰਗਵਾ ਪੈਨ ਨਹੀਂ ਲੈਂਦੇ, ਇਹਦੇ ਵਿੱਚ ਡਾਇਰੀ ਲੈ ਲਈ, ਦਸਤਖਤ ਕਰਨੇ ਸਿੱਖ ਲਿਆ, ਪੈਨ ਚਾਹੀਦਾ ਹਰੇ ਰੰਗ ਦਾ, ਉਹ ਹੁਣ ਜੇ ਤੁਸੀਂ ਦੇ ਦਿਓ ਤੇ ਫਿਰ ਦੇਖੋ ਵੀ ਕਮਾਲਾਂ ਕਿੱਦਾਂ ਹੁੰਦੀਆਂ। ਹੋ ਸਕਦਾ ਇਹ ਵੀ ਕਹਿਣ ਕਿ ਮੈਨੂੰ ਤੁਸੀਂ ਜੇ ਵਿਧਾਨ ਸਭਾ ਦੀਆਂ ਚੋਣਾਂ ਦੇ ਨੇੜੇ ਸਰਗਰਮ ਕਰੋਗੇ ਫਿਰ ਗੱਲ ਨਹੀਂ ਬਣਨੀ, ਮੈਨੂੰ ਇੱਕ ਕੁਰਸੀ ਤੁਸੀਂ ਮਾੜੀ ਜੀ ਹੁਣੇ ਹੀ ਦਿਓ। ਜੇ ਕੈਪਟਨ ਸਾਹਿਬ ਨਹੀਂ ਮੰਨਦੇ, ਕੀ ਮੈਂ ਵਿਧਾਨ ਸਭਾ ਦਾ ਸੈਸ਼ਨ ਇੰਨੇ ਐਮਐਲਏ ਨੂੰ ਕਹਿ ਕੇ ਸਦਾ ਲਵਾਂ? ਮੈਨੂੰ ਕੁਰਸੀ ਹੁਣੇ ਦੇ ਦਿਓ, 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਆਹ ਮੁੱਦੇ ਮੈਂ ਹੱਲ ਕਰ ਦੇਣੇ ਆ, ਲੋਕਾਂ ਮੈਨੂੰ ਤਾਂ ਵੋਟਾਂ ਪਾ ਦੇਣੀਆਂ, ਪ੍ਰਚਾਰ ਫਿਰ ਮੈਂ ਤੁਹਾਡੇ ਲਈ ਯੂਪੀ 'ਚ ਕਰਿਆ। ਬੀਬੀ ਪ੍ਰਿਯੰਕਾ ਭੈਣ ਜੀ ਹੋਰੀ ਉੱਥੇ ਇੰਚਾਰਜ ਨੇ, ਇਹਨਾਂ ਦੀ ਵੀ ਤਾਂ ਆਪਾਂ ਇੱਜ਼ਤ ਬਚਾਉਣੀ ਆ ਨਾ, ਮੈਂ ਫਿਰ ਮਹੀਨਾ ਉੱਥੇ ਡੱਟ ਕੇ ਲਾਉਂਗਾ, ਬਾਕੀ ਤੁਸੀਂ ਪ੍ਰਵਾਹ ਨਾ ਕਰੋ, ਗੁਰੂ ਕੰਮ ਕਰ ਦਿਆਂਗੇ ਯੂਪੀ। ਇਹਨੇ ਗੁਰੂ ਕੰਮ ਹੋ ਗਿਆ ਸ਼ੁਰੂ। ਪਰ ਇੱਕ ਚੀਜ਼ ਆ, ਹੁਣ ਦੇਖੋ ਹੋ ਸਕਦਾ ਆਪਣੀਆਂ ਗੱਲਾਂ ਤੋਂ ਕਈ ਬੰਦੇ ਸੋਚਣ ਵੀ ਯਾਰ ਉਹ ਤਾਂ ਗੱਲ ਮੁੱਕ ਗਈ, ਨਿਬੜ ਗਈ, ਹੁਣ ਉਹ ਥੋੜਾ ਗੱਲ ਹੈ, ਪਰ ਗੱਲ ਮੁੱਕੀ ਕਿੱਥੇ ਹੈ ਜੀ? ਦੇਖੋ ਇੱਕ ਤੇ ਸਾਰੇ ਕੁਝ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਹੋਰੀ, ਹਾਏ ਹਾਏ ਕਿੰਨੇ ਨੇੜਲੇ ਬੰਦੇ ਆ ਕੈਪਟਨ ਸਾਹਿਬ ਦੇ। ਮੇਰੇ ਖਿਆਲ ਨਾਲ ਅੱਜ ਤੋਂ ਕਈ ਸਾਲ ਪਹਿਲਾਂ ਦੀਆਂ ਵੀਡੀਓ ਤੁਰੀਆਂ ਫਿਰਦੀਆਂ ਜਿੱਥੇ ਦੂਜੀ ਚੌਥੀ ਕੁਰਸੀ ਤੇ ਸੋਢੀ ਸਾਹਿਬ ਹੁੰਦੇ ਸੀ, ਹੁਣ ਤੱਕ ਵੀ ਜਿਹੜੀ ਤਸਵੀਰ ਵੇਖ ਲਓ ਉਹੀ ਹੁੰਦੇ ਆ। ਹੁਣ ਸੋਢੀ ਸਾਹਿਬ ਦੇ ਅੱਜ ਜੋ ਇੱਕ ਜ਼ਮੀਨ ਵਾਲੀ ਗੱਲ ਲਾ ਲਓ, ਚਾਹੇ ਉਹ ਲਾਇਸੈਂਸ ਵਾਲੀ ਗੱਲ ਲਾ ਲਓ, ਉਸ ਤੋਂ ਬਾਅਦ ਰੌਲਾ ਪਿਆ ਤੇ ਹੁਣ ਉਸੇ ਏਰੀਏ 'ਚ ਲਾਗੇ ਬੰਨੇ ਘੁਬਾਇਆ ਸਾਹਿਬ ਦੇ ਫਰਜ਼ੰਦ ਨੇ ਜਿਹੜੇ ਅੱਜ ਕੱਲ੍ਹ ਐਮਐਲਏ ਉਹ ਰਹਿੰਦੇ ਆ, ਉਹਨਾਂ ਆਖਿਆ ਵੀ ਮਹਾਰਾਜ ਇਹਨਾਂ ਦਾ ਕੁਛ ਨਾ ਕੁਛ ਕਰੋ। ਨਹੀਂ ਦੇਖੋ ਮੈਂ ਤਾਂ ਇਹ ਦੇਖਿਆ ਦਵਿੰਦਰ ਸਿੰਘ ਘੁਬਾਇਆ ਤਕੜੇ ਹੀ ਨੇ ਵੀ, ਪਹਿਲਾਂ ਉਹ ਬੀਬੀ ਜਿਹੜੀ ਪੁਲਿਸ ਆਫਿਸਰ ਸੀ ਉਹਦਾ ਜੁੱਲੀ ਬਿਸਤਰਾ ਚੁਕਾਉਣ ਨੂੰ ਫਿਰਦੇ ਸੀ, ਹੁਣ ਰਾਣਾ ਗੁਰਮੀਤ ਸੋਢੀ ਇੰਨੇ ਪੁਰਾਣੇ ਕਾਂਗਰਸੀ ਨੇ ਉਹਨਾਂ ਦਾ ਇਕੱਠਾ ਕਰਾਉਣ ਨੂੰ ਫਿਰਦੇ ਆ। ਨਹੀਂ ਉਹ ਕਹਿੰਦੇ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਵੀ ਬੰਦਾ ਜਿਹੜਾ ਕੋਈ ਇਹੋ ਜਿਹਾ ਹੋਵੇ ਉਹ ਜੁੱਲੀ ਬਿਸਤਰਾ ਵਿਛਾ ਕੇ ਵਿਛਾ ਹੀ ਕਿੱਦਾਂ ਗਿਆ। ਹੁਣ ਤੁਸੀਂ ਦੇਖੋ ਕਿ ਹੋਇਆ ਕੀ, ਜਦੋਂ ਰਾਣਾ ਗੁਰਮੀਤ ਸੋਢੀ ਦੇ ਬਾਬਤ ਜਾਖੜ ਸਾਹਿਬ ਨੇ ਚਿੱਠੀ ਲਿਖੀ ਕਿ ਭਾਈ ਇਸ ਬੰਦੇ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕੱਢੋ, ਪੱਤਰਕਾਰ ਦਵਿੰਦਰ ਸਿੰਘ ਘੁਬਾਇਆ ਸਾਹਿਬ ਦੇ ਕੋਲ ਪਹੁੰਚੇ ਕਿ ਤੁਹਾਡੀ ਹੱਦ ਲੱਗਦੀ ਹੈ, ਗਵਾਂਢੀ ਨੇ ਤੁਹਾਡੇ, ਕੀ ਦੇਖਦੇ ਹੋ? ਕਹਿੰਦੇ ਮੈਂ ਜਾਖੜ ਸਾਹਿਬ ਦੇ ਨਾਲ ਸਹਿਮਤ ਹਾਂ, ਰਾਣਾ ਗੁਰਮੀਤ ਸੋਢੀ ਤੋਂ ਮੰਤਰੀ ਦਾ ਅਹੁਦਾ ਲੈ ਲੈਣਾ ਚਾਹੀਦਾ। ਉਹ ਕਹਿੰਦੇ ਮੈਂ ਹੁਣ ਦੱਸ ਦਿੰਨਾ, ਆਹ ਦੇਖੋ ਮੇਰੇ ਹਲਕੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਲਾਉਣ ਲੱਗੇ ਸੀ, ਪਿੰਡ ਦੇ ਵਿੱਚ ਜਾ ਕੇ ਦੇਖੋ ਲੋਕਾਂ ਨੂੰ ਕੈਂਸਰ ਕਿੰਨਿਆਂ ਨੂੰ ਹੋਇਆ, ਅਸੀਂ ਨਹੀਂ ਜੇ ਲੱਗਣ ਦਿੰਦੇ। ਆਹ ਸੜਕ ਦਾ ਮਸਲਾ ਦੇਖ ਲਓ, ਉਹਨਾਂ ਨੇ ਇੱਥੋਂ ਤੱਕ ਕਹਿਤਾ ਕਹਿੰਦੇ ਪਿਛਲੀਆਂ 3 ਚੋਣਾਂ ਕੈਪਟਨ ਸਾਹਿਬ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਅਕਾਲੀਆਂ ਦੇ ਨਾਲ ਰਲ ਕੇ ਜਿੱਤੀਆਂ, ਜਾਣੀ ਸਿੱਧਾ ਹੀ ਅਕਾਲੀਆਂ ਦੇ ਨਾਲ ਰਲੇ ਹੋਣ ਦਾ ਦੋਸ਼। ਹੁਣ ਰਾਣਾ ਗੁਰਮੀਤ ਸੋਢੀ ਕੈਬਨਿਟ ਮੰਤਰੀ ਨੇ, ਮੰਨਿਆ ਜਾਂਦਾ ਸੀ ਕਿ ਡਿਪਾਰਟਮੈਂਟ ਬਦਲ ਜਾਊਗਾ, ਉਹਨਾਂ ਦਾ ਪੋਰਟਫੋਲੀਓ ਚੇਂਜ ਕਰ ਦੇਣਗੇ। ਹੁਣ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਵੀ ਦੋਸ਼ ਲਾਉਂਦੇ ਆ, ਵਿਧਾਇਕ ਜਿਹੜੇ ਨੇ ਇਹ ਵੀ ਦਵਿੰਦਰ ਸਿੰਘ ਘੁਬਾਇਆ ਵੀ ਦੋਸ਼ ਲਾਉਂਦੇ, ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਉੱਥੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ, ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ, ਮੇਰੇ ਤਾਂ ਡੈਡੀ ਜਿਹੜੇ ਆ ਉਹ 2 ਵਾਰੀ ਐਮਪੀ ਰਹੇ ਤੇ ਇਹਨਾਂ ਦਾ ਹਲਕਾ ਵਿੱਚ ਆਉਂਦਾ, ਸਾਨੂੰ ਤਾਂ ਕੱਲੀ ਗੱਲ ਦਾ ਪਤਾ, ਬਹੁਤ ਨੁਕਸਾਨ ਹੋਊਗਾ ਕਾਂਗਰਸ ਨੂੰ ਜੇ ਇਹਨਾਂ ਨੂੰ ਮੰਤਰੀ ਬਣਾ ਕੇ ਰੱਖਿਆ। ਤੇ ਮੋਹਰੇ ਰਾਣਾ ਗੁਰਮੀਤ ਸੋਢੀ ਪਤਾ ਕਹਿੰਦੇ, ਉਹ ਕਹਿੰਦੇ ਯਾਰ ਇਦਾਂ ਦੇ ਬੰਦਿਆਂ ਦੀ ਗੱਲ ਨਾ ਕਰਿਆ ਕਰੋ, ਕਈ ਇੱਥੇ ਕੀੜੇ ਮਕੌੜੇ ਤੁਰੇ ਫਿਰਦੇ ਬਰਸਾਤ ਦੇ ਵਿੱਚ, ਕਈ ਨਿਕਲਦੇ ਹੁੰਦੇ ਆ। ਮੈਂ ਇੰਨਾ ਪੁਰਾਣਾ ਕਾਂਗਰਸੀ, ਸੁਪਰੀਮ ਕੋਰਟ ਤੱਕ ਕੇਸ ਜਿੱਤੇ ਹੋ ਆ, ਸਿੱਧਾ ਹੀ ਕਹਿਤਾ ਕਿ ਸੁਪਰੀਮ ਕੋਰਟ ਤੱਕ ਕੇਸ ਮੈਂ ਜਿੱਤ ਕੇ ਆਇਆ ਜਿਹੜੇ ਦੋਹਰੇ ਮੁਆਵਜ਼ੇ ਦੀ ਗੱਲ ਕਰਦੇ ਆ, ਮੈਂ ਇਦਾਂ ਦੇ ਬੰਦਿਆਂ ਨੂੰ ਜਵਾਬ ਹੀ ਨਹੀਂ ਦੇਣਾ, ਮੈਨੂੰ ਹਾਈ ਕਮਾਂਡ ਨੇ ਮੰਤਰੀ ਬਣਾਇਆ, ਮੈਨੂੰ ਇੱਥੇ ਇਤਰਾਜ਼ ਆ। ਮੰਤਰੀ ਹਾਈ ਕਮਾਂਡ ਥੋੜਾ ਬਣਾਉਂਦਾ ਸੰਧਾਲੀਆ ਸਾਹਿਬ, ਮੰਤਰੀ ਤਾਂ ਪੰਜਾਬ ਦੇ ਲੋਕ ਵਿਧਾਇਕ ਚੁਣਦੇ, ਉਹਨਾਂ ਦੇ ਵਿੱਚੋਂ ਮੰਤਰੀ ਮੰਡਲ ਬਣਦਾ, ਮੁੱਖ ਮੰਤਰੀ ਬਣਾਉਂਦਾ। ਉਹ ਯਾਰ ਬਾਠ ਸਾਹਿਬ ਇਹ ਤਾਂ ਹੋ ਗਈ ਕਾਗਜ਼ੀ ਗੱਲ, ਤੁਸੀਂ ਪ੍ਰੈਕਟੀਕਲ ਗੱਲ ਕਰੋ ਤੁਹਾਡੇ ਵਾਲੀ। ਹਾਂ ਪ੍ਰੈਕਟੀਕਲ ਗੱਲ ਹੁਣ ਕਹਿਣ ਨੂੰ ਤਾਂ ਐਸਜੀਪੀਸੀ ਪ੍ਰਧਾਨ ਵੀ ਤੇ ਮਤਲਬ ਉੱਥੋਂ ਦੇ ਨੁਮਾਇੰਦੇ ਬਣਾਉਂਦੇ, ਆਹ ਤਾਂ ਮਾੜੀ ਆ ਨਾ। ਨਹੀਂ ਮੈਂ ਕੁਝ ਕਿਹਾ, ਮੈਂ ਜਦ ਤੁਹਾਨੂੰ ਆਪਣੇ ਹਿਸਾਬ ਨਾਲ ਗੱਲ ਕੀਤੀ ਵੀ ਅਸੀਂ ਕਿੱਦਾਂ ਚੱਲਣਾ, ਕਾਗਜ਼ਾਂ ਤੇ ਨਹੀਂ ਰਹਿਣਾ, ਹਰ ਚੀਜ਼ ਕਾਗਜ਼ਾਂ ਨਾਲ ਥੋੜਾ ਹੁੰਦੀ ਹੈ। ਦੇਖੋ ਗੱਲ ਇਹ ਹੈ ਵੀ ਇਹ ਸਾਰੇ ਕੁਝ ਇੱਕ ਚੀਜ਼ ਆਪਾਂ ਹੋਰ ਨਾ ਕਰਨੀ ਭੁੱਲ ਜਾਈਏ, ਰਾਣਾ ਗੁਰਮੀਤ ਸੋਢੀ ਹੋਰਾਂ ਦਾ ਜੇ ਮੁੱਦਾ ਆਇਆ ਨਾ ਕਾਬੂ ਤੇ ਟਲੇ ਵਿਰੋਧੀ ਵੀ ਨਹੀਂ। ਅਸ਼ਵਨੀ ਸ਼ਰਮਾ ਸਾਹਿਬ ਦੇ ਦਾੜ ਥੱਲੇ ਨਹੀਂ ਆਉਣ ਡਿਆ ਸਿੱਧੂ ਸਾਹਿਬ ਵੀ ਮੈਂ ਕਰਾਂ ਕੀ ਗੱਲ ਕੀ ਕਰਾਂ, ਉਹਨਾਂ ਨੇ ਹੁਣ ਕੀਤੀ ਗੱਲ, ਉਹ ਕਹਿੰਦੇ ਲਿਆਓ ਵੀ ਸਿੱਧੂ ਸਾਹਿਬ ਫਿਰ ਸਵੱਛਤਾ ਮੁਹਿੰਮ ਤੁਸੀਂ ਚਲਾਉਣੀ ਆ ਨਾ ਕਾਂਗਰਸ ਚੋਂ, ਵੀ ਮੈਂ ਕਾਂਗਰਸ ਚੋਂ ਜਿਹੜਾ ਕੋਈ ਦਾਗੀ ਬੰਦਾ ਸਾਰੇ ਕੱਢ ਦੇਣੇ ਆ,
ਕਹਿੰਦੇ ਲਓ ਫਿਰ ਰਾਣਾ ਗੁਰਮੀਤ ਸੋਢੀ ਤੋਂ ਕਰੋ ਸ਼ੁਰੂਆਤ ਮਹਾਰਾਜ, ਕਰੋ ਸਵਾਛੇ ਕਰਾਂ ਰੋਲ ਨੰਬਰ 1 ਲਿਖੋ ਫੇ। ਹਾਂਜੀ, ਆ ਦਿੱਤੀ ਕਾਪੀ। ਇਹਦਾ ਮਤਲਬ ਇਹ ਹੋ ਗਿਆ ਹੁਣ ਵਿਰੋਧੀ ਵੀ ਲਾ ਕੇ ਗੱਲਾਂ ਕਰਨ ਲੱਗ ਪਿਆ। ਉਹਨਾਂ ਨੂੰ ਮਸਾ ਮੌਕਾ ਮਿਲਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ, ਕਿਉਂਕਿ ਸਿੱਧੂ ਸਾਹਿਬ ਗਏ ਵੀ ਉਹਨਾਂ ਚੋਂ ਆ। ਹਾਂ, ਤੇ ਜਦੋਂ ਗਏ ਆ ਤੇ ਅਸ਼ਵਨੀ ਸ਼ਰਮਾ ਸਾਹਿਬ ਮਾਝੇ ਤੋਂ ਆ, ਸਿਆਸਤ ਵੀ ਸਾਰੀ ਸਿੱਧੂ ਸਾਹਿਬ ਦੀ ਮਾਝੇ ਤੋਂ ਰਹੀ ਹੈ, ਇਸ ਕਰਕੇ ਅਗਲਿਆਂ ਨੂੰ ਟੌਣਾ ਲਾਉਣ ਦਾ ਮੌਕਾ ਮਿਲਦਾ। ਤੇ ਗੁੱਲੀ ਡੰਡੇ 'ਚ ਟੌਣਾ ਲਾਉਣਾ ਛੱਡਦਾ ਕੌਣ ਹੈ? ਫੰਕਾ ਜਦੋਂ ਐਂ ਕਰਕੇ ਹੁਣ ਅਸ਼ਵਨੀ ਸ਼ਰਮਾ ਸਾਹਿਬ ਨੇ ਲਾਇਆ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਮਾਲ ਦੀ ਗੱਲ, ਜਿਨ੍ਹਾਂ ਬੰਦਿਆਂ ਨੇ ਕੈਪਟਨ ਸਾਹਿਬ ਦੇ ਸਿਆਸੀ ਸੰਕਟ ਦੇ ਵਿੱਚ ਉਹਨਾਂ ਦੇ ਲਈ ਬੈਟਿੰਗ ਕਰਨੀ ਸੀ, ਉਹ ਰਾਣਾ ਗੁਰਮੀਤ ਸੋਢੀ ਉਹਨਾਂ 'ਚ ਇੱਕ ਜੀ, ਉਹ ਹੁਣ ਖੁਦ ਘਿਰ ਗਏ। ਉਧਰਲੇ ਪਾਸੇ ਸਾਧੂ ਸਿੰਘ ਧਰਮਸੋਤ ਨੇ, ਅਕਾਲੀ ਦਲ ਦਾ ਯੂਥ ਵਿੰਗ ਉਹਨਾਂ ਦਾ ਘਰ ਘੇਰ ਕੇ ਬਹਿ ਗਿਆ। ਹੁਣ ਸਾਧੂ ਸਿੰਘ ਧਰਮਸੋਤ ਉਸ ਮੁੱਦੇ ਤੇ ਆਪਣੇ ਆਪ ਨੂੰ ਡਿਫੈਂਸਿਵ ਮੂਡ 'ਚ ਲੈ ਕੇ ਆਉਣ, ਰਾਣਾ ਗੁਰਮੀਤ ਸੋਢੀ ਇਧਰਲੇ ਪਾਸੇ ਸਪਸ਼ਟੀਕਰਨ ਦੇਣ, ਰਹਿ ਕੌਣ ਗਿਆ? ਰਹਿ ਤਾਂ ਬ੍ਰਹਮ ਮਹਿੰਦਰਾ ਸਾਹਿਬ ਹੀ ਗਏ। ਹੁਣ ਬ੍ਰਹਮ ਮਹਿੰਦਰਾ ਸਾਹਿਬ ਹੀ ਇੱਕੋ ਇੱਕ ਐਸੇ ਮੰਤਰੀ ਨੇ ਜਿਨ੍ਹਾਂ ਦੇ ਘਰ ਦੇ ਮੂਹਰੇ ਕੋਈ ਧਰਨਾ ਪ੍ਰਦਰਸ਼ਨ ਨਹੀਂ, ਜਿਨ੍ਹਾਂ ਦੇ ਉੱਤੇ ਹਾਲ ਦੀ ਘੜੀ ਦੋਸ਼ ਕੋਈ ਨਹੀਂ ਲੱਗਦਾ। ਤੇ ਜਦੋਂ ਫਿਰ ਉਹੀ ਇਕੱਲੇ ਰਹਿ ਗਏ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਲਈ ਕਿੰਨਾ ਕੁ ਠੋਕ ਵਜਾ ਕੇ ਬਿਆਨ ਦੇਣਗੇ? ਪਿਛਲੇ ਸਮੇਂ 'ਚ ਜਦੋਂ ਵੀ ਕਦੇ ਰੌਲਾ ਪਿਆ, ਰਾਣਾ ਗੁਰਮੀਤ ਸੋਢੀ ਤੇ ਸਾਧੂ ਸਿੰਘ ਧਰਮਸੋਤ ਠੋਕ ਵਜਾ ਕੇ ਕੈਪਟਨ ਸਾਹਿਬ ਦੇ ਹੱਕ 'ਚ ਬੋਲਦੇ ਸੀ। ਉਹ ਦੋਨੋਂ ਬੰਦੇ ਸੱਚੇ ਘਿਰੇ ਆ, ਝੂਠੇ ਘਿਰੇ ਆ। ਜਦੋਂ ਆਪ ਹੀ ਘਿਰ ਗਿਆ ਤਾਂ ਕੈਪਟਨ ਸਾਹਿਬ ਦੀਆਂ ਮੁਸੀਬਤਾਂ ਤਾਂ ਫਿਰ ਵਧਣਗੀਆਂ ਹੀ ਨਾ। ਨਹੀਂ ਵਧਣਗੀਆਂ। ਅਜੇ ਤਾਂ ਇਹ ਦੇਖੋ, ਆਪਾਂ ਬੀਜੇਪੀ ਦੀ ਗੱਲ ਕੀਤੀ, ਅਕਾਲੀ ਦਲ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਵਾਲਾ ਕਿਹੜਾ ਹਟਿਆ? ਆਹ ਉਧਰ ਹਰਪਾਲ ਸਿੰਘ ਚੀਮਾ ਸਾਹਿਬ ਨੇ ਗੱਲ ਕਰਤੇ, ਕਹਿੰਦੇ ਇਦਾਂ ਕਿਦਾਂ? ਇਹ ਜਿਹੜੇ ਵਿਦਿਆਰਥੀਆਂ ਦਾ ਇਹਨਾਂ ਨੇ ਭਵਿੱਖ ਖਰਾਬ ਕੀਤਾ ਨਾ, ਇਹ ਹਿਸਾਬ ਦੇਣਾ ਪੈਣਾ। ਇਦਾਂ ਖਹਿੜਾ ਨਹੀਂ ਛੁੱਟਣਾ। ਇਹ ਮਤਲਬ ਉਹ ਕਹਿੰਦੇ ਵੀ ਠੀਕ ਹੈ, ਸਿਆਸੀ ਤੌਰ ਤੇ ਆਪਣੇ ਆਕਾਵਾਂ ਨੂੰ ਠੀਕ ਖੁਸ਼ ਕਰਨ ਲਈ ਕਹੀ ਜਾਂਦੇ ਵੀ ਸਾਰਾ ਕੁਝ ਕੈਪਟਨ ਸਾਹਿਬ, ਉਹ ਕਹਿੰਦੇ ਲੋਕਾਂ ਨੂੰ ਕਿਹੜਾ ਦੀਦਾ ਨਹੀਂ ਵੀ ਇਹ ਬਿਆਨ ਕਿਉਂ ਆਉਂਦਾ, ਕਿੱਧਰੋਂ ਆਉਂਦਾ। ਉਹਨੇ ਬਿੰਦ ਰਖੀਆ ਸਾਹਿਬ ਦਾ ਗਾਣਾ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਉਹ ਕਹਿੰਦੇ ਰਕਾਨ ਇਸ ਕਰਕੇ ਬੋਲਦੀ। ਹੁਣ ਚਲੋ ਦੇਖੋ, ਵਿਰੋਧੀ ਇੱਕ ਦੂਸਰੇ ਦੇ ਉੱਪਰ ਹੁਣ ਜਿਸ ਹਿਸਾਬ ਨਾਲ ਮੇਰੇ ਖਿਆਲ ਨਾਲ ਵਾਰ ਕਰਨ ਲੱਗ ਪਏ, ਤਾਂ ਇਹ ਗੱਲ ਤੇ ਕਲੀਅਰ ਆ ਵੀ ਸਿਆਸੀ ਸਰਗਰਮੀ ਜ਼ੋਰਾਂ ਤੇ ਆ ਜੀ। ਤੇ ਇਹਦੇ ਚੋਂ ਹਰੇਕ ਨੂੰ ਇਹ ਲੱਗਦਾ ਵੀ ਜੇ ਆਇਆ ਟਾਈਮ ਆਪਾਂ ਗਵਾ ਲਿਆ ਨਾ ਤੇ ਫਿਰ ਕੁਝ ਵਟਿਆ ਨਹੀਂ ਜਾਣਾ। ਇਸੇ ਕਰਕੇ ਤੇ ਭਗਵੰਤ ਮਾਨ ਹੋਰਾਂ ਨੇ 7ਵੀਂ ਵਾਰ ਕੰਮ ਰੋਕੂ ਮਤਾ ਦਿੱਤਾ ਉੱਥੇ। ਮੈਂ ਸੰਧਾਲੀਆ ਸਾਹਿਬ ਉਧਰ ਜਾਣ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਾਂ ਕਿ ਸਿੱਧੂ ਸਾਹਿਬ ਦਿੱਲੀ ਨੇ ਨਾ ਅੰਮ੍ਰਿਤਸਰ ਦੇਖਣਾ ਪਊਗਾ, ਭਾਵੇਂ ਡਾਕਟਰ ਸਿੱਧੂ ਦੇਖਣ, ਉਹਦਾ ਇੱਕ ਕਾਰਨ ਹੈ। ਸਿੱਧੂ ਸਾਹਿਬ ਜਦੋਂ ਦੇ ਪਟਿਆਲੇ ਜਾ ਕੇ ਬੈਠੇ, ਭਾਵੇਂ ਪਹਿਲਾਂ ਕਹਿੰਦੇ ਕੋਈ ਢਿੱਲੇ ਸੀ ਤਾਂ ਬੈਠੇ, ਹੁਣ ਪ੍ਰਧਾਨ ਬਣ ਗਿਆ ਤਾਂ ਸਰਗਰਮੀਆਂ ਸਾਰੇ ਪੰਜਾਬ 'ਚ ਨੇ। ਉਧਰ ਅੰਮ੍ਰਿਤਸਰ ਦੇ ਜਿਹੜੇ ਮੇਅਰ ਨੇ ਕਾਂਗਰਸ ਪਾਰਟੀ ਦੇ ਕਰਮਜੀਤ ਸਿੰਘ ਰਿੰਟੂ ਤੇ 2 ਲੀਡਰ ਹੋਰ ਕਾਂਗਰਸ ਪਾਰਟੀ ਦੇ, ਉਹਨਾਂ ਨੇ ਸਿੱਧੂ ਸਾਹਿਬ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ 'ਚ ਸਰਗਰਮੀਆਂ ਸ਼ੁਰੂ ਕਰਤੀਆਂ। ਲੋਕਾਂ ਜਾ ਕੇ ਮਿਲਦੇ ਆ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ? ਕਹਿੰਦੇ ਵਿੱਚ ਵਿਚਾਲੇ ਗੱਲਾਂ ਬਾਤਾਂ ਇਦਾਂ ਦੀਆਂ ਵੀ ਹੁੰਦੀਆਂ। ਸਿੱਧੂ ਸਾਹਿਬ ਦਾ ਤਾਂ ਪਤਾ ਲੱਗਿਆ ਪਟਿਆਲੇ ਨੂੰ ਲੜਨੀ ਹੈ, ਪਟਿਆਲੇ ਜ਼ਿਲ੍ਹੇ 'ਚ ਚੋਣ ਲੜਨੀ ਹੈ। ਅਸੀਂ ਸੋਚਿਆ ਫਿਰ ਹਲਕੇ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਤਾਂ ਫਿਰ ਕਰਨਾ ਹੀ ਹੋਇਆ ਨਾ। ਜਾਣੀ ਜ਼ਰੂਰੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬੰਦੇ ਕੈਪਟਨ ਸਾਹਿਬ ਦੇ ਹਮਾਇਤੀਆਂ ਨੂੰ ਘੇਰ ਰਹੇ ਆ। ਸਿੱਧੂ ਸਾਹਿਬ ਨੂੰ ਸਾਰੇ ਪੰਜਾਬ ਦੇ ਵਿੱਚੋਂ ਘੇਰ ਕੇ ਇੱਕ ਹਲਕੇ 'ਚ ਕਿੱਦਾਂ ਲਿਆਉਣਾ, ਸਰਗਰਮੀਆਂ ਉਧਰਲੇ ਪਾਸੇ ਵੀ ਜਾਰੀ ਆ। ਤੇ ਤੁਹਾਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਦੋਂ ਅੰਮ੍ਰਿਤਸਰ ਦੇ ਵਿੱਚ ਨਿਗਮ ਚੋਣਾਂ ਹੋਈਆਂ ਸੀ, ਸਿੱਧੂ ਸਾਹਿਬ ਅੰਮ੍ਰਿਤਸਰ ਦੇ MLA ਆ, ਉਦੋਂ ਜਦੋਂ ਮੇਅਰ ਚੁਣਨਾ ਸੀ ਕਾਂਗਰਸੀ ਜਿੱਤੇ ਸੀ, ਸਾਰੇ MLA ਗਏ ਸੀ ਕਰਮਜੀਤ ਰਿੰਟੂ ਨੂੰ ਮੇਅਰ ਬਣਾਉਣ, ਸਿੱਧੂ ਸਾਹਿਬ ਨਹੀਂ ਸੀ ਗਏ। ਲੱਗਦਾ ਸੀ ਕਿ ਕੰਮ ਦੂਜੇ ਪਾਸੇ ਚਲਿਆ ਗਿਆ ਤੇ ਹੁਣ ਅਗਲਿਆਂ ਨੇ ਘੱਟ ਥੋੜੀ ਕਰਨੀ ਹੈ। ਕੋਈ ਗੱਲ ਨਹੀਂ, ਦੇਖੋ ਇਹ ਗੱਲ ਆ ਵੀ ਸਿਆਸਤ ਆ, ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਆਪਾਂ ਸੁਣੀਆਂ ਹੀ ਆ, ਉਹ ਸਾਰਾ ਕੁਝ ਚੱਲੀ ਜਾਣਾ। ਆਪਾਂ ਭਗਵੰਤ ਮਾਨ ਹੋਰਾਂ ਦੀ ਗੱਲ ਕਰੀਏ, ਬੰਦੇ ਨੇ ਕਹਿਣਾ ਯਾਰ ਮੈਂ 7ਵੀਂ ਵਾਰ ਮਤਾ ਪਾਉਣ ਲਈ ਕਿਹਾ, ਮੈਂ ਕਿਹਾ ਜੀ ਆਹ ਦੇਖੋ ਜੀ ਕੰਮ ਰੋਕੂ ਮੇਰੇ ਵੱਲੋਂ ਭਾਈ ਸਾਹਿਬ ਮਤਾ ਆ ਗਿਆ, ਇਹਦਾ ਮਤਲਬ ਕੰਮ ਰੋਕੂ ਪਾਰਲੀਮੈਂਟ ਦਾ। ਪਹਿਲਾਂ ਸਾਰੇ ਕੰਮ ਰੋਕ ਕੇ ਕਿਸਾਨਾਂ ਦੀ ਗੱਲ ਸੁਣੋ, ਕਿਸਾਨਾਂ ਦੇ ਮੁੱਦੇ ਤੇ ਗੱਲ ਹੋਣੀ ਚਾਹੀਦੀ। ਹੁਣ ਮੈਨੂੰ ਤਾਂ ਐਂ ਲੱਗਦਾ ਵੀ ਹੋ ਸਕਦਾ ਵੀ ਪਹਿਲੇ ਦਿਨ ਥੋੜਾ ਫਿਕਰ ਕੀਤਾ ਹੋਵੇ, ਦੂਜੇ ਦਿਨ ਥੋੜਾ ਘਟ ਗਿਆ ਹੋਵੇ, ਤੀਜੇ ਦਿਨ ਸਪੀਕਰ ਸਾਹਿਬ ਨੇ ਕਾਗਜ਼ ਥੱਲੇ ਲਾ ਲੈਣਾ, ਚੌਥੇ दिन तो हो सकता है स्पीकर साहब ने कागज देखा ना हो, ये किसका है? वो सर भगवंत मान जी ने दिया, भगवंत ने दिया है, चलो कोई बात नहीं, अच्छा भाई शुरू करो काम। मान साहब कहते होने भी यार ओम बिरला साहब ना नाम, हाँ जी, ओम बिरला जी महाराज को कागज देख लोगे यार, भगवंत मुझे पता है क्या है इसमें यार, छोड़ो तुम। और मेरे वाला वो कन्नी मोड़ के मैं रखे ही, मेरा ही मेनू पता है नहीं जगह पर नहीं, चलो जो भी है ਭਗਵੰਤ ਮਾਨ ਹੁਣੀ ਮੇਰੇ ਖਿਆਲ ਨਾਲ ਜਿਸ ਹਿਸਾਬ ਨਾਲ ਹੁਣ ਲਗਾਤਾਰ ਲੱਗੇ ਆ, ਮੈਨੂੰ ਲੱਗਦਾ ਵੀ ਉਹ ਅੱਜ ਨਹੀਂ ਕੱਲ ਨਹੀਂ ਪਰਸੋਂ ਕਿਸੇ ਨੂੰ ਹੋ ਸਕਦਾ ਜਾਪਦਾ ਵੀ ਯਾਰ ਜਦੋਂ ਅਗਲੇ ਮੰਨਦੇ ਨਹੀਂ, ਜੇ ਬਾਕੀ ਨਹੀਂ ਕੋਈ ਕੰਮ ਰੋਕੂ ਮਤਾ ਦੇ ਰਿਹਾ ਤੇ ਫਿਰ ਭਗਵੰਤ ਮਾਨ ਕਿਉਂ? ਮੈਨੂੰ ਯਾਦ ਆ ਭਗਵੰਤ ਮਾਨ ਹੁਣੀ ਉਹ ਕਾਗਜ਼ ਇਕੱਠੇ ਕਰ ਰਹੇ, ਉਹਨਾਂ ਨੇ ਗਿਣਤੀ ਕਰਨੀ ਹੈ ਵੀ ਜੇ 13 ਅਗਸਤ ਤੱਕ ਕੰਮ ਚੱਲਿਆ, ਇਹ ਸੰਸਦ ਦੀ ਕਾਰਵਾਈ ਜਿਹੜੀ ਉਹ 10 ਦਿਨ ਚੱਲੇ, 15 ਚੱਲੇ, 20 ਦਿਨ ਚੱਲੇ, 25 ਦਿਨ ਚੱਲੇ, ਉਹਨੇ ਕੰਮ ਰੋਕੂ ਮਤਿਆਂ ਦੀ ਉਹਨੇ ਡੇਟਾ ਪਾ ਕੇ ਨਾ ਮੁੜ ਕੇ ਜਦੋਂ ਆਣ ਕੇ ਸੰਗਰੂਰ ਏਰੀਏ ਦੇ ਵਿੱਚ ਵਿਖਾਈਆਂ ਨਾ ਲੋਕਾਂ ਨੂੰ, ਆਹ ਦੇਖੋ 26 ਕੰਮ ਰੋਕੂ ਮਤੇ ਤਰੀਕ ਵਾਰ ਮੈਂ ਦਿੰਦਾ ਰਿਹਾ, ਇਹਨਾਂ ਨੇ ਇੱਕ ਦਿਨ ਨਹੀਂ ਕੰਮ ਰੋਕਿਆ, ਤੁਹਾਡੇ ਲਈ ਤੇ ਹੁਣੇ ਵੋਟਾਂ ਮੰਗਦੇ ਫਿਰਦੇ ਤੁਹਾਡੇ ਕੋਲ। ਤਰਾਜ ਆ ਮੈਨੂੰ
ਤੁਸੀਂ ਸੰਗਰੂਰ 'ਚ ਇਕੱਲੇ ਕਿਉਂ ਕਿ ਅਗਲੇ ਪੰਜਾਬ ਦੇ ਸੂਬਾ ਪ੍ਰਧਾਨ ਨੇ, ਹੁਣ ਤਾਂ ਮੁੱਖ ਮੰਤਰੀ ਦੇ ਸਭ ਤੋਂ ਵੱਡੇ ਦਾਅਵੇਦਾਰ ਵੀ ਉਹੀ ਹੈ, ਇਕੱਲੇ ਹੀ ਨੇ ਰਣ ਦੇ ਵਿੱਚ। ਸਾਰੇ ਪੰਜਾਬ 'ਚ ਦਿਖਾਉਣਗੇ ਕਿਉਂਕਿ ਕਿਸਾਨ ਸਾਰੇ ਹੀ ਪੰਜਾਬ 'ਚ। ਮੈਨੂੰ ਇਤਰਾਜ਼ ਸੀ, ਮੈਂ ਕੀਤਾ। ਤੁਸੀਂ ਕਰੋ। ਦੇਖੋ ਗੱਲ ਇਹ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਨਾ ਵਿਧਾਨ ਸਭਾ 'ਚ, ਉਹ ਤੇ ਪੰਜਾਬ ਵਾਲਿਆਂ ਨੇ ਲੜਨੀ ਜਿੱਤਣੀ ਹੈ ਯਾਰ, ਉਹ ਤਾਂ ਸਾਰਿਆਂ ਦੀ ਜ਼ਿੰਮੇਵਾਰੀ। ਉਹ ਤਾਂ ਮੈਂ ਉਹਨਾਂ ਦੀ ਆਪਣੀ ਐਮਪੀਸ਼ਿਪ ਦਾ ਕਰਕੇ ਕਿਹਾ ਵੀ ਜਦੋਂ 24 'ਚ ਉਹਨਾਂ ਨੇ ਦੁਬਾਰਾ ਲੜਨਾ ਉਦੋਂ ਤੱਕ ਹੋ ਸਕਦਾ ਕਿਸੇ ਨੂੰ ਚੇਤਾ ਨਾ ਹੋਵੇ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ 543 ਲੋਕ ਸਭਾ ਦੇ ਮੈਂਬਰ ਨੇ, ਕਿੰਨੇ ਹੀ ਆ ਕਾਂਗਰਸ ਦੇ, ਟਰੈਕਟਰ ਤੇ ਵੀ ਪੂਰੇ ਨਹੀਂ ਆਉਂਦੇ, ਕਈਆਂ ਨੂੰ ਤੁਰ ਕੇ ਆਉਣਾ ਪੈਂਦਾ ਨਾਲ ਜਦੋਂ ਰਾਹੁਲ ਗਾਂਧੀ ਚਲਾਉਂਦੇ ਆ। 2 ਅਕਾਲੀ ਦਲ ਦੇ ਵੀ ਆ, ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਹਰਸਿਮਰਤ ਕੌਰ ਬਾਦਲ। ਭਗਵੰਤ ਮਾਨ ਸਾਰੇ ਦੇਸ਼ ਚੋਂ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਐਮਪੀ ਆ। ਲੋਕ ਸਭਾ ਚੋਂ ਇਕੱਲੇ ਹੁੰਦੇ ਆ, ਚਲੋ ਰਾਜ ਸਭਾ ਤਾਂ ਸੰਜੇ ਸਿੰਘ ਹੋਰੀ ਵੀ ਹੈਗੇ ਆ, 2 ਬੰਦੇ ਹੋਰ ਆ, 3 ਨੇ ਸੁੱਖ ਨਾਲ ਬੰਦਾ ਗੱਲ ਕਰਨ ਨੂੰ ਹੁੰਦਾ। ਇੱਥੇ ਤਾਂ ਭਗਵੰਤ ਮਾਨ ਸਾਹਿਬ ਇਕੱਲੇ ਹੀ ਆ। ਤੁਸੀਂ ਦੇਖੋ ਕਿ ਰੋਜ਼ ਉੱਥੇ ਕਾਗਜ਼ ਪਿਆ ਹੁੰਦਾ, ਜਦੋਂ ਜਾਣ ਲੱਗਦੇ ਆ ਘਰੋਂ ਲਾਈਵ ਹੋ ਕੇ ਜਾਂਦੇ ਆ ਕਿ ਆਹ ਲਿਖ ਲਿਆ ਹੀ ਬਦਲਤੀ ਤਰੀਕ, ਅੱਜ ਫਿਰ ਕਹੂੰਗਾ ਕਿ ਪਹਿਲਾਂ ਖੇਤੀ ਤੇ ਗੱਲ ਕਰੋ, ਬਾਕੀ ਗੱਲਾਂ ਬਾਅਦ ਚ ਕਰਨੀਆਂ। ਉੱਥੇ ਜਾ ਕੇ ਤਖਤੀ ਫੜ ਕੇ ਖੜ ਜਾਂਦੇ ਆ, ਅੰਦਰ ਜਾ ਕੇ ਵੀ ਰੌਲਾ ਪਾਉਂਦੇ ਆ, ਬਾਹਰ ਆ ਕੇ ਫਿਰ ਤਖਤੀ ਫੜ ਕੇ ਖੜਦੇ ਆ, ਫਿਰ ਲਾਈਵ ਹੁੰਦੇ ਆ ਤੇ ਨਾਲ ਇਹ ਗੱਲ ਕਰਦੇ ਕਿ ਤੁਹਾਡੇ ਨਾਲੋਂ ਤਾਂ ਕਿਸਾਨਾਂ ਦੀ ਪਾਰਲੀਮੈਂਟ ਚੰਗੀ। ਘੱਟੋ ਘੱਟ ਅੰਨਦਾਤੇ ਦੀ ਗੱਲ ਤਾਂ ਕਰਦੀ ਹੈ। ਇੱਕ ਗੱਲ ਮੰਨਣੀ ਪਊਗੀ ਸੰਧਾਲੀਆ ਸਾਹਿਬ ਕਿ ਬੰਦਾ ਭਾਵੇਂ ਇਕੱਲਾ ਹੀ ਆ, ਜਦੋਂ ਇੱਕ ਚੀਜ਼ ਕਹਿੰਦਾ ਮੁੜ ਕੇ ਜਿੰਦਾਬਾਦ ਕਹਿਣ ਵਾਲਾ ਵੀ ਮਗਰ ਕੋਈ ਨਹੀਂ, ਪਰ ਖਲਾਰਾ ਪੂਰਾ ਪਾ ਕੇ ਰੱਖਦਾ ਭਾਵੇਂ ਬਾਕੀਆਂ ਦੇ 15 ਬੰਦੇ ਨੇ। ਨਹੀਂ ਇਹ ਗੱਲ ਬਿਲਕੁਲ ਸਹੀ ਆ, ਪਰ ਜਿਹੜੀ ਗੱਲ ਵੱਲ ਉਹਨਾਂ ਨੇ ਧਿਆਨ ਦਵਾਇਆ ਨਾ, ਮੈਨੂੰ ਲੱਗਦਾ ਵੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਚਰਚਾ ਦਾ ਵਿਸ਼ਾ ਬਣ ਜੇ। ਉਹ ਕਹਿੰਦੇ ਵੀ ਮੋਦੀ ਸਾਹਿਬ ਵੀ ਅੰਗਰੇਜ਼ਾਂ ਵਾਂਗੂ ਚੱਲਦੇ ਆ, ਉਹਨਾਂ ਨੇ ਲਿਆਂਦੀ ਸੀ ਗੱਲ ਵੀ ਫੁੱਟ ਪਾਓ ਤੇ ਰਾਜ ਕਰੋ। ਇਹਨਾਂ ਲੈ ਆਂਦੀ ਆ ਵੀ ਲੜਾਈ ਪਾਓ ਤੇ ਰਾਜ ਕਰੋ। ਇਹ ਕਹਿੰਦੇ ਵੀ ਹੁਣ ਕਿਸਾਨਾਂ ਦੇ ਵਿੱਚ ਇਹ ਲੜਾਈ ਪਾਉਣ ਨੂੰ ਫਿਰਦੇ ਆ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਪਾੜੀਏ, ਇਹ ਇੱਕ ਦੂਜੇ ਦੇ ਖਿਲਾਫ ਹੋਣ ਤੇ ਸਾਡਾ ਰਾਜ ਚੱਲਦਾ ਰਹੇ। ਇਹ ਦੋਸ਼ ਉਹਨਾਂ ਨੇ ਬੜਾ ਵੱਡਾ ਲਾਇਆ, ਕਿਸਾਨ ਵੀ ਲਾਉਂਦੇ ਆ। ਜਾਨੀ ਗੱਲ ਉਹੀ ਕਰਦੇ ਭਗਵੰਤ ਮਾਨ ਹੋਰੀ ਜਿਹੜੇ ਕਿਸਾਨ ਪਾਰਲੀਮੈਂਟ ਦੇ ਬਾਹਰ ਕਰਦੇ ਆ, ਉਹ ਅੰਦਰ ਕਰਦੇ ਆ। ਸੰਧਾਲੀਆ ਸਾਹਿਬ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਔਜਲਾ ਸਾਹਿਬ, ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਐਮਪੀ ਕਾਂਗਰਸ ਦੇ, ਤੇ ਲੁਧਿਆਣੇ ਵਾਲੇ ਰਵਨੀਤ ਬਿੱਟੂ, ਉਹਨਾਂ ਰਾਤ ਪਾਰਲੀਮੈਂਟ 'ਚ ਕੱਟੀ ਆ ਨਾ, ਇੱਕ ਅੱਧੇ ਦਿਨ ਦੇ ਵਿੱਚ ਐਤਵਾਰ ਸ਼ਨੀਵਾਰ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਕੋਈ ਪਟਾਕਾ ਨਵਾਂ ਪਾ ਦੇਣਾ, ਕਿਉਂਕਿ ਰਾਹੁਲ ਗਾਂਧੀ ਟਰੈਕਟਰ ਤੇ ਆ ਗਏ, ਕਾਂਗਰਸੀਆਂ ਨੇ ਰਾਤ ਅੰਦਰ ਕੱਟ ਲਈ ਹੈ। ਫਿਰ ਭਗਵੰਤ ਮਾਨ ਸਾਹਿਬ ਨੇ ਕੁਝ ਐਸਾ ਕਰਨਾ ਕਿ ਲੋਕ ਮੂੰਹ ਦੇ ਵਿੱਚ ਉਂਗਲਾਂ ਪਾਪਾ ਦੇਖਣਗੇ, ਹੈ ਇਹਦਾ ਤਾਂ ਚੇਤਾ ਹੀ ਨਹੀਂ ਸੀ, ਆਹ ਤਾਂ ਇਦਾਂ ਕਿੱਦਾਂ ਹੋ ਗਈ। ਨਾਲੇ ਮੈਨੂੰ ਇਹ ਜਾਪਦਾ ਹੋ ਸਕਦਾ ਬਾਕੀ ਦੇ ਐਮਪੀ ਆ ਨਾ, ਉਹਨਾਂ ਰਿਸਕ ਨਹੀਂ ਲੈਂਦੇ ਵੀ ਯਾਰ ਇਹ ਨਾ ਉਹ ਸਸਪੈਂਡ ਵੀ ਕਰ ਦਿੰਦੇ ਹੁੰਦੇ ਆ। ਮਾਨ ਸਾਹਿਬ ਕੋਲ ਤੇ ਹੁਣ ਵਧੀਆ ਤਰੀਕਾ, ਉਹਨਾਂ ਨੂੰ ਤੇ ਜਾਂਚ ਆਈ, ਉਹ ਕਹਿੰਦੇ ਕਰਦੇ ਨੇ, ਅੱਗੇ ਵੀ ਤੇ ਹੋਏ ਹੀ ਆ। ਨਾਲੇ ਜੇ ਅੱਗੇ ਕਹਿੰਦੇ ਸਸਪੈਂਡ ਹੋਏ ਆ ਤੇ ਲੋਕਾਂ ਨੇ ਸਗੋਂ ਮੈਨੂੰ ਜਿਤਾਇਆ, ਐਤਕੀ ਫੇਰ ਹੋ ਜਾਣਗੇ ਤੇ ਸਗੋਂ, ਮਤਲਬ ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਵੀ ਸਟਾਰ ਹੈ ਜਿਹੜਾ ਉਹਨਾਂ ਦੇ ਮੋਢੇ ਤੇ ਲੱਗਦਾ। ਤੇ ਵੈਸੇ ਵੀ ਬਾਹਰ ਮੀਡੀਆ ਖੜਾ ਹੋਵੇ, 15 20 25 ਐਮਪੀਆਂ ਦੇ ਨਾਲ ਗੱਲ ਕਰਦਾ ਹੋਵੇ, ਭਗਵੰਤ ਮਾਨ ਧਿਆਨ ਐਵੇਂ ਖਿੱਚ ਲੈਂਦੇ ਆ। ਉਹਨਾਂ ਨੂੰ ਗੱਲ ਕਰਨੀ ਵੀ ਆਉਂਦੀ ਹੈ, ਨੈਸ਼ਨਲ ਮੀਡੀਆ ਨੂੰ ਸੁਣਾਉਣੀ ਕਿੱਦਾਂ ਆ ਤੇ ਸੁਰਖੀ ਸਭ ਤੋਂ ਉੱਪਰ ਲਵਾਉਣੀ ਕਿੱਦਾਂ, ਕਿਉਂਕਿ ਗੱਲਾਂ ਬਾਤਾਂ ਦੇ ਤਾਂ ਧਨੀਆਂ ਸਾਰੀ ਉਮਰ ਸਟੇਜ ਕੀਤੀ ਆ। ਤੇ ਹੁਣ ਤਾਂ ਮੁੱਦਾ ਵੀ ਸੁੱਖਣਾ ਉਹਨਾਂ ਕਿਸਾਨਾਂ ਦਾ, ਜਿਨ੍ਹਾਂ ਕਿਸਾਨਾਂ ਦੀ ਰੋਟੀ ਜਦੋਂ ਪਹਿਲੀ ਵਾਰੀ ਲੋਕ ਸਭਾ ਦੀ ਚੋਣ ਲੜੀ ਸੀ ਤਾਂ ਗੱਡੀ ਦੇ ਵਿੱਚ ਜਾਂਦੇ ਜਾਂਦੇ ਹੱਥ ਤੇ ਰੱਖ ਕੇ ਖਾਂਦੇ ਹੁੰਦੇ ਸੀ, ਤਾਂ ਪਿੱਛੋਂ ਵੀਡੀਓ ਬਣਦੀ ਹੁੰਦੀ ਸੀ। ਬਿਲਕੁਲ ਸਹੀ ਹੈ। ਅੱਛਾ, ਇਹਦੇ 'ਚ ਆਪਾਂ ਤੁਸੀਂ ਜਿਹੜੇ 2 ਲੀਡਰਾਂ ਦੀ ਗੱਲ ਕੀਤੀ ਸੀ, ਉਹਨਾਂ ਦਾ ਨਾਮ ਹੀ ਲੈ ਲਈਏ। ਉਹਨਾਂ ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਹੋਰਾਂ ਨੇ ਉੱਥੇ ਉਹ ਬਿੱਲ ਜਿਹੜੇ ਆ, ਉਹ ਜਿਹੜੀਆਂ ਕਾਪੀਆਂ ਉਹ ਫਿਰ ਪਾੜੀਆਂ। ਉਹ ਕਹਿੰਦੇ ਵੀ ਆਹ ਜੋ ਕੁਝ ਤੁਸੀਂ ਕਰ ਰਹੇ ਅਸੀਂ ਇਹਦਾ ਵਿਰੋਧ ਕਰਦੇ। ਤਾਂ ਮਤਲਬ ਇਹ ਗੱਲ ਤਾਂ ਹੈਗੀ ਹੈ ਵੀ ਜਿੰਨੇ ਹੁਣ ਪੰਜਾਬ ਤੋਂ ਲੀਡਰ ਨੇ ਜੀ, ਐਮਪੀ ਨੇ, ਬੀਜੇਪੀ ਵਾਲੇ ਛੱਡ ਕੇ ਬਾਕੀ ਸਾਰਿਆਂ ਨੂੰ ਲਗਭਗ ਨਜ਼ਰ ਆ ਗਿਆ ਵੀ ਭਾਈ ਸਾਹਿਬ ਜੇ ਇੱਥੇ ਵੜਨਾ ਪੰਜਾਬ 'ਚ ਤੇ ਇਹ ਗੱਲ ਉੱਥੇ ਕਰਨੀ ਪੈਣੀ। ਇਹ ਨਾ ਹੋਏ ਆਪਾਂ ਇਹ ਮੌਕਾ ਲੰਘਾ ਲਈਏ, ਮੁੜ ਕੇ ਨਾ ਪਾਰਲੀਮੈਂਟ ਲੱਗੇ ਤੇ ਨਾ ਮੁੜ ਕੇ ਆਪਾਂ ਨੂੰ ਮੌਕਾ ਲਵੇ। ਵੀ ਇਹਦਾ ਨਾ ਬੱਸ ਜਦੋਂ ਲੰਘ ਜਾਂਦੀ ਫਿਰ ਬੰਦਾ ਇੱਧਰ ਉੱਧਰ ਦੁਕਾਨਾਂ ਤੇ ਪੁੱਛਦਾ ਹੁੰਦਾ, ਭਾਜੀ ਆਖਰੀ ਬੱਸ ਕਦੋਂ ਕੁ ਜਾਣੀ ਹੈ? ਉਹ ਮੁੜ ਕੇ मूंगफली वाला आ रहा है भैया वो तो चली गई निकल गई वो निकल गई है ना। मूंगफली कर दूं 2 रुपए की छोटी जी लिफाफी ਦੇ ਵਿੱਚ ਉਹਨੇ ਐ ਪਾ ਕੇ ਉੱਪਰੋਂ ਫਿਰ ਝਾੜਨੀ ਵੀ ਹੁੰਦੀ ਆ ਮੁੜ ਕੇ ਹੈ ਨਾ। ਉਹ ਫਿਰ मूंगफली ਲੈਣ ਨੂੰ ਵੀ ਦਿਲ ਨਹੀਂ ਕਰਨਾ ਵੀ ਯਾਰ ਹੁਣ ਤੇ ਬੱਸ ਤੇ ਲੰਘ ਗਈ। ਉਹ ਬੰਦੇ ਵੀ ਕਹਿ ਰਹੇ ਕਹਿੰਦੇ ਤੇ ਕੁੱਜੇ ਦੇ ਥੱਲੇੋਂ ਭਾਈ, ਕੁੱਜੇ ਦੇ ਥੱਲੇੋਂ ਗਰਮ ਜੀ ਕੱਢ ਕੇ ਤੇ ਨਾਲ ਉਹਨੇ 15 ਕੇ ਦਾਣੇ ਡੋਡੇ ਜਾਂ ਉਹਨੇ ਪਾਉਣੇ ਆ ਤੇ 2 ਪਹਿਲਾਂ ਜਾ ਕੇ ਖਾ ਲੈਣੇ। ਉਹਨੂੰ ਵੀ ਪਤਾ ਵੀ 17 ਹੀ ਦੇਣੇ ਆ ਮੈਂ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਹਰ ਇੱਕ ਮੈਂਬਰ ਪਾਰਲੀਮੈਂਟ ਨੂੰ ਪਤਾ ਹਲਕੇ 'ਚ ਜਾਣਾ ਹੈ, ਮੁੜ ਕੇ ਪਿੰਡਾਂ 'ਚ ਜਾਣਾ ਹੈ, ਤੇ ਜੇ ਪਿੰਡਾਂ 'ਚ ਜਾਣਾ ਵਿਰੋਧ ਹੋਣੋਂ ਬਚਾਉਣਾ, ਉਨੀਆਂ ਕੁ ਵੀਡੀਓ, ਉਨੀਆਂ ਕੁ ਅਖਬਾਰਾਂ ਦੀਆਂ ਕਟਿੰਗ, ਉਨੀਆਂ ਕੁ ਫੋਟੋ ਚਾਹੀਦੀਆਂ ਜ਼ਰੂਰ ਹੈ ਕਿ ਉਸ ਵੇਲੇ ਫਿਰ ਕਿਸਾਨਾਂ ਦੇ ਵਿਰੋਧ ਦਾ ਅਸੀਂ ਜਿਹੜਾ ਉਹ ਜਵਾਬ ਦੇ ਸਕੀਏ। ਤੇ ਨਾਲ ਦੀ ਨਾਲ ਜੇ ਦੇਸ਼ ਦੀ ਪਾਰਲੀਮੈਂਟ ਤੋਂ 1 ਕਿਲੋਮੀਟਰ ਦੂਰ ਜੰਤਰ ਮੰਤਰ ਦੀ ਗੱਲ ਕਰੀਏ, ਸਿਖਰ ਦਾ ਮੀਂਹ, ਸਿੰਘੂ ਬਾਰਡਰ ਤੋਂ 5ਵੇਂ ਦਿਨ ਕਿਸਾਨਾਂ ਦੇ 200 ਐਮਪੀਆਂ ਦਾ ਜਥਾ ਚੱਲਿਆ। ਮੱਧ ਪ੍ਰਦੇਸ਼ ਦੀਆਂ ਬੀਬੀਆਂ ਵੀ ਵਿੱਚ, ਪੰਜਾਬ ਦੀਆਂ ਬੀਬੀਆਂ ਵੀ ਵਿੱਚ, ਬਾਕੀ ਸਾਰੇ ਸੂਬਿਆਂ ਤੋਂ ਵੀ ਲੋਕ। ਮੈਂ ਕਿਹਾ ਮੀਂਹ ਕਹੇ ਮੈਂ ਦੇਣਾ ਤੁਹਾਡਾ ਕੀ ਹੈ? ਉਹ ਕਹਿਣ ਕੋਈ ਗੱਲ ਨਹੀਂ, ਸਾਡੇ ਤਾਂ ਟੈਂਟ ਵੀ ਭੇਜਦੇ ਆ, ਸਾਡਾ ਆਟਾ ਵੀ ਭੇਜ ਗਿਆ, ਸਾਡਾ ਬਾਲਣ ਵੀ ਭੇਜ ਗਿਆ, ਪਰ ਪਾਰਲੀਮੈਂਟ ਚੱਲੂ। ਛੱਤ ਸਿਰ ਤੇ ਕੋਈ ਨਹੀਂ, ਟੈਂਟ ਚੋਈ ਜਾਂਦਾ,
ਥੱਲੇ ਪਾਣੀ ਆ ਗਿਆ, ਪਜਾਮੇ ਟੰਗ ਲੈ, ਸਪੀਕਰ ਗਿੱਲੇ ਹੋ ਗਏ, ਜਿਹੜੇ ਕਾਗਜ਼ ਲੈ ਕੇ ਗਿੱਲੇ ਹੋ ਗਏ, ਮੋਬਾਈਲ ਕਈਆਂ ਦੇ ਪਾਣੀ ਪੈ ਕੇ ਖਰਾਬ ਹੋ ਗਏ। ਪਰ ਪਾਰਲੀਮੈਂਟ ਚੱਲੀ ਕੰਟਰੈਕਟ ਫਾਰਮਿੰਗ ਦੇ ਮੁੱਦੇ ਤੇ ਬਹੁਤ ਸਾਰੇ ਕਿਸਾਨਾਂ ਨੇ, ਬਿਹਾਰ ਦਾ ਕਿਸਾਨ ਸੀ ਜਿਹੜਾ ਸਪੀਕਰ ਬਣਾਇਆ, ਪੰਜਾਬ ਦਾ ਕਿਸਾਨ ਡਿਪਟੀ ਸਪੀਕਰ ਬਣਾਇਆ, ਕੱਲੇ ਸੂਬੇ ਦੇ ਵਿੱਚੋਂ ਕਿਸਾਨਾਂ ਨੇ ਫਿਰ ਕੰਟਰੈਕਟ ਫਾਰਮਿੰਗ ਦੱਸੀ ਕਿ ਸਾਡੇ ਸੂਬੇ 'ਚ ਵੀ ਹੋਈ ਸੀ। ਉੱਥੇ ਫਿਰ ਕਿਸਾਨੀ ਦਾ ਆਹ ਹਾਲ ਹੋ ਗਿਆ, ਖੇਤੀ ਦਾ ਆਹ ਹਾਲ ਹੋ ਗਿਆ। ਗੱਲ ਚੱਲੀ, ਉਹ ਕਹਿੰਦੇ ਕੰਟਰੈਕਟ ਬਹੁਤ ਵਧੀਆ ਕਰਦੇ ਆ ਕਿ ਤੁਹਾਡੀ ਫਸਲ ਆਹ ਬੀਜ, ਆਹ ਦਵਾਈ, ਆਹ ਖਾਦ, ਪਰ ਮੁੜ ਕੇ ਕਹਿ ਦਿੰਦੇ ਆਲੂ ਵਿੰਗਾ ਹੈ। ਹੁਣ ਕਿਸਾਨ ਜ਼ਮੀਨ ਦੇ ਵਿੱਚ ਵੜ ਕੇ ਆਲੂ ਸਿੱਧਾ ਕਰਕੇ ਆਵੇ, ਉਹਨੇ ਤਾਂ ਆਲੂ ਬੀਜਣਾ ਹੈ, ਜਿੰਨੀ ਤੁਸੀਂ ਖਾਦ ਕਹਿਤੀ ਖਾਦ ਪਾਉਣੀ ਆ, ਜਿੰਨਾ ਤੁਸੀਂ ਪਾਣੀ ਕਹਿਤਾ ਪਾਣੀ ਦੇਣਾ ਹੈ। ਵਿੱਚ ਵੜ ਕੇ ਉਹਨੇ ਆਲੂ ਗੋਲ ਥੋੜੀ ਕਰਨਾ ਹੈ। ਇਹ ਕਿਹੜਾ ਚੱਕਿਆ ਕਿ ਜੇ ਤੇ ਭਾਂਡਾ ਬਣਾਉਂਦੇ ਆਪਾਂ ਭਾਂਡਾ ਪੂਰਾ ਗੋਲ ਕਰ ਦਈਏ, ਉਹ ਤਾਂ ਫਿਰ ਭਾਈ ਕੰਪਨੀਆਂ ਨੇ ਮੋੜ ਦਿੰਦੀਆਂ। ਨਹੀਂ, ਕੰਪਨੀਆਂ ਮੋੜ ਦਿੰਦੀਆਂ। ਮੈਨੂੰ ਲੱਗਦਾ ਇੱਥੋਂ ਹੀ ਕਿਤੇ ਨਾ ਕਿਤੇ ਆ ਜਿਹੜੇ ਸਿਆਪੇ ਹੁਣ ਪਏ ਆ ਨਾ, ਇਹਦੀ ਸ਼ੁਰੂਆਤ ਹੁੰਦੀ ਹੈ। ਹੁਣ ਜਿੱਦਾਂ ਆਪਾਂ ਇੱਧਰ ਵੀ ਆਪਾਂ ਦੇਖੋ ਖੇਤੀ ਵੇਖੀ ਹੈ, ਇੱਧਰ ਕਿਉਂਕਿ ਟੱਕ ਵੱਡੇ ਆ, ਹਜ਼ਾਰਾਂ ਏਕੜ ਜ਼ਮੀਨ ਆ, ਉਸ ਹਿਸਾਬ ਨਾਲ ਮਸ਼ੀਨਰੀ ਹੈ। ਹੁਣ ਜੇ ਏਡੇ ਵੱਡੇ ਟੱਕ 'ਚ ਵਾਹੀ ਕਰਨੀ ਆ ਤੇ ਮਸ਼ੀਨਰੀ ਵੱਡੀ ਚੱਲ ਜਾਣੀ ਜੀ। ਹੁਣ ਜਿੱਦਾਂ ਆਪਣੇ ਉਧਰਲੀ ਖੇਤੀ ਆ, ਉਧਰ ਜਿੱਥੇ ਮਰਲਿਆਂ, ਕਨਾਲਾਂ, ਵਿਘਿਆਂ, ਕਿੱਲਿਆਂ 'ਚ ਜਦੋਂ ਵਾਹੀ ਹੋਣੀ ਆ, ਤੇ ਉੱਥੇ ਬੰਦਾ ਆਖੇ ਵੀ ਭਾਈ ਸਾਹਿਬ ਹੁਣ ਮੈਂ ਉਹ ਫਲਾਣੇ ਥਾਂ ਦੇ ਉੱਪਰੋਂ ਫਲਾਨੀ ਮਸ਼ੀਨ ਲੈ ਆਂਦੀ ਹੈ ਜਿਹੜੀ ਐ ਪਾਲਾਂ ਵੀ ਸਹੀ ਪਾਉਂਦੀ ਆ, ਬੀ ਨੂੰ ਐ ਮਿਣ ਕੇ ਇੰਨੇ ਸੈਂਟੀਮੀਟਰ ਤੇ ਸੁੱਟਦੀ ਆ, ਲੇਜ਼ਰ ਦੇ ਨਾਲ ਉਹਦੀ ਜਿਹੜੀ ਲੈਵਲਿੰਗ ਹੋ ਜਾਂਦੀ ਹੈ। ਉਦੋਂ ਬਾਅਦ ਤੁਪਕਾ ਪ੍ਰਣਾਲੀ ਦੇ ਵਿੱਚ ਵੀ ਉਹਨੇ ਗਿਣ ਕੇ ਤੁਪਕੇ ਪਾਉਣੇ ਵੀ 5 ਖਾਦ ਦੇ, 2 ਦਵਾਈ ਦੇ, 4 ਪਾਣੀ ਦੇ। ਉਹ ਸਾਰਾ ਕੁਛ ਪੋਸੀਬਲ ਨਹੀਂ ਹੈਗਾ। ਹੁਣ ਹੋ ਸਕਦਾ ਵੀ ਕਿਤੇ ਨਾ ਕਿਤੇ ਉਹਨਾਂ ਕੰਪਨੀ ਨੂੰ ਲੱਗਦਾ ਹੋਵੇ ਵੀ ਮਹਾਰਾਜ ਮਿੱਟੀ ਤੇ ਇਹੋ ਹੀ ਆ, ਜ਼ਰੂਰ ਫਲਾਣੇ ਥਾਂ ਤੋਂ ਮੰਗਾਉਣਾ, ਆਹ ਕਾਰੋਬਾਰ ਜਾਂ ਕੱਢ ਕੇ ਬੰਦੇ ਲਾਂਭੇ ਕਰੋ, ਜ਼ਮੀਨ ਜਿਹੜਾ ਸਾਡੇ ਹਵਾਲੇ ਕਰੋ, ਆਪੇ ਵੇਖੋ ਆਲੂ ਕਿੱਦਾਂ ਗੋਲ ਕਰਦੇ ਸੀ। ਉਹ ਪਿੱਛੇ ਚਾਈਨਾ ਵਾਲਾ ਨਹੀਂ ਬਣਾਏ, ਉਹਨਾਂ ਦਾ ਵਾਹਵਾ ਰੌਲਾ ਪਿਆ ਸੀ ਉਹ ਜਦੋਂ ਇੱਕ ਸਕੇਅਰ ਸ਼ੇਪ ਦੇ ਵਿੱਚ, ਇੱਕ ਗੋਲ ਸ਼ੇਪ 'ਚ, ਇੱਕ ਸਟਾਰ ਦੀ ਸ਼ੇਪ 'ਚ ਹਦਵਾਣੇ ਬਣਾਏ ਹੈ ਨਾ। ਵੀ ਉਹ ਕਰਦੇ ਕੀ ਸੀ ਵੀ ਉਹ ਬਾਹਰ ਇੱਕ ਕੁੱਪੀ ਜਿਹੀ ਬਣਾਉਂਦੇ ਸੀ, ਉਹ ਵਿੱਚੇ ਵਿੱਚ ਫਰੂਟ ਬਣਦਾ ਰਹਿੰਦਾ ਸੀ ਉਸੇ ਤਰ੍ਹਾਂ ਦਾ। ਹੁਣ ਜਿਹਦੇ ਕੋਲੇ ਭਾਈ ਸਾਹਿਬ 4 ਛਿੱਲੜ ਹੈਗੇ ਆ, ਜਿਨ੍ਹਾਂ ਨੇ ਇਹੋ ਜਿਹੇ ਚੋਚਲੇ ਕਰਨੇ ਆ, ਜਿਨ੍ਹਾਂ ਨੂੰ ਪਤਾ ਵੀ ਕੰਪਨੀਆਂ ਕੋਲੇ ਇੰਨਾ ਪੈਸਾ, ਉਹ ਤੇ ਜੀ ਸਕਦੇ ਭਾਵੇਂ ਹਦਵਾਣਾ ਗੋਲ ਬਣਾਉਣ ਤੇ ਭਾਵੇਂ ਸਕੇਅਰ ਬਣਾਉਣ। ਤੇ ਜਿਹੜੇ ਮਾਤੜ ਨੂੰ ਪਤਾ ਵੀ ਇਹੋ 4 ਦਾਣੇ ਖਿਲਾਰ ਲਏ ਤੇ ਇਹੋ 6 ਮਹੀਨੇ ਜੇ ਮੀਂਹ ਟਾਈਮ ਨਾਲ ਪੈ ਕੇ ਤੇ ਦਾਣੇ ਘਰ ਆ ਜਾਣਗੇ ਤੇ ਕਰਜ਼ਾ ਲੈ ਜੂ, ਉਹ ਥੋੜਾ ਤਜਰਬੇ ਕਰ ਸਕਦਾ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਆ ਕੰਟਰੈਕਟ ਫਾਰਮਿੰਗ ਵਾਲਾ ਜਿੱਦਣ ਹੁਣ ਕੰਮ ਸ਼ੁਰੂ ਕੀਤਾ ਨਾ ਕਿਸਾਨਾਂ ਨੇ, 55 ਤੋਂ ਵੱਧ ਕਿਸਾਨਾਂ ਨੇ ਸਵਾਲ ਪੁੱਛੇ। ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਵੀ ਉਹ ਵੀਡੀਓ ਦੇਖੀਆਂ ਕਿਸਾਨ ਪਾਰਲੀਮੈਂਟ ਚੱਲਦੇ ਦੀਆਂ 5ਵੇਂ ਦਿਨ ਦੀਆਂ, ਉਹਨਾਂ ਦੇ ਮੂੰਹ ਤਾਂ ਬੰਦ ਹੋ ਗਏ ਹੋਣੇ ਕਿ ਕਿਸਾਨ ਪਿਕਨਿਕ ਕਰਨ ਨਹੀਂ ਆਏ। ਜਿਹੜੇ ਕਹਿੰਦੇ ਸੀ ਨਾ ਛੁੱਟੀਆਂ ਕੱਟਣ ਗਏ ਆ, ਇਹ ਤਾਂ ਉੱਥੇ ਪਿਕਨਿਕਾਂ ਕਰਦੇ ਆ, ਇਹ ਤਾਂ ਤੰਗ ਕਰਦੇ ਆ, ਇਹ ਤਾਂ ਫਲਾਨੇਵਾਦੀ ਆ। ਕੱਪੜੇ ਤੁਹਾਡੇ ਨਿਚੜਦੇ ਹੋਣ, ਹਨੇਰੀ ਆਈ ਜਾਂਦੀ ਹੋਵੇ, ਲੰਗਰ ਤੁਹਾਡਾ ਗਿੱਲਾ ਹੋ ਗਿਆ ਹੋਵੇ, ਆਸ ਤੁਹਾਨੂੰ ਕੋਈ ਵੱਜਦੀ ਨਾ ਹੋਵੇ, ਇਹ ਕਿਹੜਾ ਤੁਸੀਂ ਤੁਰੇ ਜਾਂਦੇ ਆ ਕਿ ਭਾਈ ਉਹ ਬਿਲਡਿੰਗਾਂ ਵਿੱਚ ਵੜ ਜਾਣੀ ਤੇ ਜਾ ਕੇ ਕੱਪੜੇ ਬਦਲ ਲੈਣੇ ਆ। ਤੁਸੀਂ ਦੇਖੋ ਕਿ ਜਿਨ੍ਹਾਂ ਦੇ ਬੂਟਾਂ 'ਚ ਪਾਣੀ ਪੈ ਗਿਆ, ਜਿਨ੍ਹਾਂ ਦੀਆਂ ਪੱਗਾਂ ਗਿੱਲੀਆਂ ਹੋ ਗਈਆਂ, ਜਿਨ੍ਹਾਂ ਬੀਬੀਆਂ ਦੇ ਸੂਟ ਗਿੱਲੇ ਹੋ ਗਏ, ਮੋਬਾਈਲ ਤੁਹਾਡੇ ਕੋਲ ਆ, ਕਾਗਜ਼ ਪੱਤਰ ਜਿਨ੍ਹਾਂ ਤੋਂ ਸਵਾਲ ਕਰਨੇ ਆ, ਉਹ ਸਾਰਾ ਕੁਝ ਗਿੱਲਾ ਹੋ ਗਿਆ। ਇਹਦੇ ਬਾਵਜੂਦ ਵੀ ਉੱਥੋਂ ਇੱਕ ਵੀ ਕਿਸਾਨ ਹਿੱਲਿਆ ਨਹੀਂ, ਕਿਸੇ ਨੇ ਬਾਈਕਾਟ ਨਹੀਂ ਕੀਤਾ। ਨਹੀਂ ਤਾਂ ਕਹਿ ਸਕਦੇ ਸੀ ਚਲੋ ਜੀ ਅੱਜ ਮੌਸਮ ਦੀ ਖਰਾਬੀ ਆ, ਕੋਈ ਗੱਲ ਨਹੀਂ, ਕੱਲ ਨੂੰ ਗੱਲ ਕਰ ਲਾਂਗੇ, ਕੱਲ ਨੂੰ 2 ਘੰਟੇ ਵੱਧ ਲਾ ਲਾਂਗੇ। ਨਾ, ਕੋਈ ਨਹੀਂ ਹਿੱਲਿਆ। ਇਹਦਾ ਮਤਲਬ ਕੀ ਹੈ ਕਿ ਭਾਈ ਅੰਦਰ ਪਾਰਲੀਮੈਂਟ ਦੇ ਕੰਮ ਫਿਰ ਨਹੀਂ ਹੋ ਸਕਿਆ। ਮੀਂਹ ਦੇ ਬਾਵਜੂਦ, ਝੱਖੜ ਦੇ ਬਾਵਜੂਦ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਗੱਲ ਪੂਰਾ ਹੋਇਆ। ਤੇ ਸੰਧਾਲੀਆ ਸਾਹਿਬ, ਜੇ ਮੀਂਹ ਤੇ ਝੱਖੜ ਨਹੀਂ ਇਹਨਾਂ ਨੂੰ ਉੱਥੋਂ ਹਟਾ ਸਕੇ, ਸਿਰ 'ਚ ਵਰਦੀਆਂ ਇੱਟਾਂ ਨਹੀਂ ਇਹਨਾਂ ਨੂੰ ਹਟਾ ਸਕੀਆਂ, ਬੈਰੀਕੇਡ ਨਹੀਂ ਹਟਾ ਸਕੇ, ਗਰਮੀ ਨਹੀਂ ਹਟਾ ਸਕੀ, ਸਰਦੀ ਨਹੀਂ ਹਟਾ ਸਕੀ, ਮੱਛਰ ਨਹੀਂ ਹਟਾ ਸਕੀ, ਟਰਾਲੀਆਂ ਟੈਂਟਾਂ ਨੂੰ ਲੱਗਦੀਆਂ ਅੱਗਾਂ ਨਹੀਂ ਹਟਾ ਸਕੀਆਂ, ਤਾਂ ਫਿਰ ਭਾਈ ਕਾਨੂੰਨਾਂ ਦੇ ਮੁੱਦੇ ਤੇ ਸਰਕਾਰ ਨੂੰ ਕਿਤੇ ਨਾ ਕਿਤੇ ਤਾਂ ਗੱਲ ਕਰਨੀ ਚਾਹੀਦੀ ਹੈ ਨਾ। ਇਹ ਕਰਨੀ ਚਾਹੀਦੀ ਹੈ, ਪਰ ਜੇ ਗੱਲ ਕਰ ਲਈ ਫਿਰ ਮੁੱਛ ਨੀਵੀਂ ਹੋ ਜਾਣੀ। ਕਿਆ ਰੌਲਾ ਤੇ ਮੁੱਛ ਦਾ ਉਹ ਕਹਿੰਦਾ ਮੁੱਛ ਨਹੀਂ ਤੇ ਕੁਛ ਨਹੀਂ। ਬਸ ਇਹੋ ਮੈਨੂੰ ਨਹੀਂ ਹੋ ਸਕਦਾ ਵੀ ਲੋਕ ਬੜੇ ਸਿਆਣੇ ਬੈਠੇ ਆ, ਟਿੱਪਣੀਆਂ ਆ ਜਾਣੀਆਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ। ਜੇ ਕਿਸੇ ਨੂੰ ਹੋਰ ਗੱਲ ਕੋਈ ਲੱਗਦੀ ਹੈ ਵੀ ਇਹਦੇ ਪਿੱਛੇ ਕੋਈ ਆਹ ਗੱਲ ਹੋ ਸਕਦੀ ਤੇ ਫਿਰ ਮੈਨੂੰ ਜ਼ਰੂਰ ਦੱਸੋ। ਪਰ ਮੈਨੂੰ ਇਹੀ ਲੱਗਦਾ ਵੀ ਹੁਣ ਰੌਲਾ ਸਿਰਫ ਮੁੱਛ ਦਾ। ਯਾਰ ਹੁਣ ਇਹਨਾਂ ਦੀ ਮੰਨਾਂਗੇ ਯਾਰ, ਹੁਣ ਐਡੀ ਸਰਕਾਰ, ਐਡਾ ਬਹੁਮਤ, ਐਡੀ ਟੌਰ, ਬੱਲੇ ਬੱਲੇ ਵਿਦੇਸ਼ਾਂ ਤੱਕ ਬਹਿ ਜਾ ਆਹ ਬੰਦਿਆਂ ਨੇ ਸਾਨੂੰ ਢਾਹ ਲਿਆ, ਕੱਲ੍ਹ ਨੂੰ ਤੰਗ ਹੋਵਾਂਗੇ। ਹੁਣ ਦੇਖੋ ਇਹ ਕਿਸੇ ਵੇਲੇ ਹੁੰਦਾ ਨਾ, ਜਦੋਂ ਬੰਦਾ ਈਗੋ 'ਚ ਆ ਜਾਂਦਾ ਜਾਂ ਜਦੋਂ ਬੰਦਾ ਥੋੜ੍ਹੀ ਜਿਹੀ ਮੁੱਛ ਤੇ ਗੱਲ ਲੈ ਲੈਂਦਾ, ਫਿਰ ਉਹ ਨਿੱਕੀ ਮੋਟੀ ਗੱਲ ਦੀ ਪਰਵਾਹ ਨਹੀਂ ਕਰਦਾ। ਹੁਣ ਇਹੋ ਹੀ ਕੰਮ ਹੈ ਵੀ ਇਸ ਵੇਲੇ ਬੀਜੇਪੀ ਵਾਲੇ ਵਿਚਾਰੇ ਜਿਨ੍ਹਾਂ ਨੇ ਉਮਰਾਂ ਲਾਤੀਆਂ, ਜਿਨ੍ਹਾਂ ਨੂੰ ਪਤਾ ਵੀ ਯਾਰ ਹੁਣ ਕਿਤੇ ਅਕਾਲੀਆਂ ਤੋਂ ਖਹਿੜਾ ਛੁੱਟਾ ਸੀ, ਐਤਕੀ ਸਾਨੂੰ ਵੀ ਟਿਕਟ ਮਿਲ ਸਕਦੀ ਸੀ, ਨਹੀਂ ਤੇ ਅੱਗੇ ਤੇ ਉਹ 22-23 ਦਿੰਦੇ, ਉਹੀ 4 ਬੰਦੇ ਲੈ ਜਾਂਦੇ, ਸਾਡੀ ਵਾਰੀ ਨਹੀਂ ਆਉਂਦੀ। ਉਹਨਾਂ ਦਾ ਵੀ ਕੋਈ ਫਿਕਰ ਨਹੀਂ ਹੈਗਾ ਵੀ ਕੋਈ ਗੱਲ ਨਹੀਂ, ਪੰਜਾਬ 'ਚੋਂ ਕੁਛ ਆਵੇ ਨਾ ਆਵੇ, ਆਪਾਂ ਨਹੀਂ ਟਸ ਤੋਂ ਮਸ ਹੋਣਾ। ਲੋੜ ਹੀ ਨਹੀਂ ਹੈ, ਵੈਦਾ ਹੀ ਕੋਈ ਨਹੀਂ। ਮੈਨੂੰ ਅਨਿਲ ਵਿੱਚ ਇੱਥੇ ਆ ਗਿਆ, ਤੁਸੀਂ ਬੀਜੇਪੀ ਦਾ ਜ਼ਿਕਰ ਕੀਤਾ। ਕਿਸਾਨਾਂ ਦਾ ਮੁੱਦਾ ਜਿੰਨਾ ਪੰਜਾਬ 'ਚ ਭਖਿਆ, ਉਹਦੇ ਤੋਂ ਭੋਰਾ ਜ਼ਿਆਦਾ ਹਰਿਆਣੇ 'ਚ ਭਖਿਆ। ਸਭ ਤੋਂ ਵੱਧ ਵਿਰੋਧ ਉੱਥੇ ਹੁੰਦਾ। ਅਨਿਲ ਵਿਜ ਸਾਹਿਬ ਦਾ ਬਿਆਨ ਆਇਆ
ਤੁਸੀਂ ਦੇਖੋ ਨਾ ਜਦੋਂ ਰੌਲੇ ਪੈਂਦੇ ਆ, ਅਸਾਮ 'ਚ ਮੁੱਖ ਮੰਤਰੀ ਬਦਲਣਾ ਪਿਆ, ਪੱਛਮੀ ਬੰਗਾਲ 'ਚ ਹਰ ਗਿਆ, ਕੇਰਲਾ ਦੇ ਵਿੱਚ ਇੱਕ ਸੀਟ ਉਹ ਵੀ ਚਲੇਗੀ, ਕਰਨਾਟਕ ਦੇ ਵਿੱਚ ਯੇਦੂਰੱਪਾ ਦੀ ਥਾਂ ਦੇ ਉੱਤੇ ਬੋਮਈ ਸਾਹਿਬ ਲਾਤੇ ਕਿ ਭਾਈ ਮੁੱਖ ਮੰਤਰੀ ਤੁਸੀਂ। ਹੁਣ ਅਨਿਲ ਵਿਜ ਹਰਿਆਣੇ ਦੇ ਮੰਤਰੀ ਨੇ, ਉਹਨਾਂ ਨੇ ਪ੍ਰੈਸ ਬਿਆਨ ਜਾਰੀ ਕੀਤਾ, ਵੀਡੀਓ ਦੇ ਵਿੱਚ ਲੋਕਾਂ ਨੂੰ ਪਤਾ ਕੀ ਕਹਿੰਦੇ, ਉਹ ਕਹਿੰਦੇ ਅਸੀਂ ਅਫਸਰਾਂ ਨੂੰ ਦੱਸ ਦਿੰਦੇ ਆ, ਮੇਰੇ ਵਿੱਚ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿੱਚ ਕੋਈ ਬੈਰ-ਬੂਰ ਨਹੀਂ ਹੈਗਾ, ਅਸੀਂ ਬੜੇ ਚੰਗੇ ਦੋਸਤ ਹਾਂ, ਤੁਸੀਂ ਸਾਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਮੈਂ ਸਾਰੇ ਅਫਸਰਾਂ ਨੂੰ ਦੱਸ ਦੇਣਾ ਸਾਡੇ 'ਚ ਇੱਦਾਂ ਦਾ ਕੋਈ ਰੌਲਾ ਨਹੀਂ ਹੈਗਾ। ਸਭ ਤੋਂ ਵੱਧ ਵਿਰੋਧ ਵਿਜ ਸਾਹਿਬ ਦਾ ਤੇ ਖੱਟਰ ਸਾਹਿਬ ਦਾ ਹੁੰਦਾ। ਆਪਾਂ ਦੁਸ਼ਯੰਤ ਚੌਟਾਲੇ ਨੂੰ ਪਾਸੇ ਰੱਖ ਰਹੇ ਨੇ, ਹੋਰ ਪਾਰਟੀ ਦਾ ਬੰਦਾ। ਉਹ ਭਾਈ ਜੇ ਤੁਸੀਂ ਦੋਸਤ ਹੋ, ਆਪਾਂ ਇਕੱਠੇ ਬੈਠੇ ਆ, ਆਪਣੀ ਇੱਕ ਗੱਲ ਆ, ਰੋਟੀ ਇਕੱਠੇ ਖਾਣੀ, ਜਾਣਾ ਕਿਤੇ ਇਕੱਠੇ ਜਾਣਾ, ਪ੍ਰੋਗਰਾਮ ਇਕੱਠਿਆਂ ਕਰਨਾ, ਰੌਲਾ ਕੋਈ ਹੈ ਹੀ ਨਹੀਂ। ਕੋਈ ਤੁਹਾਨੂੰ ਮੇਰੇ ਬਾਰੇ ਗੱਲ ਕਹੋ, ਤੁਸੀਂ ਮੈਨੂੰ ਸਿੱਧਾ ਪੁੱਛਣਾ ਯਾਰ ਇੱਦਾਂ ਬੰਦਾ ਕਹਿੰਦਾ, ਮੈਨੂੰ ਕੋਈ ਕਹੂਗਾ ਮੈਂ ਆਣ ਕਹਿਣਾ ਸੰਧਾਲੀਆ ਸਾਹਿਬ ਆਹ ਗੱਲ ਨਹੀਂ ਕਰਨੀ ਚਾਹੀਦੀ, ਮਾੜੀ ਹੋਈ, ਕਲੀਅਰ ਹੋ ਜਾਣੀ ਆ। ਜੇ ਤੁਸੀਂ ਇੰਨੇ ਤਕੜੇ ਦੋਸਤਾਂ, ਪ੍ਰੈਸ ਬਿਆਨ ਜਾਰੀ ਕਰਨ ਦੀ ਲੋੜ ਕੋਈ ਨਹੀਂ ਸੀ। ਇਹਦਾ ਮਤਲਬ ਹੈ ਕਿ ਅੰਦਰ ਖਾਤੇ ਪਟਾਕਾ ਕਿਤੇ ਨਾ ਕਿਤੇ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ 'ਚ ਵੀ ਪਿਆ। ਜਿਹੜੇ ਲੀਡਰਾਂ ਨੂੰ ਲੱਗਦਾ ਸੀ ਕਿ ਖੱਟਰ ਸਾਹਿਬ ਨਵੇਂ ਆ ਕੇ ਮੁੱਖ ਮੰਤਰੀ ਬਣ ਗਿਆ, ਦਾਅਵਾ ਸਾਡਾ ਸੀ, ਉਹ ਫਿਰ ਜਦੋਂ ਦੇ ਪੱਛਮੀ ਬੰਗਾਲ ਦੇ ਵਿੱਚੋਂ ਬੀਜੇਪੀ ਕਿਰਨ ਲੱਗੀ ਹੈ, ਜਦੋਂ ਦਾ ਅਸਾਮ ਦੇ ਵਿੱਚ ਮੁੱਖ ਮੰਤਰੀ ਬਦਲਿਆ, ਜਦੋਂ ਕਰਨਾਟਕ ਦੇ ਵਿੱਚ ਕੰਮ ਨਿਬੇੜ ਦਿੱਤਾ, ਹੋ ਸਕਦਾ ਹਰਿਆਣੇ ਵਾਲਿਆਂ ਨੂੰ ਵੀ ਆਸ ਹੋਵੇ ਕਿ ਭਾਈ ਥੋੜਾ ਬਹੁਤਾ ਪ੍ਰੈਸ਼ਰ ਤਾਂ ਕ੍ਰੀਏਟ ਕਰੀਏ, ਕੰਮ ਤਾਂ ਨੇੜੇ ਆਵੇ, ਕੀ ਪਤਾ ਮੁੱਖ ਮੰਤਰੀ ਦੀ ਕੁਰਸੀ ਲੱਭ ਜਾਏ। ਨਹੀਂ ਹੋ ਸਕਦਾ ਬਈ, ਕੁਰਸੀ ਕਿਹਨੂੰ ਨਹੀਂ ਚੰਗੀ ਲੱਗਦੀ, ਕਿਹਨੂੰ ਚੰਗੀ ਲੱਗਦੀ, ਕਮਾਲ ਕਰਦੇ ਤੁਸੀਂ। ਮਤਲਬ ਉਹ ਬੰਦਾ, ਉਹ ਬਾਬਾ ਚਲੋ ਹੁਣ ਤੇ ਜੇਲ੍ਹ 'ਚ ਆ, 15 ਅਗਸਤ ਨੂੰ ਕਿੱਦਾਂ ਉਹਨੇ 50 ਲੱਖ ਦਾ ਚੈੱਕ ਰੱਖ ਕੇ ਤੈਂ ਵਿਸ਼ ਕੇ ਡੰਡੌਤ ਕੀਤੀ ਸੀ। ਉਹ ਆਸ਼ੀਰਵਾਦ ਮੁੱਖ ਮੰਤਰੀ ਲਈ ਸੀ, ਹੋਰ ਉਹਨੇ ਦੱਸੋ ਕਿਹੜਾ ਮੱਝਾਂ ਲੈਣੀਆਂ ਸੀ ਉਹਦੇ ਕੋਲੋਂ। ਪਰ ਚਲੋ ਇੱਕ ਗੱਲ ਤੇ ਹੈਗੀ ਆ ਵੀ ਹਰੇਕ ਨੂੰ ਚਾਹਨਾ ਹੈ, ਤਮੰਨਾ ਹੈ, ਠੀਕ ਹੈ ਵੀ ਹਰ ਬੰਦਾ ਤਰੱਕੀ ਕਰੇ, ਆਪਾਂ ਨੂੰ ਕਿਸੇ ਦੀ ਤਰੱਕੀ ਤੇ ਕੋਈ ਇਤਰਾਜ਼ ਨਾ, ਸਵਾਲ ਹੀ ਨਹੀਂ ਪੈਦਾ। ਫਰਕ ਸਿਰਫ ਇਹ ਹੈ ਵੀ ਜੇ ਮੇਰੇ ਕੋਲੇ ਕੋਈ ਪਾਵਰ ਆ, ਮੈਂ ਉਸ ਪਾਵਰ ਨਾਲ ਕਿਸੇ ਦਾ ਭਲਾ ਲਿਖ ਸਕਦਾ, ਤੇ ਯਾਰ ਫਿਰ ਲਿਖਾਂ ਕਿਉਂ ਨਾ। ਫਰਕ ਤੇ ਇੰਨਾ ਹੀ ਹੈ ਨਾ ਸਰ। ਤੇ ਹੁਣ ਵੀ ਜੇ ਕਿਸਾਨਾਂ ਦੀ ਗੱਲ ਸੁਣ ਕੇ ਮੰਨ ਕੇ ਉਹਨਾਂ ਦੇ ਹੱਕ ਦੀ ਗੱਲ ਹੋ ਜਾਵੇ, ਹੁਣ ਐਡੇ ਕਮਲੇ ਥੋੜਾ ਵੀ ਇਹ ਲੱਖਾਂ ਬੰਦਾ ਉੱਥੇ ਆਖੀ ਜਾਂਦਾ ਵੀ ਅਸੀਂ ਮਾਰੇ ਜਾਵਾਂਗੇ, ਲੁੱਟੇ ਜਾਵਾਂਗੇ, ਸਾਡਾ ਕੋਈ ਸੋਚ ਲਓ। ਜੇ ਅਜੇ ਵੀ ਉਸ ਪੇਚ ਬਾਰੇ ਕਿਸੇ ਨੇ ਨਹੀਂ ਸੋਚਣਾ ਤੇ ਫਿਰ ਔਖਾ ਹੀ ਹੈ ਕੰਮ। ਪਰ ਮੈਨੂੰ ਲੱਗਦਾ ਸੋਚਣਾ ਪੈਣਾ, ਪਤਾ ਕਿਉਂ? ਬੀਬੀ ਮਮਤਾ ਬੈਨਰਜੀ ਨੇ ਗੇੜਾ ਰੱਖ ਲਿਆ, ਕਹਿੰਦੇ ਦਿੱਲੀ ਵਾਹਵਾ ਜਿਹਨਾਂ ਨੂੰ ਮਿਲਿਆ ਟੀਓ। ਦੇਖੋ ਪਹਿਲਾਂ ਤਾਂ ਜਦੋਂ ਮਮਤਾ ਬੈਨਰਜੀ ਨੇ ਦਿੱਲੀ ਆਉਣਾ ਸੀ, ਇਰਾਦੇ ਬੀਬੀ ਨੇ ਉਦੋਂ ਹੀ ਦੱਸਦੇ ਸੀ। ਇੱਕ ਤਾਂ ਹੁੰਦਾ ਨਾ ਕਿ ਤੁਸੀਂ ਦੂਰ ਖੜੇ ਹੋ, ਮੈਂ ਇੱਥੇ ਖੜਾ, ਆਇਆ ਮੈਂ ਭਾਈ ਸਾਹਿਬ ਮੈਂ ਆਉਣਾ ਆ, ਮਿਲਦੇ ਆ, ਜ਼ਰੂਰ ਆਉਣਾ ਆ, ਹਾਂਜੀ ਤੁਹਾਡੇ ਕੋਲੇ ਆਉਣ ਲੱਗਾ। ਦੂਜਾ ਹੁੰਦਾ ਆਉਣਾ ਮੈਂ ਲੱਗਾ ਹੀ ਆਣ ਕੇ ਦੱਸਦਾ ਹੀ। ਦੋਨਾਂ 'ਚ ਫਰਕ ਆ ਨਾ, ਗੱਲ ਤਾਂ ਉੱਥੇ ਜਾਣਦੀ ਹੈ। ਬੀਬੀ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਇੱਕ ਦਿਨ ਤਾਂ ਬੀਬੀ ਜੀ ਬਿਆਨ ਦਿੰਦੇ ਆ ਕਿ ਭਾਈ ਡਰਦੇ ਸਾਡੇ ਇੱਥੇ ਬਾਈ ਇਲੈਕਸ਼ਨ ਨਹੀਂ ਕਰਾਉਂਦੇ, ਕਿਉਂਕਿ 4 ਨਵੰਬਰ ਤੱਕ ਬੀਬੀ ਮੁੱਖ ਮੰਤਰੀ ਰਹਿ ਸਕਦੀ, ਬਾਅਦ 'ਚ ਨਹੀਂ। ਦਿੱਲੀ ਆਉਣ ਤੋਂ ਪਹਿਲਾਂ ਇੱਕ ਫੈਸਲਾ ਕਰਦੀ ਹੈ ਬੀਬੀ, ਬਾਅਦ 'ਚ ਵੀ ਕਰ ਸਕਦੀ ਸੀ, ਕਿ ਜਿੰਨੇ ਤ੍ਰਿਣਮੂਲ ਕਾਂਗਰਸ ਦੇ MP ਹੈ ਉਹਨਾਂ ਦੇ ਸੰਸਦੀ ਦਲ ਦੀ ਲੀਡਰ ਮੈਂ। ਹੁਣ ਇੱਕ ਮੁੱਖ ਮੰਤਰੀ ਦਾ ਆਪਣੇ MPs ਦੀ ਹੈੱਡ ਬਣਨਾ ਇਹ ਦੱਸਦਾ ਕਿ ਭਾਈ ਅੱਖ ਦਿੱਲੀ ਵਾਲੀ ਕੁਰਸੀ ਤੇ ਹੈ। ਉਹਦੇ ਤੋਂ ਬਾਅਦ ਬੀਬੀ ਮਮਤਾ ਬੈਨਰਜੀ ਦਿੱਲੀ ਆਉਂਦੇ ਆ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਆ ਤੇ ਗੱਲਾਂ ਕੌਮੀ ਪੱਧਰ ਦੀਆਂ ਵੀ ਕਰਦੇ ਆ ਤੇ ਆਪਣੇ ਸੂਬੇ ਦੀਆਂ ਵੀ ਕਰਦੇ ਆ। ਫਿਰ ਸਿੱਧੇ ਹੀ ਮਮਤਾ ਬੈਨਰਜੀ ਸੋਨੀਆ ਗਾਂਧੀ ਕੋਲ ਜਾਂਦੇ ਆ, ਰਾਹੁਲ ਗਾਂਧੀ ਕੋਲ ਬੈਠੇ ਸੀ, ਸਤਿ ਸ਼੍ਰੀ ਅਕਾਲ। ਹੁਣ ਮਮਤਾ ਬੈਨਰਜੀ ਦੀ ਜਦੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਗੱਲ ਹੁੰਦੀ ਆ ਤਾਂ ਬਾਹਰ ਆ ਕੇ ਬਿਆਨ ਕੀ ਦਿੰਦੇ ਆ, ਦੇਖੋ ਜੀ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤ ਹੈ। ਲੋਕ ਹੈਰਾਨ, ਮਮਤਾ ਬੈਨਰਜੀ ਨੇ ਕਹਿਤਾ, ਪਰ ਉਹ ਕਹਿੰਦੇ ਜੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਅਸੀਂ ਉਹਨਾਂ ਨਾਲੋਂ ਵੀ ਮਜ਼ਬੂਤ। ਤੀਸਰੀ ਗੱਲ ਉਹ ਕਹਿੰਦੇ ਕਾਂਗਰਸ ਪਾਰਟੀ ਨੂੰ ਖੇਤਰੀ ਪਾਰਟੀਆਂ ਦਾ ਸਤਿਕਾਰ ਕਰਨਾ ਪਊ ਤੇ ਖੇਤਰੀ ਪਾਰਟੀਆਂ ਨੂੰ ਕਾਂਗਰਸ ਦਾ ਸਤਿਕਾਰ ਕਰਨਾ ਪਊ, ਸਾਨੂੰ ਰਲ ਕੇ ਚੱਲਣਾ ਪਊ। ਪਤਾ ਤੇ ਵੀ ਲੱਗਿਆ ਕਿ ਅਰਵਿੰਦ ਕੇਜਰੀਵਾਲ ਚੱਲ ਕੇ ਗਏ ਮਮਤਾ ਬੈਨਰਜੀ ਨੂੰ ਮਿਲਣ, ਸ਼ਰਦ ਪਵਾਰ ਨਾਲ ਮੁਲਾਕਾਤ ਹੋ ਚੁੱਕੀ ਹੋਣੀ ਆ ਆਪਣੇ ਗੱਲ ਕਰਦੇ ਕਰਦੇ। ਸੰਧਾਵਾਲੀਆ ਸਾਹਿਬ ਪਤਾ ਲੱਗਿਆ ਕਿ 543 ਦੇ ਵਿੱਚੋਂ 375 ਸੀਟਾਂ ਦਾ ਖਾਕਾ ਖਿੱਚ ਲਿਆ ਬੀਬੀ ਮਮਤਾ ਬੈਨਰਜੀ ਨੇ। ਲੋਕ ਸਭਾ ਦੀ ਚੋਣ ਦੀ ਗੱਲ ਕਰਦਾ 2024 ਵਾਲੀ ਦੀ, ਤੇ ਉਹਦੇ ਵਿੱਚੋਂ ਪਤਾ ਲੱਗਿਆ ਕਿ 200 ਸੀਟਾਂ ਦਾ ਪ੍ਰਪੋਜ਼ਲ ਬੀਬੀ ਮਮਤਾ ਬੈਨਰਜੀ ਨੇ ਬੀਬੀ ਸੋਨੀਆ ਗਾਂਧੀ ਨੂੰ ਦਿੱਤਾ ਕਿ ਆਹ 200 ਸੀਟਾਂ ਨੇ ਜਿੱਥੇ ਤੁਹਾਡਾ ਭਾਜਪਾ ਦੇ ਨਾਲ ਸਿੱਧਾ ਮੁਕਾਬਲਾ ਹੈ, ਜੇ ਤੁਸੀਂ ਸਹਿਮਤ ਹੋਵੋ ਤਾਂ ਅਸੀਂ ਖੇਤਰੀ ਪਾਰਟੀਆਂ ਰਲਦੀਆਂ, ਇਹਨਾਂ 375 ਸੀਟਾਂ ਤੇ ਭਾਜਪਾ ਮਜ਼ਬੂਤ ਹੈ। ਉਹਨਾਂ ਨੇ ਕਿਹਾ ਆਹ 200 ਸੀਟਾਂ ਤੇ ਅਸੀਂ ਆਪਣੇ ਉਮੀਦਵਾਰ ਨਹੀਂ ਖੜੇ ਕਰਾਂਗੇ, ਕੋਸ਼ਿਸ਼ ਕਰਦੇ ਹਾਂ, ਪਰ ਬਾਕੀ ਜਿਹੜੀਆਂ 375 ਚੋਂ 175 ਸੀਟਾਂ ਬਣਦੀਆਂ ਤੁਹਾਨੂੰ ਇਕਰਾਰ ਕਰਨਾ ਪਊਗਾ ਕਿ ਉੱਥੇ ਖੇਤਰੀ ਪਾਰਟੀਆਂ ਚੋਣ ਲੜਨਗੀਆਂ, ਤੁਸੀਂ ਆਪਣੇ ਬੰਦੇ ਨਹੀਂ ਖੜੇ ਕਰਨੇ। ਇਹ ਤਾਂ ਜੇ ਭਾਜਪਾ ਨੂੰ ਹਰਾਉਣਾ, ਹਾਂ ਜੇ ਕੁੱਟ ਖਾਣੀ ਹੈ, ਜੇ ਮੋਦੀ ਸਾਹਿਬ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣਾ ਹੈ, ਜੇ ਐਦਾਂ ਹੀ ਲੇਲੜੀਆਂ ਕੱਢਣੀਆਂ, ਫਿਰ ਤੁਹਾਡਾ ਜਿਹੜਾ ਆਪਣੀ ਮਰਜ਼ੀ ਹੈ, ਸਾਡੀ ਆਪਣੀ ਹੈ,
ਪਰ ਇੱਕ ਸਵਾਲ ਜਦੋਂ ਕਿਹਾ ਬੀਬੀ ਮਮਤਾ ਬੈਨਰਜੀ ਤੁਸੀਂ ਫਿਰ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਉਹ ਕਹਿੰਦੇ ਨਾ ਇਹ ਰੌਲਾ ਹੀ ਨਹੀਂ, ਕੋਈ ਹੋਰ ਵੀ ਲੀਡਰ ਹੋ ਸਕਦਾ, ਸਾਡੇ ਕੋਲੇ ਬਹੁਤ ਚੰਗੇ ਲੀਡਰ ਨੇ, ਅਜੇ ਅਸੀਂ ਸਿਰਫ ਇਕੱਠੇ ਹੋਣਾ, ਆ 375 ਸੀਟਾਂ ਦਾ ਖਾਕਾ ਖਿੱਚਣਾ, ਪ੍ਰਧਾਨ ਮੰਤਰੀ ਤੋਂ ਬਾਅਦ ਬੀਬੀ ਸੋਨੀਆ ਗਾਂਧੀ, ਸ਼ਰਦ ਪਵਾਰ ਤੇ ਅਰਵਿੰਦ ਕੇਜਰੀਵਾਲ ਨੂੰ ਮਿਲਣਾ, ਇਹ ਆਪਣੇ ਆਪ ਦੱਸਦਾ ਕਿ ਬੀਬੀ ਮਮਤਾ ਬੈਨਰਜੀ ਨੇ ਆਪਣੀ ਰੇਸ ਛੇਤੀ ਨਹੀਂ ਮੁਕਾਉਣੀ। ਦੇਖੋ ਇਹਦੇ 'ਚ ਇੱਕ ਗੱਲ ਤੇ ਪੱਕੀ ਹੈ ਬਾਠ ਸਾਹਿਬ ਕਿ ਵੀ ਜਿਹੜੀ ਉਹਨੇ ਮੀਟਿੰਗ ਕੀਤੀ ਆ ਉਹ ਇਹ ਗੱਲ ਤੇ ਕਲੀਅਰ ਕਰਦੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਜਿੱਦਾਂ ਪਹਿਲਾਂ ਸੀ ਨਾ ਵੀ ਸਾਡਾ ਕੋਈ ਵਿਰੋਧੀ ਨਹੀਂ, ਉਹ ਚੀਜ਼ ਸ਼ਾਇਦ ਉਹਨਾਂ ਦੀ ਦੂਰ ਹੋ ਜਾਵੇ ਤੇ ਵਿਰੋਧ ਤੇ ਉਹਨਾਂ ਨੂੰ ਸਹਿਣਾ ਪਊਗਾ ਜੀ। ਪਰ ਇਹਦੇ 'ਚ ਮੈਨੂੰ ਲੱਗਦਾ ਵੀ ਸਿਆਣਪ ਜਿਹੜੀ ਜੇ ਸਭ ਤੋਂ ਵੱਧ ਕਿਸੇ ਨੂੰ ਕਰਨ ਦੀ ਲੋੜ ਤੇ ਉਹ ਕਾਂਗਰਸ ਪਾਰਟੀ ਨੂੰ। ਹੁਣ ਹੋ ਸਕਦਾ ਵੀ ਕਾਂਗਰਸ ਪਾਰਟੀ ਦੇ ਸੋਨੀਆ ਗਾਂਧੀ ਨੂੰ ਸੋਚਣ ਕਿਤੇ ਜੀ ਵੀ ਦੇਖੋ ਉਹਨਾਂ ਨੇ ਨਹੀਂ ਸੀ ਇਕੱਠੀਆਂ ਹੋਈਆਂ ਪਾਰਟੀਆਂ ਤੇ ਕਿੱਥੇ ਨਹੀਂ ਸੀ ਇਕੱਠੀਆਂ ਹੋਈਆਂ, ਬਿਹਾਰ 'ਚ ਬਣਿਆ ਕੀ ਕੁਛ ਵੀ ਨਹੀਂ ਵਟਿਆ ਗਿਆ। ਉਦੋਂ ਬਾਅਦ ਜੇ ਨਹੀਂ ਇਕੱਠੀਆਂ ਹੋਈਆਂ ਤੇ ਪੱਛਮੀ ਬੰਗਾਲ ਦੇ ਵਿੱਚ ਬਣਿਆ ਕੀ ਕੁਛ ਵੀ ਨਹੀਂ। ਆਪਾਂ ਚਾਹੇ ਸਾਊਥ ਦੀ ਐਗਜ਼ਾਮਪਲ ਲੈ ਲਈਏ, ਉਹ ਚਾਹੇ ਆਪਾਂ ਗਵਾਂਢ ਦੇ ਹਰਿਆਣੇ ਦੀ ਉਦਾਹਰਨ ਲੈ ਲਈਏ, ਜਿੱਥੇ ਜਿੱਥੇ ਵੀ ਕਾਂਗਰਸ ਪਾਰਟੀ ਨੇ ਆਖਿਆ ਵੀ ਨਹੀਂ ਅਸੀਂ ਤੇ ਬਹੁਤ ਵੱਡੀ ਪਾਰਟੀਆਂ ਇੱਦਾਂ ਕਿੱਦਾਂ ਹੋਣੇ, ਮਤਲਬ ਆ ਛੋਟੀ ਜੀ ਪਾਰਟੀ ਜਿਹੜੀ ਸਾਡੇ ਨਾਲ ਇਹੋ ਜਿਹਾ ਸਮਝੌਤਾ ਕਰੂ, ਉਹ ਹੋ ਸਕਦਾ ਵੀ ਉਹਨਾਂ ਹਾਰਾਂ ਨੂੰ ਜੇ ਕਿਤੇ ਡਾਇਰੀ ਲਾ ਕੇ ਲਿਖੀਆਂ ਹੋਣ ਵੀ ਇੰਨੀ ਤਰੀਕ ਨੂੰ ਮੀਟਿੰਗ ਹੋਈ, ਇੰਨੀ ਤਰੀਕ ਨੂੰ ਵੋਟਾਂ ਪਈਆਂ, ਇੰਨੀ ਤਰੀਕ ਨੂੰ ਫਿਰ ਹਾਰ ਮਿਲੀ ਤੇ ਇੰਨੀ ਤਰੀਕ ਨੂੰ ਫਿਰ ਲੱਡੂ ਬਣੇ ਦੇ ਬਣੇ ਰਹਿ ਗਏ, ਜੇ ਤੇ ਲਿਖਿਆ ਹੋਇਆ ਅੱਧੇ ਪਾ ਕਿਸੇ ਨੂੰ ਦੇਣੇ ਪੈ ਗਏ, ਬਣੇ ਨਹੀਂ ਰਹਿ ਗਏ। ਹਾਂ ਫਿਰ ਤੇ ਹੋ ਸਕਦਾ ਕਿ ਮਤਲਬ ਇਹ ਆਸ ਆਪਾਂ ਕਰ ਸਕਦੇ ਹਾਂ ਵੀ ਇਹ ਸਾਰੇ ਮਿਲ ਕੇ ਕੁਝ ਕਰ ਲੈਣਗੇ। ਪਰ ਜੇ ਉਹ ਨਾ ਲਿਖੇ ਹੋਏ, ਜੇ ਅਜੇ ਵੀ ਅੰਦਰ ਉਸੇ ਤਰ੍ਹਾਂ ਮੈਂ ਹੋਈ, ਜੇ ਉਹ ਸੋਚੇ ਲੈ ਇੱਦਾਂ ਕਿੱਦਾਂ ਹੁਣ ਅਸੀਂ ਕਹੀਏ ਵੀ ਮਮਤਾ ਬੈਨਰਜੀ ਜਾਂ ਮਾਇਆਵਤੀ ਜਾਂ ਸਮਾਜਵਾਦੀ ਪਾਰਟੀ ਵਾਲੇ ਜਾਂ ਲਾਲੂ ਦਾ ਮੁੰਡਾ ਜਾਂ ਹੋਰ ਬਾਕੀ ਦੀਆਂ ਪਾਰਟੀਆਂ ਅਸੀਂ ਕਹੀਏ ਵੀ ਇੱਦਾਂ ਕਰ ਲਓ, ਫਿਰ ਤੇ ਗੱਲ ਠੀਕ ਹੈ। ਹੁਣ ਉਹ ਸਾਨੂੰ ਕਹਿਣ ਤੁਸੀਂ ਇੱਦਾਂ ਕਰ ਲਓ, ਇੱਦਾਂ ਨਹੀਂ। ਜੇ ਮਤਲਬ ਫਰਕ ਸਿਰਫ ਇੰਨਾ ਗਿਆ ਵੀ ਜੇ ਉਹ ਮੈਂ ਛੱਡ ਦੇਣ ਤੇ ਹੋ ਸਕਦਾ ਵੀ ਕੁਛ ਨਾ ਕੁਛ ਰਲ ਕੇ ਬਣ ਜੇ, ਤੇ ਜੇ ਫਿਰ ਮੈਂ ਹੀ ਰਹੀ ਤੇ ਫਿਰ ਮੈਂ ਹੀ ਰਹਿ ਜਾਣੀ ਆ, ਫਿਰ ਉਹਨੂੰ ਬਾਅਦ ਲੱਭਣਾ ਕੁਛ ਨਹੀਂ। ਸੰਧਾਲੀਆ ਸਾਹਿਬ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਆ ਕਾਂਗਰਸ, ਪਰ ਪੁਰਾਣੀ ਹੋਣ ਤੇ ਮਜ਼ਬੂਤ ਹੋਣ 'ਚ ਫਰਕ ਬੜਾ ਹੁੰਦਾ, ਕਿਉਂਕਿ ਹੁਣ ਕੋਈ ਵੇਲਾ ਹੁੰਦਾ ਸੀ ਜਦੋਂ ਆਪਾਂ ਪੰਜਾ ਲੜਾਉਂਦੇ ਹੁੰਦੇ ਤੁਸੀਂ ਝੱਟ ਮੈਨੂੰ ਹਰਾਉਂਦੇ ਸੀ, ਪਰ ਅੱਜ ਕੱਲ੍ਹ ਤਾਂ ਮਿੰਟ ਵੀ ਨਹੀਂ ਲੱਗਦਾ ਮੈਂ ਤੁਹਾਡਾ ਪੰਜਾ ਲਾ ਦੇਣਾ। ਨਹੀਂ ਹੁਣ ਜਾਨੀ ਭਲਵਾਨੀ ਕਰਨ ਲੱਗ ਪਿਆ ਨਾ, ਭਲਵਾਨੀ ਕਰਨ ਲੱਗ ਪਿਆ। ਹੁਣ ਡੰਡ ਬੈਠਕਾਂ ਪਹਿਲਾਂ ਤੁਸੀਂ 5 ਡੰਡ ਇਕੱਠੇ ਮਾਰ ਲੈਂਦੇ ਸੀ, ਹੁਣ 4 ਮਸੀਂ ਵੱਜਦੇ ਆ। ਨਹੀਂ ਇੱਦਾਂ ਹੀ ਜਾਨੀ ਜੇ ਤੁਸੀਂ ਕਹੀ ਜਾਓ ਮੈਂ 5 ਡੰਡ ਮਾਰਦਾ, ਗੱਲ ਨਹੀਂ ਨਾ ਬਣਦੀ। ਤੁਸੀਂ ਇਹ ਦੇਖੋ ਕਿ ਰਾਹੁਲ ਗਾਂਧੀ ਤੇ ਬੀਬੀ ਸੋਨੀਆ ਗਾਂਧੀ ਦੇ ਸਾਹਮਣੇ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ। ਅੱਜ ਉਹਨਾਂ ਦੀ ਬਿਹਾਰ ਦੇ ਵਿੱਚ ਸਰਕਾਰ ਹੋਣੀ ਸੀ ਇਸ ਸਮੇਂ, ਜਦੋਂ ਲੋਕ ਨਾ ਸਾਡੇ ਵਰਗੇ ਪੱਤਰਕਾਰ ਭਾਰਤ ਦੇ ਨਕਸ਼ੇ 'ਚ ਰੰਗ ਕਰ ਦੇਖਦੇ ਹੁੰਦੇ ਕਿੱਥੇ ਕਿਹਦੀ ਸਰਕਾਰ ਹੈ, ਉਸ ਵੇਲੇ ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਦੀ ਤੇ ਇਹਨਾਂ ਦੀ ਸਰਕਾਰ ਹੋਣੀ ਸੀ। ਕਾਮਰੇਡਾਂ ਨੇ ਸੀਟਾਂ ਥੋੜੀਆਂ ਲਈਆਂ, ਜਿੰਨੀਆਂ ਕੁ ਮਿਲੀਆਂ ਸੀ ਜਿੱਤ ਗਏ ਜੀ। ਲਾਲੂ ਦੇ ਮੁੰਡੇ ਨੂੰ ਜਿੰਨੀਆਂ ਕੁ ਮਿਲੀਆਂ ਉਹ ਜਿੰਨੀਆਂ ਕੁ ਜਿੱਤ ਸਕਦੇ ਜਿੱਤ ਗਏ। ਸਭ ਤੋਂ ਵੱਧ ਨੁਕਸਾਨ ਕਿਹਨੇ ਕੀਤਾ? 5-7 ਸੀਟਾਂ ਦਾ ਫਰਕ ਸੀ, ਉਦੋਂ ਅੜ ਗਏ ਨਾ ਜੀ ਅਸੀਂ ਤਾਂ ਇੰਨੀਆਂ ਲੈਣੀਆਂ, ਕਿਉਂਕਿ ਧਰਤੀ ਨਹੀਂ ਦੇਖੀ, ਆਪਣੀ ਪਾਰਟੀ ਦਾ ਇਤਿਹਾਸ ਹੀ ਦੇਖਦੇ ਰਹੇ। ਤੁਹਾਨੂੰ ਯਾਦ ਹੋਣਾ ਉਸ ਗਲਤੀ ਤੋਂ ਸਬਕ ਨਹੀਂ ਸਿੱਖਿਆ। ਬੀਬੀ ਮਮਤਾ ਬੈਨਰਜੀ ਨੇ ਬੰਗਾਲ ਦੀਆਂ ਚੋਣਾਂ ਤੋਂ ਪਹਿਲਾਂ ਪ੍ਰੈਸ 'ਚ ਆ ਕੇ ਕਿਹਾ ਕਿ ਅਸੀਂ ਕਾਮਰੇਡਾਂ ਦੇ ਮੂਹਰੇ ਤੇ ਕਾਂਗਰਸੀਆਂ ਦੇ ਮੂਹਰੇ ਹੱਥ ਜੋੜਦੇ ਹਾਂ ਕਿ ਜੇ ਬੀਜੇਪੀ ਨੂੰ ਰੋਕਣਾ ਤਾਂ ਸਮਝੌਤਾ ਕਰੋ। ਨਾ, ਅਸੀਂ ਨਹੀਂ ਕਰਨਾ। ਅੱਜ ਪੱਛਮੀ ਬੰਗਾਲ 'ਚ ਕਾਮਰੇਡ ਕਿੱਥੇ ਹੈ? ਅੱਜ ਪੱਛਮੀ ਬੰਗਾਲ 'ਚ ਕਾਂਗਰਸ ਕਿੱਥੇ ਹੈ? ਰੈਲੀਆਂ ਕਿੰਨੀਆਂ ਕੀਤੀਆਂ ਰਾਹੁਲ ਗਾਂਧੀ ਨੇ। ਤਾਂ ਜੇ ਉਹੀ ਹਾਲਾਤ ਆ ਦਿੱਲੀ ਦੀਆਂ ਨਿਗਮ ਚੋਣਾਂ ਆਉਣ ਵਾਲੀਆਂ, ਉਹਦੇ ਤੋਂ ਪਹਿਲਾਂ ਬਿਹਾਰ ਤੋਂ ਬਾਅਦ ਨਾਲ ਲੱਗਦਾ ਇੱਕ ਸੂਬਾ ਯੂਪੀ ਹੈ। ਬੀਬੀ ਮਮਤਾ ਬੈਨਰਜੀ ਦੀ ਪਾਰਟੀ ਨੇ ਮੈਂਬਰਸ਼ਿਪ ਸ਼ੁਰੂ ਕਰਤੀ ਹੈ। ਬਹੁਜਨ ਸਮਾਜ ਪਾਰਟੀ ਵੱਲ ਨਜ਼ਰਾਂ ਵੀ ਉਹਨਾਂ ਦੀਆਂ ਟਿਕੀਆਂ ਕਿ ਭਾਈ ਸਮਝੌਤਾ ਕਰੀਏ ਕਿ ਨਾ ਕਰੀਏ। ਤਾਂ ਜੇ ਬੀਜੇਪੀ ਵਾਲਿਆਂ ਦੇ ਖਿਲਾਫ ਯੂਪੀ 'ਚ ਬਿਨਾਂ ਇਕੱਠੇ ਹੋਏ, ਭਾਈ ਯੋਗੀ ਆਦਿੱਤਿਆਨਾਥ ਨੂੰ ਰੋਕ ਕੌਣ ਲਊਗਾ? ਇਸ ਲਈ ਉੱਥੇ ਹਾਲਾਤ ਕਿੱਦਾਂ ਦੇ, ਜਿਹੜਾ ਬੰਦਾ ਉੱਥੇ ਅੱਧੇ ਸੂਬੇ ਨੂੰ ਦੇਖਦਾ ਸੀ ਜੋਤਿਰਾਦਿੱਤਿਆ ਸਿੰਧੀਆ, ਉਹ ਤਾਂ ਆਪ ਬੀਜੇਪੀ ਚਲੇ ਗਿਆ। ਬੀਬੀ ਪ੍ਰਿਯੰਕਾ ਗਾਂਧੀ ਇਕੱਲੀ ਕਰੂਗੀ ਕਿ? ਕਿਉਂਕਿ ਭਾਈ ਸਾਹਿਬ ਉੱਥੋਂ ਪਹਿਲਾਂ ਇਲੈਕਸ਼ਨ ਹਾਰ ਗਿਆ, ਕੇਰਲਾ ਤੋਂ ਜਿੱਤੇ ਹੋ ਆ। ਇਸ ਕਰਕੇ ਬਹੁਤ ਜ਼ਰੂਰੀ ਹੈ, ਜੇ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਭਾਜਪਾ ਨੂੰ ਰੋਕਣਾ ਹੈ, ਫਿਰ ਮੈਂ ਛੱਡਣੀ ਪਊ, ਫਿਰ ਹਉਮੈ ਛੱਡਣੀ ਪਊ, ਫਿਰ ਸੰਧਾਲੀਆ ਸਾਹਿਬ ਦੇਖਣਾ ਪਊਗਾ ਕਿ ਹੁਣ ਉਮਰ ਉਹ ਨਹੀਂ ਰਹੀ, ਹੁਣ ਪੱਠਿਆਂ ਦੀ ਪੰਡ ਓਡੀ ਚੱਕ ਨਹੀਂ ਹੋਣੀ। ਨਹੀਂ, ਪੱਠਿਆਂ ਦੀ ਪੰਡ ਚੁੱਕਣੋਂ ਕਹਿੰਦੇ ਵੀ ਗੱਭਰੂ ਅਜੇ ਜਵਾਨ ਹੈ, ਅਜੇ ਪ੍ਰਧਾਨ ਹੈ, ਕੱਲ ਨੂੰ ਪ੍ਰਧਾਨ ਮੰਤਰੀ ਵੀ ਬਣਾਉਣਾ। ਜੇ ਤੇ ਇਦਾਂ ਹੀ ਹੋਇਆ ਵੀ ਮਤਲਬ ਵੀ ਕਾਕੇ ਦੇ ਹੌਸਲੇ ਦੇ ਉੱਪਰ ਹੀ ਉਹਨਾਂ ਨੇ ਤਾਸ਼ ਖੇਡਣੀ ਆ, ਤੇ ਫਿਰ ਪਤਾ ਨਹੀਂ ਵੀ ਸੀਪ ਕਿਹੜਾ ਲਾ ਜੇ ਜੀ। ਤੇ ਜੇ ਕਿਤੇ ਕੋਈ ਸਿਆਣੇ ਬੰਦਿਆਂ ਦੀ ਸੁਣ ਲੈਣ, ਹੋਰ ਕੁਛ ਨਹੀਂ, ਸ਼ਰਦ ਪਵਾਰ ਹੋਣੀ ਸਿਆਣੇ ਜਾਂ ਪਰੇ ਹੋਰ ਕੁਛ ਨਹੀਂ, ਤੇ ਕੇਜਰੀਵਾਲ ਹੋਰੀ ਕਿਤੇ ਕਹਿ ਦੇਣ ਵੀ ਯਾਰ ਜੇ ਮੈਂ ਜਦਾਂ ਛੱਡ ਸਕਦਾ, ਥੋੜ੍ਹੇ ਜਿਹੇ ਤੁਸੀਂ ਵੀ ਮਤਲਬ ਨੀਵੇਂ ਹੋ, ਸ਼ਾਇਦ ਕੋਈ ਗੱਲ ਬਣ ਜਾਵੇ। ਪਰ ਜੇ ਨਾ ਬਣੀ ਤੇ ਫਿਰ ਕੰਮ ਔਖਾ। ਪਰ ਇੱਕ ਗੱਲ ਤਾਂ ਹੈਗੀ ਆ, ਜਾਂਦੀ ਜਾਂਦੀ ਕਹਿੰਦੇ ਬੀਬੀ ਨਾਅਰਾ ਦੇ ਗਈ, ਕਹਿੰਦੀ ਪਹਿਲਾਂ ਤਾਂ ਖੇਲਾ ਹੋਬੇ ਹੋਇਆ ਸੀ ਪੱਛਮੀ ਬੰਗਾਲ 'ਚ,
ਹੁਣ ਪੂਰੇ ਦੇਸ਼ 'ਚ ਖੇਲਾ ਹੋਵੇ। ਹਾਂ, ਇਹ ਨਾ ਹੋਵੇ ਖੇਲਾ ਹੋਵੇ ਡਰਾਵੇ ਕਿਤੇ। ਨਹੀਂ, ਇਹ ਤਾਂ ਡਰਾਉਣਾ ਆ ਜੀ, ਬੀਬੀ ਨੇ ਗੱਡ ਦਿੱਤਾ। ਪਰ ਹੁਣ ਡਿਪੈਂਡ ਕਰਦਾ, ਇਹ ਸੰਧਾਲੀਆ ਸਾਹਿਬ ਸਾਨੂੰ ਬਹੁਤ ਚੰਗੇ ਤਰੀਕੇ ਸਮਝ ਆਉਂਦੀ ਹੈ ਕਿ ਭਾਜਪਾ ਜਿੰਨੀ ਵੀ ਹੈਗੀ ਆ ਇੱਕ ਮੁੱਠ ਹੈ। ਉਹਨਾਂ ਨੂੰ ਜਿੱਥੇ ਲੱਗਦਾ ਅਸੀਂ ਕਮਜ਼ੋਰ ਆ, ਮੁੱਖ ਮੰਤਰੀ ਬਦਲਣ ਲੱਗੇ ਆ, 1 ਮਿੰਟ ਨਹੀਂ ਲਾਉਂਦੇ। ਤਾਂ ਇਹ ਗਾਂਧੀ ਪਰਿਵਾਰ ਦੇ ਵਿਹੜੇ 'ਚੋਂ ਜਿੰਨੀ ਦੇਰ ਨਹੀਂ ਨਿਕਲਣ ਗਿਆ ਸੀ, ਨਹੀਂ ਕਹਿੰਦੇ ਗਾਂਧੀ ਪਰਿਵਾਰ ਤੋਂ ਪਰੇ ਹੋ ਜਾਓ, ਪਰ ਜੇ ਗਾਂਧੀ ਪਰਿਵਾਰ ਤੋਂ ਕੁਝ ਨਹੀਂ ਹੁੰਦਾ ਤੇ ਕੁਝ ਲੀਡਰ ਤਾਂ ਅੱਗੇ ਲਾਓ। ਆਪਾਂ ਜਾਂਦੇ ਆ ਕਿਉਂਕਿ ਸਮਾਂ ਥੋੜਾ ਰਹੀ ਜਾਂਦਾ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਚਿੱਠੀ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਕਰ ਲਈਏ। ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਸਿੱਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਗਈ ਹੈ ਤੇ ਉਸ ਚਿੱਠੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਹ ਗੱਲ ਜਿਹੜੀ ਆਖੀ ਗਈ ਕਿ ਪ੍ਰਧਾਨ ਮੰਤਰੀ ਸਾਹਿਬ, ਕਰੋਨਾ ਦੇ ਕਰਕੇ ਕਰਤਾਰਪੁਰ ਕੋਰੀਡੋਰ ਬੰਦ ਹੋ ਗਿਆ ਸੀ। ਅਸੀਂ ਬੇਨਤੀ ਕਰਦੇ, ਮੈਂ ਮੁੱਖ ਮੰਤਰੀ ਪੰਜਾਬ ਦੇ ਤੌਰ ਤੇ ਬੇਨਤੀ ਕਰਦਾ ਕਿ ਸ਼ਰਧਾਲੂ ਬਹੁਤ ਨੇ, ਸ਼ਰਧਾਲੂ ਜਾਣਾ ਚਾਹੁੰਦੇ ਆ, ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆ ਕਿ ਕੋਵਿਡ ਘਟ ਗਿਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿਓ। ਵੈਸੇ ਮੈਂ ਇਹ ਗੱਲ ਐਂਡ 'ਚ ਪਤਾ ਕਿਉਂ ਕੀਤੀ ਹੈ, ਕਿਉਂਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਇਮਰਾਨ ਖਾਨ ਨੇ ਇੱਕ ਵਿਸ਼ੇਸ਼ ਤੌਰ ਤੇ ਪੰਜਾਬ ਦੇ ਨੇਤਾ ਦਾ ਨਾਮ ਲਿਆ ਸੀ ਤੇ ਉਸ ਨੇਤਾ ਦਾ ਨਾਮ ਨਵਜੋਤ ਸਿੰਘ ਸਿੱਧੂ। ਹੁਣ ਕਰਤਾਰਪੁਰ ਕੋਰੀਡੋਰ ਦੂਜੀ ਵਾਰੀ ਖੁੱਲਣ ਦੀ ਆਸ ਹੈ। SGPC ਵੀ ਕਹਿੰਦੀ ਹੈ, ਅਕਾਲੀ ਦਲ ਵੀ ਕਹਿੰਦਾ ਹੈ, ਉਹ ਪਾਕਿਸਤਾਨ ਦੀ ਪ੍ਰਬੰਧਕ ਕਮੇਟੀ ਤਾਂ ਪਹਿਲੇ ਹੀ ਕਹਿੰਦੇ ਕਿ ਅਸੀਂ ਖੋਲਣ ਦੇ ਲਈ ਤਿਆਰ ਹਾਂ। ਹੁਣ ਦੂਜੀ ਵਾਰ ਕਰਤਾਰਪੁਰ ਕੋਰੀਡੋਰ ਖੋਲਣ ਦਾ ਸਿਰਾ ਕਿਹਦੇ ਸਿਰ ਵੱਜੂਗਾ? ਮੈਨੂੰ ਲੱਗਦਾ ਦੌੜ ਤੇਜ਼ ਹੋ ਗਈ ਹੈ। ਨਹੀਂ, ਦੌੜ ਜਿਵੇਂ ਮਰਜ਼ੀ ਤੇਜ਼ ਹੋ ਜੇ, ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਚਿੱਠੀ ਸਿੱਧੂ ਸਾਹਿਬ ਦੇ ਨਾਂ ਤੇ ਨਾ ਆ ਜਾਵੇ ਕਿਤੇ ਉਧਰੋਂ। ਵੀ ਸਿੱਧੂ ਸਾਹਿਬ, ਉਹ ਜਿਹੜਾ ਤੁਸੀਂ ਟੈਲੀਫੋਨ ਕੀਤਾ ਸੀ, ਉਹ ਫਿਰ ਗੱਲ ਸਾਡੇ ਮੰਨਣ 'ਚ ਆ ਗਈ ਆ। ਅਸੀਂ ਮਾਫੀ ਚਾਹੁੰਦੇ, ਥੋੜੇ ਜਿਹੇ ਲੇਟ ਹੋ ਗਏ, ਪਰ ਹੁਣ ਜਿੱਦਾਂ ਤੁਸੀਂ ਕਿਹਾ ਸੀ ਉਸ ਹਿਸਾਬ ਨਾਲ ਅਸੀਂ ਆਪਣੇ ਵੱਲੋਂ ਖੋਲਤਾ ਜੀ। ਕੁਝ ਪਤਾ ਥੋੜਾ, ਮਤਲਬ ਜੇ ਹੁਣ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਦਾ ਸਿੱਧੂ ਸਾਹਿਬ ਨਾਲ ਪਿਆਰ ਬੜਾ, ਕਿਸੇ ਵੇਲੇ ਇਹ ਵੀ ਹੁੰਦਾ ਨਾ ਵੀ ਜੇ ਗਵਾਂਢੀਆਂ ਲੱਗੀ ਆ ਤੇ ਇਹਨਾਂ ਦੋਵਾਂ ਦੀ ਬਣਦੀ ਨਹੀਂ ਤੇ ਇੱਕ ਨਾਲ ਮਾੜੀ ਮੋਟ ਕੂਣ ਸਹਿਣ ਹੈਗਾ, ਉਹਨੂੰ ਆਖਿਆ ਲੈ ਬੱਲੇ ਬੱਲੇ ਫਲਾਨਾ ਸਿਆ, ਆਪਾਂ ਤੇਰੇ ਨਾਲ ਖਲੋਤੇ ਆ, ਪਰਵਾਹ ਨਾ ਕਰੀ ਤੂੰ ਸਾਡੇ ਹੁੰਦਿਆਂ। ਜੇ ਕੋਈ ਆਖੇ ਨਾ ਕੋਈ ਬਾਤ ਘਾਟ, ਬਾਬੇ ਤੂੰ ਡਟ ਜੀ, ਆਪਾਂ ਨਾਲ ਹੀ ਤੇਰੇ ਨਾਲ ਹੀ ਹੋ ਸਕਦਾ, ਇਸ ਹਿਸਾਬ ਨਾਲ ਹੋਵੇ। ਨਹੀਂ, ਬਿਲਕੁਲ ਇਦਾਂ ਹੀ। ਤੇ ਸੰਧਾਲੀਆ ਸਾਹਿਬ ਜਾਂਦੇ ਜਾਂਦੇ ਇੱਕ ਸੁੱਖ ਸੁਨੇਹਾ ਜਿਹੜਾ ਇਹ ਦੇਣਾ ਕਿ ਅੱਜ ਭਾਰਤ ਦਾ ਹਾਕੀ ਦੇ ਵਿੱਚ ਅਰਜਨਟਾਈਨਾ ਨਾਲ ਮੁਕਾਬਲਾ ਮੁੰਡਿਆਂ ਦਾ, ਜੇ ਜਿੱਤ ਗਏ ਤਾਂ ਕੁਆਟਰ ਫਾਈਨਲ ਪੱਕਾ। ਤੇ ਦੂਸਰੀ ਗੱਲ ਇਹ ਕਿ ਪੰਜਾਬ ਦਾ ਹੀ ਕਦੇ ਹਿੱਸਾ ਹਰਿਆਣਾ ਹੁੰਦਾ ਸੀ, ਉੱਥੋਂ ਦੀ ਇੱਕ ਬਾਕਸਰ 75 ਕਿਲੋਗ੍ਰਾਮ ਦੇ ਵਿੱਚ ਕੁਆਟਰ ਫਾਈਨਲ 'ਚ ਪੁੱਜੀ ਹੈ, ਉਹਦੇ ਤੇ ਮੈਡਲ ਦੇ ਵਿਚਾਲੇ ਸਿਰਫ ਇੱਕ ਮੈਚ ਰਹਿ ਗਿਆ। ਤੇ ਸਭ ਤੋਂ ਵੱਡੀ ਗੱਲ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਸਾਡੀ ਉਮਰ ਲੰਘ ਗਈ, ਸਾਨੂੰ ਵੇਲੇ ਸਿਰ ਟ੍ਰੇਨਿੰਗ ਨਹੀਂ ਮਿਲੀ, ਸਾਨੂੰ ਬਹੁਤ ਲੇਟ ਪਤਾ ਲੱਗਿਆ। ਜਦੋਂ ਗ੍ਰੈਜੂਏਸ਼ਨ ਕਰਦੀ ਸੀ ਉਹਨੇ ਕਦੇ ਬਾਕਸਿੰਗ ਨਹੀਂ ਸੀ ਖੇਡੀ। ਉਹਦੇ ਕਾਲਜ ਦੀ ਕੋਚ ਨੇ ਦੇਖਿਆ ਕਿ ਕੁੜੀ ਬਾਕਸਿੰਗ ਖੇਡ ਸਕਦੀ ਹੈ, ਕਾਲਜ ਦੇ ਵਿੱਚ ਖੇਡਣ ਲੱਗੀ, ਘਰ ਦੇ ਖੇਡਣ ਨਹੀਂ ਸੀ ਦਿੰਦੇ, ਤਾਂ ਜਦੋਂ ਮੂੰਹ ਦੇ ਉੱਤੇ ਮੁੱਕਾ ਲੱਗ ਜਾਂਦਾ ਸੀ, ਸੁੱਜ ਜਾਂਦਾ ਸੀ, ਕੋਚ ਦੇ ਘਰੇ ਰਹਿੰਦੀ ਸੀ ਆਪਣੀ ਬੀਬੀ ਦੇ, ਤੇ ਅੱਜ ਉਹ ਮੈਡਲ ਜਿੱਤ ਚੱਲੀ ਆ। ਜਾਣੀ ਤੁਸੀਂ ਨਿਰਾਸ਼ ਨਹੀਂ ਹੋਣਾ, ਦੇਰੀ ਹੋ ਗਈ ਹੈ, ਉਮਰ ਵੱਧ ਹੋ ਗਈ ਹੈ, ਲੇਟ ਮੌਕਾ ਮਿਲਿਆ, ਖਿੱਚ ਕੇ ਰੱਖੋ ਕੰਮ। ਜੇ ਸਾਡੀ ਹਰਿਆਣੇ ਦੀ ਉਹ ਮੁਟਿਆਰ ਓਲੰਪਿਕ ਦਾ ਮੈਡਲ ਜਿੱਤਣ ਤੋਂ ਸਿਰਫ ਇੱਕ ਮੈਚ ਦੀ ਦੂਰੀ ਤੇ ਹੈ, ਆਪਾਂ ਕੀ ਨਹੀਂ ਕਰ ਸਕਦੇ? ਪੰਜਾਬ ਵੀ ਸਵਾਰ ਹੋ ਸਕਦਾ। ਚੜ੍ਹਦੀ ਕਲਾ 'ਚ ਰਹੋ, ਬਾਕੀ ਕੋਈ ਨਹੀਂ। ਚਲੋ ਜੀ, ਸਾਡੇ ਵੱਲੋਂ ਸ਼ੁਭ ਇਛਾਵਾਂ ਨੇ ਉਹਦੇ ਲਈ, ਉਹ ਬਾਕੀ ਵੀ ਜਿਹੜੇ ਖਿਡਾਰੀ ਗਏ ਨੇ ਉਹਨਾਂ ਲਈ ਵੀ ਸ਼ੁਭ ਇਛਾਵਾਂ ਨੇ ਕਿ ਜ਼ਰੂਰ ਕੁਛ ਨਾ ਕੁਛ ਉੱਥੋਂ ਲੈ ਕੇ ਆਉਣ ਤੇ ਭਾਰਤ ਦਾ ਜਿਹੜਾ ਨਾਂ ਆ ਉਹ ਰੋਸ਼ਨ ਕਰਨ। ਪਰ ਇੱਕ ਗੱਲ ਤਾਂ ਹੈਗੀ ਆ ਬਾਟ ਸਾਹਿਬ ਕਿ ਵੀ ਕੋਈ ਵੀ ਚੀਜ਼ ਹੈ, ਜੇ ਮੰਨ ਲਓ ਟਾਰਗੇਟ ਰੱਖ ਕੇ ਤੁਰਿਆ ਜਾਵੇ, ਬੰਦਾ ਮਿਹਨਤ ਕਰੇ, ਇਮਾਨਦਾਰੀ ਨਾਲ ਤੁਰੇ, ਤੇ ਕਿਤੇ ਨਾ ਕਿਤੇ ਅੱਪੜ ਤੇ ਜਾਂਦਾ ਹੀ ਹੈ। ਨਹੀਂ, ਬਹੁਤ ਜ਼ਰੂਰੀ ਹੈ ਜੀ। ਤੁਸੀਂ ਦੇਖੋ, ਆਪਾਂ 4 ਦਿਨ ਹੋ ਗਏ ਤੁਰਿਆਂ ਨੂੰ, ਆਪਾਂ ਕੈਲਗਰੀ ਤੋਂ ਅੱਗੇ ਸੈਲਵਨ ਲੇਕ ਤੇ ਅੱਪੜ ਹੀ ਗਏ ਆ। ਕੱਲ ਜੰਗਲ ਦਿਖਾਇਆ ਸੀ, ਕੋਸ਼ਿਸ਼ ਕੀਤੀ ਹੈ, ਤੇ ਅੱਜ ਪਿੱਛੇ ਪਾਣੀ ਦਿਖਾ ਹੀ ਦਿੱਤਾ। ਨਹੀਂ, ਪੂਰੀ ਗੱਲ ਕਰੋ ਨਾ ਵੀ ਹੁਣ ਮਿਹਨਤ ਕਰਕੇ ਦੋਹਾਂ ਚੌਂ ਬੰਦਿਆਂ ਨੂੰ ਅਸੀਂ ਪੁੱਛ ਲਿਆ ਵੀ ਪਾਣੀ ਬਹੁਤਾ ਠੰਡਾ ਤਾਂ ਨਹੀਂ, ਕੀ ਪਤਾ ਇਹਦੇ ਤੋਂ ਬਾਅਦ ਮਤਲਬ ਬਾਟ ਸਾਹਿਬ ਦਾ ਮਨ ਕਰ ਆਵੇ ਤੇ ਆਖਣ ਵੀ ਮੈਂ ਇੱਕ ਨਾ ਤਾਰੀਆਂ ਲਾਵਾਂਗਾ। ਨਹੀਂ, ਮੈਂ ਤਾਰੀਆਂ ਤਾਂ ਲਾਵਾਂਗਾ, ਪਰ ਮੈਂ 2-2 ਫੁੱਟ ਪਾਣੀ 'ਚ ਹੀ ਲਾਵਾਂਗਾ। ਨਹੀਂ, ਉਹ ਯੰਤਰ ਹੈਗਾ ਆਪਣੇ ਕੋਲ ਜਿਹਨੂੰ ਲਾਈਫ ਜੈਕਟ ਕਹਿੰਦੇ ਆ। ਸੋ ਆਪਾਂ ਬੇਨਤੀ ਫਿਰ ਕਰ ਦਈਏ ਜੀ, ਪਾਣੀ ਆ ਪਿੱਛੇ, ਪਰ ਲਾਈਫ ਜੈਕਟ ਪਾ ਕੇ ਵਿੱਚ ਜਾਣਾ ਹੈ, ਡੂੰਘੇ ਪਾਣੀ 'ਚ ਨਹੀਂ ਜਾਣਾ। ਜੇ ਤਰਨਾ ਨਹੀਂ ਆਉਂਦਾ, ਪੰਜਾਬ ਵਾਲੀ ਵੀ ਖਿਆਲ ਰੱਖਿਓ ਤੇ ਇੱਧਰ ਵਾਲੇ ਵੀ ਖਿਆਲ ਰੱਖਿਓ। ਤੇ ਸੰਧਾਲੀਆ ਸਾਹਿਬ, ਬਹੁਤ ਸਾਰੀਆਂ ਸ਼ੁਭ ਇਛਾਵਾਂ ਦੇ ਨਾਲ ਪੰਜਾਬ ਦੇ ਭਲੇ ਦੀ ਆਸ ਤੇ ਅਰਦਾਸ ਦੇ ਨਾਲ ਕਰੀਏ ਸਮਾਪਤੀ। ਬਿਲਕੁਲ ਜੀ, ਚੱਲਿਆ ਜਾਵੇ ਜੀ, ਬਹੁਤ ਸ਼ੁਕਰੀਆ ਜੀ। ਸੋ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।